ਅਮਰੀਕਨਸ ਦੀ ਸੋਚ ਅਲੱਗ ਹੈ। ਵੀ ਫੀਲ ਦੈਟ ਕਿ ਨਹੀਂ, ਪਹਿਲੇ ਆਪਣਾ ਘਰ ਹੋਣਾ ਚਾਹੀਦਾ, ਫਿਰ ਉਸ ਤੋਂ ਬਾਅਦ ਨੈਕਸਟ ਸਟੈਪ ਚੱਲਣਾ ਚਾਹੀਦਾ ਕਿ ਇਨਵੈਸਟਮੈਂਟ ਵੱਲ ਬਾਅਦ ਚ ਜਾਣਾ ਚਾਹੀਦਾ। ਸੋ ਐਜ਼ ਅ ਯੰਗਸਟਰ ਵਾਟ ਡੂ ਯੂ ਫੀਲ ਅਬਾਊਟ ਇਟ? ਜਦੋਂ ਅਸੀਂ ਹੁਣ ਇਹਦੀ ਵੀ ਗੱਲ ਕਰਦੇ ਹਾਂ ਰੈਜ਼ੀਡੈਂਸ਼ੀਅਲ ਪਲਾਟਸ ਦੀ ਜਾਂ ਰੈਜ਼ੀਡੈਂਸ਼ੀਅਲ ਏਰੀਆਜ਼ ਦੀ ਜਾਂ ਕਮਰਸ਼ੀਅਲ ਏਰੀਆਜ਼ ਦੇ ਵਿੱਚ ਵੀ, ਉਹਦੇ ਵਿੱਚ ਕੀ ਹੈ ਕਿ ਲੋਕੀ ਅੱਜ ਦੀ ਡੇਟ ਦੇ ਵਿੱਚ ਅਫੋਰਡੇਬਲ ਹੋਮਸ ਪ੍ਰੈਫਰ ਹੀ ਨਹੀਂ ਕਰ ਰਹੇ, ਲਗਜ਼ਰੀ ਵੱਲ ਜ਼ਿਆਦਾ ਜਾ ਰਹੇ ਆ। ਰੀਅਲ ਐਸਟੇਟ ਦੀ ਗੱਲ ਕਰੀਏ ਤਾਂ ਮੀ ਪਰਸਨਲੀ ਮੈਂ ਬਹੁਤ ਪੈਸ਼ਨੇਟ ਹੈ ਰੀਅਲ ਐਸਟੇਟ ਨੂੰ ਲੈ ਕੇ, ਇਨਵੈਸਟਮੈਂਟਸ ਨੂੰ ਲੈ ਕੇ। ਐਂਡ ਬਚਪਨ ਤੋਂ ਹੀ ਰਿਸਰਚ ਦਾ ਸ਼ੌਂਕ ਸੀਗਾ ਅਤੇ ਇਨਵੈਸਟਮੈਂਟ ਦਾ ਸ਼ੌਂਕ ਸੀਗਾ। ਫੈਮਲੀਜ਼ ਦੇਖਦੇ ਸੀਗੇ ਕਿ ਗੱਲ ਹੁੰਦੀ ਹੈ ਰੀਅਲ ਐਸਟੇਟ ਬਾਰੇ, ਇਨਵੈਸਟਮੈਂਟਸ ਬਾਰੇ, ਤਾਂ ਹੌਲੀ ਹੌਲੀ ਉੱਥੋਂ ਸ਼ੌਂਕ ਪਿਆ। ਪੰਜਾਬ ਦਾ ਸਿਨੈਰੀਓ ਦੁਬਈ ਤੋਂ ਬਹੁਤ ਅਲੱਗ ਹੈ। ਜੇ ਮੈਂ ਪੰਜਾਬ ਦੀ ਵੀ ਗੱਲ ਕਰਾਂ ਤਾਂ ਜੋ ਬੇਸਿਕ ਆਈਡੀਆ ਹੈ ਪ੍ਰੋਪਰਟੀ ਗਰੋਥ ਦਾ ਪੰਜਾਬ 'ਚ, ਉਹ ਆਉਂਦਾ ਇਨਫਰਾਸਟ੍ਰਕਚਰ ਤੋਂ। ਆਪਾਂ ਮੋਹਾਲੀ ਦੇਖੀਏ, ਨੋਇਡਾ ਦੇਖੀਏ, ਮੁੰਬਈ ਦੇਖੀਏ, ਦਿੱਲੀ ਦੇਖੀਏ, ਹਰ ਥਾਂ ਰੇਟਸ ਬਹੁਤ ਜ਼ਿਆਦਾ ਨੇ। ਬਟ ਧੁਲੇਰਾ ਐਟ ਦੀ ਅਦਰ ਸਾਈਡ, ਜਿਹਦੇ ਹਾਲੇ ਫੇਜ਼ 1 ਕੰਪਲੀਟ ਹੋਇਆ, ਉੱਥੇ ਰੇਟਸ 12,000, 15,000, 25,000 ਰੁਪਏ ਗਜ਼ ਨੇ ਹਾਲੇ। ਅਤੇ ਏਅਰਪੋਰਟ ਜਦੋਂ ਆ ਗਿਆ ਤਾਂ ਆਫਿਸ ਰੇਟ ਵੱਧ ਜਾਣੇ ਉੱਥੇ। ਤੁਸੀਂ ਉੱਥੇ ਰਹਿਣਾ ਹੈ ਤਾਂ ਫਿਰ ਤਾਂ ਤੁਸੀਂ ਚਾਹੇ 50 ਲੱਖ ਤੇ 50 ਲੱਖ ਲਾ ਦਿਓ ਆਪਦੇ ਹਿਸਾਬ ਨਾਲ, ਕਿਉਂਕਿ ਤੁਸੀਂ ਓਬਵੀਅਸਲੀ ਉੱਥੇ ਰਹਿਣਾ ਹੈ 10 ਸਾਲ ਤੇ 20 ਸਾਲ ਜ਼ਿੰਦਗੀ ਦੇ ਕੱਟਣੇ ਹੈ, ਤਾਂ ਆਪਦੀ ਮਰਜ਼ੀ ਨਾਲ ਬਣਾਓ। ਪਰ ਜੇ ਤੁਸੀਂ ਇਨਵੈਸਟਮੈਂਟ ਕਰ ਰਹੇ ਹੋ ਤਾਂ ਮੇਰੇ ਹਿਸਾਬ ਨਾਲ ਤਾਂ ਬਣਾਉਣਾ ਇੱਕ ਵਧੀਆ ਸਟੈਪ ਹੈ ਹੀ ਨਹੀਂਗਾ। ਤੁਸੀਂ ਕੰਸਟਰਕਸ਼ਨ ਨਾ ਹੀ ਕਰੋ ਚਾਹੀਦਾ। ਠੀਕ ਹੈ, ਹੁਣ ਕੰਸਟਰਕਸ਼ਨ ਕਾਸਟ ਦੀ ਹੀ ਜੇ ਆਪਾਂ ਗੱਲ ਕਰਦੇ ਹਾਂ ਤੇ ਦੁਬਾਰਾ ਉਸ ਪੁਆਇੰਟ 'ਤੇ ਆਉਂਦੇ ਜਿੱਦਾਂ ਸੀਮੈਂਟ ਵਗੈਰਾ ਸਭ ਕੁਝ ਵੱਧ ਰਿਹਾ, ਠੀਕ ਹੈ, ਉਹਦਾ ਇੰਪੈਕਟ ਵੀ ਫਿਰ ਪਏਗਾ ਓਬਵੀਅਸਲੀ। ਕਿੰਨੇ ਕੁ ਇਫੈਕਟ ਹੋ ਜਾਂਦਾ ਹੈ ਇੱਕ ਪ੍ਰੋਪਰਟੀ ਦਾ ਪ੍ਰਾਈਸ ਜਦੋਂ ਅਸੀਂ ਇਹ ਸਾਰੀਆਂ ਚੀਜ਼ਾਂ ਵੱਧਦੀਆਂ, ਕੰਸਟਰਕਸ਼ਨ ਕਾਸਟ ਵੱਧਦੀ ਹੈ, ਪ੍ਰੋਪਰਟੀ ਦਾ ਪ੍ਰਾਈਸ ਕਿੰਨਾ ਇਫੈਕਟ ਹੁੰਦਾ? ਮੈਂ ਅੱਜ ਦੇ ਪੋਡਕਾਸਟ ਦੀ ਸ਼ੁਰੂਆਤ ਇੱਕ ਕੁਐਸਚਨ ਤੋਂ ਕਰਨਾ ਚਾਹੂੰਗਾ ਕਿ ਤੁਹਾਨੂੰ ਪਤਾ ਹੈ ਕਿ ਆਪਣੇ ਪੈਸੇ ਜੇ ਕਮਾਣੇ ਹੈ ਤੇ ਉਸ ਤੋਂ ਬਾਅਦ ਉਹਨੂੰ ਇਨਵੈਸਟ ਕਿੱਥੇ ਕਰਨਾ? ਸਭ ਤੋਂ ਪਹਿਲਾਂ ਤਾਂ ਕੁਐਸਚਨ ਇਹੀ ਆਊਗਾ ਕਿ ਰੀਅਲ ਏਸਟੇਟ ਦੇ ਵਿੱਚ ਅਸੀਂ ਪੈਸੇ ਕਮਾ ਕੇ ਇਨਵੈਸਟ ਕਰਨੇ ਆ ਤੇ ਉਹਨਾਂ ਦੇ ਨਾਲ ਉਹਨਾਂ ਦੀ ਕੰਪਾਊਂਡਿੰਗ ਕਰਨੀ ਹੈ। ਪਰ ਫਿਰ ਅਗਲਾ ਕੁਐਸਚਨ ਇਹ ਆ ਜਾਂਦਾ ਕਿ ਮੇਰੇ ਕੋਲ ਤੇ ਹਾਲੇ 10 ਲੱਖ ਇਕੱਠਾ ਹੋਇਆ, ਹਾਲੇ 5 ਲੱਖ ਇਕੱਠਾ ਹੋਇਆ, ਤੇ ਮੈਂ ਇਹਨੂੰ ਕਿੱਥੇ ਇਨਵੈਸਟ ਕਰਾਂ? ਫਿਰ ਕਿਹੜੀ ਸਿਟੀ ਦੇ ਵਿੱਚ ਇਨਵੈਸਟ ਕਰਾਂ? ਇਹ ਵੀ ਕਲੈਰਿਟੀ ਨਹੀਂ ਹੋ ਪਾਉਂਦੀ। ਤੇ ਜੇ ਫਾਈਨੈਂਸ਼ੀਅਲ ਮੈਨੇਜਮੈਂਟ ਦੀ ਗੱਲ ਕਰੀਏ ਤੇ ਫਰੈਂਕਲੀ ਸਪੀਕਿੰਗ ਸਕੂਲ ਸਿਸਟਮ ਇੰਨੇ ਕਿ ਪੂਅਰ ਹੈ ਕਿ ਸਾਨੂੰ ਸਕੂਲਾਂ ਦੇ ਵਿੱਚ ਸਿਖਾਇਆ ਹੀ ਨਹੀਂ ਜਾਂਦਾ ਕਿ ਪੈਸਾ ਮੈਨੇਜ ਕਿੱਦਾਂ ਕਰਨਾ। ਤੇ ਅੱਜ ਦੇ ਪੋਡਕਾਸਟ ਦੇ ਵਿੱਚ ਵੀ ਆਰ ਹੈਵਿੰਗ ਦਿਵਿਤ ਬਾਂਸਲ ਵਿਦ ਅਸ, ਜਿਹੜੇ ਸਾਨੂੰ ਦੱਸਣਗੇ ਕਿ ਅਸੀਂ ਆਪਣੀ ਫਾਈਨੈਂਸ਼ੀਅਲ ਮੈਨੇਜਮੈਂਟ ਦੀ ਜਰਨੀ ਕਿੱਦਾਂ ਸਟਾਰਟ ਕਰ ਸਕਦੇ, ਆਪਣੇ ਥੋੜ੍ਹੇ ਪੈਸਿਆਂ ਨੂੰ ਜ਼ਿਆਦਾ ਕੰਪਾਊਂਡਿੰਗ ਕਰਕੇ ਕਿੱਦਾਂ ਵਧਾ ਸਕਦੇ ਤੇ ਕਿਸ ਤਰ੍ਹਾਂ ਉਹਨੂੰ ਰੀਅਲ ਏਸਟੇਟ 'ਚ ਇਨਵੈਸਟ ਕਰਕੇ ਅੱਗੇ ਪ੍ਰੋਫਿਟਸ ਲੈ ਸਕਦੇ ਔਰ ਕਿਹੜੇ-ਕਿਹੜੇ ਏਰੀਆਜ਼ ਹੈ ਜਿੱਥੇ ਸਾਨੂੰ ਇਨਵੈਸਟ ਕਰਨਾ ਚਾਹੀਦਾ। ਤੇ ਜਦੋਂ ਅਸੀਂ ਰੀਅਲ ਏਸਟੇਟ ਦੀਆਂ ਵੀਡੀਓਜ਼ ਦੇਖਦੇ ਹਾਂ ਤੇ ਇੱਕ ਕੁਐਸਚਨ ਮਾਈਂਡ ਦੇ ਵਿੱਚ ਆਉਂਦਾ ਕਿ ਕਿਹੜੀ ਡਾਇਰੈਕਸ਼ਨ ਦੇ ਵਿੱਚ ਸਾਨੂੰ ਕੋਈ ਪਲਾਟ ਲੈਣਾ ਚਾਹੀਦਾ, ਬਿਕੋਜ਼ ਜ਼ਿਆਦਾਤਰ ਕੀ ਹੈ, ਇੱਕ ਜਾਂ ਦੋ ਡਾਇਰੈਕਸ਼ਨਸ ਨੂੰ ਜ਼ਿਆਦਾ ਪ੍ਰਮੋਟ ਕੀਤਾ ਜਾਂਦਾ ਤੇ ਦੂਜੇ ਪਾਸੇ ਕਿਹਾ ਜਾਂਦਾ ਕਿ ਇਸ ਡਾਇਰੈਕਸ਼ਨ 'ਚ ਜੇ ਅਸੀਂ ਕੋਈ ਪਲਾਟ ਲੈਂਦੇ ਹਾਂ ਜਾਂ ਕੋਈ ਕਮਰਸ਼ੀਅਲ ਪ੍ਰੋਪਰਟੀ ਲੈਂਦੇ ਹਾਂ, ਰੈਜ਼ੀਡੈਂਸ਼ੀਅਲ ਪ੍ਰੋਪਰਟੀ ਲੈਂਦੇ ਹਾਂ, ਤੇ ਉਹਦਾ ਕੋਈ ਮਾੜਾ ਇੰਪੈਕਟ ਹੋ ਸਕਦਾ ਫਾਈਨੈਂਸ਼ੀਅਲ ਮੈਨੇਜਮੈਂਟ ਦੇ ਉੱਤੇ ਵੀ, ਬਿਕੋਜ਼ ਉਹਦੀ ਗਰੋਥ ਇੰਨੀ ਜ਼ਿਆਦਾ ਨਹੀਂ ਹੋਏਗੀ। ਕੀ ਇਹ ਮਿਥ ਹੈ ਕਿ ਰਿਐਲਿਟੀ ਹੈ? ਇਹਦੇ ਬਾਰੇ ਵੀ ਅੱਜ ਗੱਲ ਕਰਾਂਗੇ। ਤੇ ਇੱਕ ਛੋਟਾ ਇਨਵੈਸਟਰ ਕਿੱਦਾਂ ਸ਼ੁਰੂਆਤ ਕਰ ਸਕਦਾ ਹੈ ਤੇ ਇੱਕ ਵੱਡਾ ਇਨਵੈਸਟਰ ਕਿਹੜੇ ਏਰੀਆ ਦੇ ਵਿੱਚ ਜਾ ਕੇ ਆਪਣੀ ਇਨਵੈਸਟਮੈਂਟ ਕਰੇਗਾ ਕਿ ਜ਼ਿਆਦਾ ਉਹਨੂੰ ਫਾਇਦਾ ਹੈ? ਬਿਕੋਜ਼ ਜਦੋਂ ਅਸੀਂ ਕੁਝ ਏਰੀਆਜ਼ ਦੀ ਗੱਲ ਕਰਦੇ ਹਾਂ ਉਹਨਾਂ ਦੀ ਡਿਵੈਲਪਮੈਂਟ ਵੀ ਇੱਕ ਪੁਆਇੰਟ ਤੱਕ ਹੀ ਹੋਣੀ ਹੈ। ਤੇ ਜੇ ਅੱਜ ਦੀ ਇਕਨੋਮੀ ਦੀ ਗੱਲ ਕਰੀਏ ਤੇ ਮੇਰਾ ਇੱਕ ਲੇਮੈਨ ਦੇ ਤੌਰ ਤੇ ਅੰਦਾਜ਼ਾ ਇਹ ਹੈ ਕਿ ਅਗਲੇ 5-7 ਸਾਲਾਂ ਤੱਕ ਤੇ ਪ੍ਰੋਪਰਟੀ ਬੂਮ ਕਰ ਸਕਦੀ ਹੈ, ਬਟ ਉਸ ਤੋਂ ਬਾਅਦ ਹੋ ਸਕਦਾ ਇੱਕ ਸੈਚੂਰੇਸ਼ਨ ਪੁਆਇੰਟ ਆ ਜਾਏ। ਕਈ ਏਰੀਆਜ਼ ਇੱਦਾਂ ਦੇ ਹੋ ਜਾਣ ਕਿ ਜਿਹਦੇ 'ਚ ਅਸੀਂ ਪ੍ਰੋਪਰਟੀ ਜੇ ਲਵਾਂਗੇ ਤੇ ਉਸ ਤੋਂ ਅੱਗੇ ਉਹ ਗਰੋ ਨਹੀਂ ਕਰਨਗੇ। ਸੋ ਕਿਹੜੇ ਏਰੀਆਜ਼ ਦੇ ਵਿੱਚ ਪ੍ਰੋਪਰਟੀ ਲੈਣੀ ਚਾਹੀਦੀ ਹੈ, ਕਿੰਨਾ ਕੁ ਇਨਵੈਸਟ ਕਰਨਾ ਚਾਹੀਦਾ, ਕਿੰਨਾ ਕੁ ਲੋਨ ਅਸੀਂ ਲੈ ਸਕਦੇ ਹਾਂ, ਇਹਨਾਂ ਸਾਰਿਆਂ ਦੇ ਉੱਤੇ ਗੱਲ ਕਰਾਂਗੇ ਆਪਾਂ ਦਿਵਿਤ ਬਾਂਸਲ ਜੀ ਦੇ ਨਾਲ। ਵੈਲਕਮ ਦਿਵਿਤ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਥੈਂਕ ਯੂ ਸੋ ਸੋ ਹਾਊ ਆਰ ਮਚ ਯੂ? ਫॉर ਇਨਵਾਈਟਿੰਗ ਮੀ। ਆਈ ਐਮ ਆਲ ਗੁੱਡ। ਤੁਸੀਂ ਕਿਵੇਂ ਹੋ? ਆਲ ਗੁੱਡ। ਜੀ। ਸੋ ਦਿਵਿਤ, ਇੱਕ ਯੰਗ ਏਜ ਦੇ ਵਿੱਚ ਇੰਨੀ ਸਾਰੀ ਨੌਲੇਜ ਕਿੱਥੋਂ ਇਕੱਠੀ ਕੀਤੀ? ਮੈਂ ਫਸਟ ਆਫ ਆਲ ਇਹ ਜਾਣਨਾ ਚਾਹੂੰਗਾ, ਕਿਉਂਕਿ ਮੈਂ ਤੁਹਾਡੇ ਪੋਡਕਾਸਟ ਦੇਖਦਾ ਤੇ ਤੁਸੀਂ ਉਹਦੇ ਵਿੱਚ ਪੂਰਾ ਦੱਸਦੇ ਹੋ ਕਿ ਕਿੱਥੇ ਆਪਾਂ ਇਨਵੈਸਟ ਕਰਨਾ ਚਾਹੀਦਾ ਤੇ ਕਿੱਦਾਂ ਆਪਾਂ ਆਪਣੀ ਪ੍ਰੋਪਰਟੀ ਦੇ ਵਿੱਚ ਬੈਨੀਫਿਟਸ ਲੈ ਸਕਦੇ ਹਾਂ। ਤੁਸੀਂ ਪੁੱਛਿਆ ਸੀਗਾ ਕਿ ਕਿਵੇਂ ਸ਼ੁਰੂ ਕੀਤਾ ਇਹ ਜਰਨੀ। ਯੈਸ। ਰੀਅਲ ਐਸਟੇਟ ਦੀ ਗੱਲ ਕਰੀਏ ਤਾਂ ਮੀ ਪਰਸਨਲੀ ਮੈਂ ਬਹੁਤ ਪੈਸ਼ਨੇਟ ਹੈ ਰੀਅਲ ਐਸਟੇਟ ਨੂੰ ਲੈ ਕੇ, ਇਨਵੈਸਟਮੈਂਟਸ ਨੂੰ ਲੈ ਕੇ। ਐਂਡ ਬਚਪਨ ਤੋਂ ਹੀ ਰਿਸਰਚ ਦਾ ਸ਼ੌਂਕ ਸੀਗਾ ਅਤੇ ਇਨਵੈਸਟਮੈਂਟ ਦਾ ਸ਼ੌਂਕ ਸੀਗਾ। ਫੈਮਲੀਜ਼ ਦੇਖਦੇ ਸੀਗੇ ਕਿ ਗੱਲ ਹੁੰਦੀ ਹੈ ਰੀਅਲ ਐਸਟੇਟ ਬਾਰੇ, ਇਨਵੈਸਟਮੈਂਟਸ ਬਾਰੇ, ਤਾਂ ਉਹ ਹੌਲੀ ਹੌਲੀ ਉੱਥੋਂ ਸ਼ੌਂਕ ਪਿਆ। ਅਤੇ ਜਦੋਂ ਰਿਸਰਚਸ ਪੜ੍ਹੀਆਂ, ਜਦੋਂ ਲੋਕਾਂ ਨੂੰ ਦੇਖਿਆ, ਜਦੋਂ ਪੋਡਕਾਸਟ ਸੁਣੇ, ਲੋਕਾਂ ਦੀ ਇੰਟਰਵਿਊ ਸੁਣੇ, ਤਾਂ ਹੌਲੀ ਹੌਲੀ ਉਸ ਚੀਜ਼ ਦਾ ਪਤਾ ਲੱਗਣ ਲੱਗ ਗਿਆ। ਐਂਡ ਜੋ ਲੋਕਾਂ ਨਾਲ ਗੱਲ ਕੀਤੀ, ਮਾਰਕੀਟ 'ਚ ਨਿਕਲੇ, ਤਾਂ ਉਹੀ ਚੀਜ਼ਾਂ ਹੋਰ ਕਲੈਰਿਟੀ ਨਾਲ ਪਤਾ ਲੱਗੀਆਂ
ਤੇ ਲੋਕਾਂ ਨੂੰ ਦੱਸਣ ਦਾ ਮੌਕਾ ਮਿਲਿਆ। ਠੀਕ ਹੈ। ਜੀ। ਤੇ ਕੋਈ ਫੈਮਿਲੀ ਬੈਕਗਰਾਉਂਡ ਵੀ ਸੀਗੀ ਇਸ ਬਿਜ਼ਨਸ ਦੇ ਵਿੱਚ? ਮੇਰੇ ਐਕਚੁਅਲੀ ਪਾਪਾ ਫਾਈਨੈਂਸਰ ਹੈ ਤੇ ਓਕੇ। ਉਹ ਨਾਲ ਰੀਅਲ estate ਦੇ ਵੀ ਕੰਮ ਕਰਦੇ ਆ, ਬਟ ਓਨਲੀ ਲਾਈਕ ਇਨਵੈਸਟਮੈਂਟਸ ਕਿ ਪਲਾਟਸ ਲੈ ਕੇ ਰੱਖਣੇ ਐਂਡ ਆਲ ਦੈਟ। ਤੇ ਅੱਜ ਦੀ ਡੇਟ ਦੇ ਵਿੱਚ ਹਰ ਕੋਈ ਰੀਅਲ ਏਸਟੇਟ ਦੇ ਵਿੱਚ ਬੂਮ ਦੀ ਗੱਲ ਕਰਦਾ ਹੈ ਐਂਡ ਤੁਸੀਂ ਇਹਨੂੰ ਕਿਵੇਂ ਲੈਂਦੇ ਹੋ ਔਰ ਕਿਹੜੇ ਏਰੀਆਜ਼, ਜਿੱਦਾਂ ਮੈਂ ਪਹਿਲੇ ਇੰਟਰੋਡਕਸ਼ਨ 'ਚ ਕਿਹਾ ਕਿ ਕਿਹੜੇ ਏਰੀਆਜ਼ ਜ਼ਿਆਦਾ ਸਪੈਸੀਫਿਕ ਹੈਗੇ ਕਿ ਜਦੋਂ ਅਸੀਂ ਇਨਵੈਸਟ ਕਰਾਂਗੇ ਤਾਂ ਉਹਦਾ ਬੈਨੀਫਿਟ ਸਾਨੂੰ ਜ਼ਿਆਦਾ ਹੋ ਸਕਦਾ? ਦੇਖੋ ਜੇ ਆਪਾਂ ਟਰਾਈ ਸਿਟੀ ਏਰੀਆ ਦੀ ਗੱਲ ਕਰੀਏ ਤਾਂ ਟਰਾਈ ਸਿਟੀ ਏਰੀਆ ਵਿੱਚ ਜੋ ਅੱਜ ਦੇ ਟਾਈਮ ਤੇ ਏਰੀਆਜ਼ ਚੱਲ ਰਹੇ ਹੈ ਜਾਂ ਮੈਂ ਕਹਾਂ ਟ੍ਰੈਂਡ ਕਰ ਰਹੇ ਆ ਜਾਂ ਮੈਂ ਕਹਾਂ ਜਿਨ੍ਹਾਂ ਦੀ ਰਿਟਰਨਸ ਵੱਧ ਨੇ, ਉਹ ਮੇਰੇ ਹਿਸਾਬ ਨਾਲ ਅੱਜ ਕੁਰਾਲੀ ਤੇ ਬਨੂਰ ਨੇ। ਓਕੇ। ਕਿਉਂਕਿ ਇਫ ਯੂ ਲੁੱਕ ਐਟ ਮੋਹਾਲੀ, ਜੇ ਆਪਾਂ ਮੋਹਾਲੀ ਏਰੀਆ ਨੂੰ ਦੇਖੀਏ ਤਾਂ ਉੱਥੇ ਇੱਕ ਪੋਟੈਂਸ਼ੀਅਲ ਸੈਚੁਰੇਸ਼ਨ ਆ ਚੁੱਕੀ ਹੈ। ਹੂੰ। ਉਹ ਇੱਕ ਸਪੈਸੀਫਿਕ ਰੇਟ ਪੁਆਇੰਟ ਤੇ ਪਹੁੰਚ ਚੁੱਕਿਆ ਹੈ, ਜਿਸ ਤੋਂ ਬਾਅਦ ਉਹ ਅਨਅਫੋਰਡੇਬਲ ਕੈਟਾਗਰੀ 'ਚ ਆ ਗਿਆ ਹੈ। ਮੋਹਾਲੀ 'ਚ ਹੁਣ 90% ਬਾਇਰਸ ਪਲਾਟ ਨਹੀਂ ਲੈ ਸਕਦੇ, ਲੈਂਡ ਨਹੀਂ ਲੈ ਸਕਦੇ ਕਿਉਂਕਿ ਅਨਅਫੋਰਡੇਬਲ ਹੋ ਚੁੱਕਿਆ ਹੈ। ਸੇਮ ਗੋਜ਼ ਫॉर ਚੰਡੀਗੜ੍ਹ, ਸੇਮ ਗੋਜ਼ ਫॉर ਪੰਚਕੂਲਾ, ਸੇਮ ਗੋਜ਼ ਫॉर ਨਿਊ ਚੰਡੀਗੜ੍ਹ। ਇਹ ਚਾਰੋਂ ਪੰਜੋ ਏਰੀਆਜ਼ ਅਨਅਫੋਰਡੇਬਲ ਹੋ ਚੁੱਕੇ ਨੇ ਠੀਕ ਤੇ ਹੈ। ਜਿਹੜਾ ਮੇਨ ਸੈਂਟਰ ਪੁਆਇੰਟ ਅੱਜ ਟਰਾਈ ਸਿਟੀ ਦਾ ਹੈ, ਉਹ ਚੰਡੀਗੜ੍ਹ ਤੇ ਮੋਹਾਲੀ ਦਾ ਆਈਟੀ ਏਰੀਆ ਹੈ, ਜਿੱਥੇ ਜੌਬਸ ਆਉਂਦੀਆਂ ਨੇ, ਜਿੱਥੇ ਲੋਕ ਹਾਂਜੀ। ਘੁੰਮਣ ਆਉਂਦੇ, ਟੂਰਿਜ਼ਮ ਆਉਂਦਾ ਹੈ। ਤੇ ਆਈਟੀ ਏਰੀਆ 'ਚ ਕੰਮ ਕਰਨ ਵਾਲੇ ਜੋ ਲੋਕ ਨੇ, ਉਹਨਾਂ ਨੂੰ ਆਬਵੀਅਸਲੀ ਰਹਿਣ ਲਈ ਤੇ ਕਮਰਸ਼ੀਅਲਾਈਜ਼ ਕਰਨ ਲਈ ਕੋਈ ਜਗ੍ਹਾ ਚਾਹੀਦੀ ਹੈ। ਜੇ ਮੋਹਾਲੀ 'ਚੋਂ ਨਹੀਂ ਅਫੋਰਡ ਕਰ ਪਾ ਰਹੇ, ਚੰਡੀਗੜ੍ਹ 'ਚ ਨਹੀਂ ਅਫੋਰਡ ਕਰ ਪਾ ਰਹੇ, ਨਿਊ ਚੰਡੀਗੜ੍ਹ 'ਚ ਨਹੀਂ ਅਫੋਰਡ ਕਰ ਪਾ ਰਹੇ, ਤਾਂ ਨੈਕਸਟ ਬੈਲਟ ਉਹਨਾਂ ਕੋਲ ਕੁਰਾਲੀ ਬਚਦੀ ਹੈ ਤੇ ਬਨੂੜ ਬਚਦੀ ਹੈ। ਤਾਂ ਠੀਕ ਹੈ। ਐਟ ਦਿਸ ਪੁਆਇੰਟ ਆਫ ਟਾਈਮ ਜੇ ਆਪਾਂ ਗੱਲ ਕਰੀਏ ਤਾਂ ਟਰਾਈ ਸਿਟੀ ਵਿੱਚ ਜਿੱਥੇ ਬਾਇਰਸ ਜ਼ਿਆਦਾ ਨੇ, ਜਿੱਥੇ ਡਿਮਾਂਡ ਜ਼ਿਆਦਾ ਹੈ, ਜਿੱਥੇ ਰੇਟਸ ਵੱਧ ਰਹੇ ਨੇ, ਉਹ ਏਰੀਆ ਕੁਰਾਲੀ ਤੇ ਬਨੂੜ ਹੈ। ਓਕੇ, ਜਿੱਦਾਂ ਇੰਡੀਆ ਇਕਨੋਮਿਕ ਕ੍ਰਾਈਸਿਸ 'ਚੋਂ ਵੀ ਲੰਘ ਰਿਹਾ ਜੀ, ਐਂਡ ਇਫ ਵੀ ਟਾਕ ਅਬਾਊਟ ਪ੍ਰੋਪਰਟੀ, ਜੀ। ਸਸਟੇਨੇਬਲ ਗਰੋਥ ਤਾਂ ਹੈ ਬਟ ਜਿੱਦਾਂ ਦੁਬਈ ਦੇ ਵਿੱਚ ਕਿਹਾ ਜਾਂਦਾ ਕਿ ਕਈ ਵੀਡੀਓਜ਼ ਤਾਂ ਬਹੁਤ ਆਉਂਦੀਆਂ ਬਟ ਐਟ ਦ ਸੇਮ ਟਾਈਮ ਮੰਨਿਆ ਜਾਂਦਾ ਕਿ ਇਟਸ ਜਸਟ ਲਾਈਕ ਅ ਬਬਲ ਜੋ ਕਿਸੇ ਵੀ ਲਈ ਵੀ ਬਰਸਟ ਹੋ ਸਕਦਾ ਹੈ। ਤੇ ਇੰਡੀਆ 'ਚ ਵੀ ਇਹ ਸਿਚੁਏਸ਼ਨ ਹੋ ਸਕਦੀ ਹੈ ਜਾਂ ਪੰਜਾਬ 'ਚ? ਮੇਰੇ ਹਿਸਾਬ ਨਾਲ ਤਾਂ ਪੰਜਾਬ ਦਾ ਸਿਨੈਰੀਓ ਦੁਬਈ ਤੋਂ ਬਹੁਤ ਅਲੱਗ ਹੈ। ਜੇ ਮੈਂ ਪੰਜਾਬ ਦੀ ਵੀ ਗੱਲ ਕਰਾਂ ਤਾਂ ਜੋ ਬੇਸਿਕ ਆਈਡੀਆ ਹੈ ਪ੍ਰੋਪਰਟੀ ਗਰੋਥ ਦਾ ਪੰਜਾਬ 'ਚ, ਉਹ ਆਉਂਦਾ ਹੈ ਇਨਫਰਾਸਟ੍ਰਕਚਰ ਤੋਂ। ਇਨਫਰਾਸਟ੍ਰਕਚਰ ਕ੍ਰੀਏਟਸ ਵੈਲਿਊ, ਇੱਕ ਬਹੁਤ ਸਿੰਪਲ ਮੋਟਿਵ ਹੈ ਇਨਫਰਾਸਟ੍ਰਕਚਰ ਕ੍ਰੀਏਟਸ ਵੈਲਿਊ, ਕਿ ਜਿੱਥੇ ਵੀ ਕੋਈ ਰੋਡ ਆਈ, ਕੋਈ ਲੈਂਡਮਾਰਕ ਆਇਆ, ਕੋਈ ਇੰਸਟੀਟਿਊਟ ਆਇਆ, ਕਿਸੇ ਵੀ ਤਰ੍ਹਾਂ ਦੀ ਕੋਈ ਬਿਲਡਿੰਗ ਆਈ, ਜਿੱਥੇ ਲੋਕ ਆਉਣਾ ਚਾਹੁੰਦੇ ਆ, ਜਿੱਥੇ ਟ੍ਰੈਫਿਕ ਆਊਗਾ, ਉਹਦੇ ਨਾਲ ਥੋੜੇ ਪ੍ਰੋਪਰਟੀ ਰੇਟਸ ਵੱਧਦੇ ਆ। ਜੇ ਅੱਜ ਆਪਾਂ ਕਿਸੇ ਵੀ ਦੀ ਗੱਲ ਕਰੀਏ, ਆਪਾਂ ਮੋਹਾਲੀ ਦੀ ਗੱਲ ਕਰ ਲਈਏ, ਜਲੰਧਰ ਦੀ ਗੱਲ ਕਰੀਏ, ਕਿਸੇ ਵੀ ਜਗ੍ਹਾ ਦੀ ਗੱਲ ਕਰ ਲਈਏ, ਤਾਂ ਜਿੱਥੇ ਪ੍ਰੋਪਰਟੀ ਰੇਟਸ ਵੱਧ ਰਹੇ ਹੈ, ਉਹ ਇੱਕ ਰੀਜ਼ਨ ਕਰਕੇ ਵੱਧ ਰਿਹਾ ਹੈ। ਜੇ ਆਪਣੇ ਕੋਲ ਰੀਜ਼ਨ ਹੈ, ਉਹ ਰੀਜ਼ਨ ਚਾਹੇ ਰੋਡ ਹੋਵੇ, ਚਾਹੇ ਇੰਸਟੀਟਿਊਟ ਹੋਵੇ, ਚਾਹੇ ਕੋਈ ਮਾਲ ਹੋਵੇ, ਜੇ ਉਹ ਰੀਜ਼ਨ ਹੈ ਰੇਟ ਬੂਮ ਦੇ ਪਿੱਛੇ ਜਾਂ ਪ੍ਰੋਪਰਟੀ ਵਧਣ ਦੇ ਪਿੱਛੇ, ਤਾਂ ਉਹ ਪ੍ਰੋਪਰਟੀ ਜੈਨੂਇਨਲੀ ਵੱਧਦੀ ਹੈ। ਠੀਕ ਹੈ। ਜੇ ਵਿਦਆਊਟ ਰੀਜ਼ਨ ਪ੍ਰੋਪਰਟੀ ਵੱਧ ਰਹੀ ਹੈ, ਬਿਨਾਂ ਕਿਸੇ ਕਾਰਨ ਤੋਂ ਰੇਟਸ ਵੱਧ ਰਹੇ ਨੇ, ਤਾਂ ਸ਼ਾਇਦ ਉਹ ਬੱਬਲ ਦੀ ਤਰਫ ਮਤਲਬ ਇਸ਼ਾਰਾ ਨਾਲ ਆਲੇ ਕਰਦਾ ਹੈ। ਦੁਆਲੇ ਕੋਈ ਏਦਾਂ ਦੀਆਂ ਇੰਡਸਟਰੀਜ਼ ਨਹੀਂ ਡਿਵੈਲਪ ਹੋ ਰਹੀਆਂ ਜਿਨ੍ਹਾਂ ਦੇ ਵਿੱਚ ਕੋਈ ਜੌਬਸ ਜਨਰੇਟ ਹੋਣ ਤੇ ਉਸ ਏਰੀਆ ਦੇ ਵਿੱਚ ਪ੍ਰੋਬਲਮ ਆ ਸਕਦੀ ਹੈ। ਇੰਡਸਟਰੀਜ਼ ਹੋ ਸਕਦੀਆਂ, ਕਮਰਸ਼ੀਅਲਸ ਹੋ ਸਕਦੇ ਆ, ਕੋਈ ਮਾਲ ਆ ਗਿਆ, ਉਹਦੇ ਨਾਲ ਵੀ ਰੇਟਸ ਬਹੁਤ ਜਲਦੀ ਵੱਧ ਜਾਂਦੇ ਆ। ਕੋਈ ਨਵੀਂ ਰੋਡ ਆ ਗਈ, ਜਿਵੇਂ ਐਗਜ਼ਾਮਪਲ ਬਹੁਤ ਵੱਡਾ ਹੁਣ ਅੱਜ ਦੇ ਟਾਈਮ ਤੇ ਭਾਰਤਮਾਲਾ ਰੋਡ ਦਾ, ਕੁਰਾਲੀ ਬਾਈਪਾਸ ਆਇਆ, ਬਿਲਕੁਲ, ਤਾਂ ਕੁਰਾਲੀ ਦੇ ਰੇਟਸ ਕਿੰਨੇ ਵੱਧ ਗਏ। ਬਿਲਕੁਲ। ਆਈਟੀ ਸਿਟੀ ਤੋਂ ਕੁਰਾਲੀ ਸਿਰਫ 15 ਮਿੰਟ 'ਚ ਬੰਦਾ ਪਹੁੰਚ ਸਕਦਾ ਹੈ, ਤਾਂ ਉਹਦੇ ਨਾਲ ਕਿੰਨਾ ਬੂਮ ਆਇਆ ਕੁਰਾਲੀ 'ਚ। ਹਾਂਜੀ। ਤਾਂ ਸਭ ਤੋਂ ਪ੍ਰਾਈਮ ਐਗਜ਼ਾਮਪਲ ਇਹ ਹੈ। ਉਹ ਤੋਂ ਵੱਡਾ ਐਗਜ਼ਾਮਪਲ 에ਅਰਪੋਰਟ ਰੋਡ ਦਾ ਹੈ। 에ਅਰਪੋਰਟ ਰੋਡ ਤੋਂ ਪਹਿਲਾਂ ਮੋਹਾਲੀ ਕੁਝ ਵੀ ਨਹੀਂ ਸੀਗਾ। 에ਅਰਪੋਰਟ ਰੋਡ ਆਉਣ ਤੋਂ ਬਾਅਦ ਮੋਹਾਲੀ ਦੀ ਰੇਟਸ 5-6 ਗੁਣਾ ਵੱਧ ਚੁੱਕੇ ਨੇ। ਹਾਂਜੀ। ਤਾਂ ਜਦੋਂ ਜਦੋਂ ਕੋਈ ਰੋਡ ਆ ਜਾਏ, ਕੋਈ ਕਮਰਸ਼ੀਅਲ ਆ ਜਾਏ, ਕੋਈ ਇੰਡਸਟਰੀ ਆ ਜਾਏ, ਕੋਈ ਆਈਟੀ ਸੈਕਟਰ ਆ ਜਾਏ, ਕੋਈ ਵੀ ਇਹੋ ਜਿਹੀ ਜਗ੍ਹਾ ਆ ਜਾਏ ਜਿੱਥੇ ਲੋਕ ਜਾਣਾ ਚਾਹੁੰਦੇ ਹੈ, ਜਿੱਥੇ ਲੋਕ ਜਾਣਗੇ ਤਾਂ ਉੱਥੇ ਰੇਟਸ ਵਧਣੇ ਹੀ ਵਧਣੇ ਆ। ਤੇ ਅੱਛਾ, ਇੱਕ ਨਾ ਸਪੈਕੂਲੇਟਿਵ ਬਾਇੰਗ ਬਹੁਤ ਹੁੰਦੀ ਹੈ, ਜਿਸ ਤਰ੍ਹਾਂ ਹੂੰ, ਆਪਾਂ ਗੁੜਗਾਉਂ ਦੀ ਗੱਲ ਕਰੀਏ, ਈਵਨ ਮੋਹਾਲੀ ਦੀ ਗੱਲ ਕਰੀਏ ਐਂਡ ਜੇ ਮੈਂ ਜਲੰਧਰ ਕੁਛ ਏਰੀਆਜ਼ ਦੀ ਗੱਲ ਕਰਾਂ ਜਿੱਦਾਂ ਛਾਟਫੁੱਟੀ ਰੋਡ ਆ, ਹੂੰ, ਹੂੰ, ਅਸੀਂ ਉੱਥੇ ਸਪੈਕੂਲੇਟਿਵ ਬਾਇੰਗ ਮਤਲਬ ਆਡੀਅנס ਦੇ ਲਈ ਕਲੈਰਿਟੀ ਦੇ ਲਈ ਸਪੈਕੂਲੇਟਿਵ ਬਾਇੰਗ ਇਜ਼ ਕਿ ਅਸੀਂ ਜਦੋਂ ਕੋਈ ਵੀ ਪ੍ਰੋਪਰਟੀ ਲੈ ਰਹੇ ਹਾਂ ਤੇ ਸਾਡੇ ਮਾਈਂਡ ਦੇ ਵਿੱਚ ਇੱਕ ਇੱਛਾ ਹੁੰਦੀ ਹੈ ਕਿ ਇਹ ਇੱਕ ਪਾਰਟਿਕੂਲਰ ਗੇਨ ਸਾਨੂੰ ਦਏਗਾ। ਸੋ ਦੈਟ ਇਜ਼ ਸਪੈਕੂਲੇਟਿਵ ਬਾਇੰਗ। ਤੇ ਜਦੋਂ ਅਸੀਂ ਇਹਨਾਂ ਚੀਜ਼ਾਂ ਦੀ ਗੱਲ ਕਰਦੇ, ਇਹ ਹੈਲਦੀ ਸਾਈਨ ਹੈ ਬਿਕੋਜ਼ 65 to 70% ਪ੍ਰੋਪਰਟੀਜ਼ ਜਿਹੜੇ ਇੰਨੇ ਏਰੀਆਜ਼ ਦੇ ਵਿੱਚ ਲਈ ਜਾ ਰਹੀਆਂ, ਉਹ ਉਹਨਾਂ ਲੋਕਾਂ ਵੱਲੋਂ ਲਈ ਜਾ ਰਹੀ ਜਿਹੜੇ ਸਿਰਫ ਇਨਵੈਸਟ ਕਰ ਰਹੇ ਆ ਹੂੰ, ਤੇ ਕੁਛ ਰੈਂਟ ਉਹਦੇ ਤੋਂ ਲੈਣਾ ਚਾਹੁੰਦੇ ਆ ਜਾਂ ਅਗੇਨ ਉਹ ਪ੍ਰੋਪਰਟੀ ਦੀ ਜਦੋਂ ਰੇਟ ਵਧਣਗੇ ਤਾਂ ਉਹਦੇ 'ਚ ਕੁਛ ਗੇਨਿੰਗ ਲੈਣਾ ਚਾਹੁੰਦੇ ਆ। ਜੀ। ਬਟ ਇਹ ਅਗੇਨ ਹੈਲਦੀ ਸਾਈਨ ਹੈ ਜਾਂ ਤੁਹਾਨੂੰ ਲੱਗਦਾ ਕਿ ਅੱਗੇ ਕਿਤੇ ਜਾ ਕੇ ਮਾਰਕੀਟ ਦੇ ਲਈ ਇਹ ਖਤਰਾ ਬਣੂਗਾ? ਦੇਖੋ ਰੀਅਲ ਏਸਟੇਟ ਮਾਰਕੀਟਸ ਨਾ, ਜਦੋਂ ਐਂਡ ਯੂਜ਼ਰਸ, ਜੋ ਲੋਕ ਉੱਥੇ ਰਹਿਣਾ ਚਾਹੁੰਦੇ ਹੈ, ਜੋ ਲੋਕ ਉੱਥੇ ਕੰਮ ਕਰਨਾ ਚਾਹੁੰਦੇ ਹੈ, ਜਦੋਂ ਉਹਨਾਂ ਦੀ ਰੇਸ਼ੋ ਘਟਣ ਲੱਗ ਜਾਂਦੀ ਹੈ, ਤਾਂ ਇੱਕ ਬਹੁਤ ਹੂੰ, ਅਨਹੈਲਦੀ ਸਾਈਨ ਹੁੰਦਾ ਹੈ। ਹੂੰ। ਜਦੋਂ ਇੱਕ ਮਾਰਕੀਟ ਵਿੱਚ ਇਨਵੈਸਟਰਸ ਦੀ ਰੇਸ਼ੋ ਐਂਡ ਯੂਜ਼ਰਸ ਤੋਂ ਵੱਧ ਜੇ, ਤਾਂ ਬਹੁਤ ਨੈਗੇਟਿਵ ਸਾਈਨ ਹੈ। ਓਕੇ। ਜੇ ਆਪਾਂ ਵੱਡੀ ਮਾਰਕੀਟਸ ਦੀ ਗੱਲ ਵੀ ਕਰੀਏ, ਜੇ ਆਪਾਂ 에ਅਰਪੋਰਟ ਰੋਡ ਦੀ ਗੱਲ ਕਰੀਏ, ਤੁਸੀਂ ਜਲੰਧਰ ਦੀ ਗੱਲ ਕੀਤੀ, ਹਾਂਜੀ। ਤਾਂ ਉਹਨਾਂ ਏਰੀਆਜ਼ ਵਿੱਚ ਜੇ ਇਨਵੈਸਟਰਸ ਐਂਡ ਯੂਜ਼ਰਸ ਤੋਂ ਵੱਧ ਆ ਰਹੇ ਹੈ, ਤਾਂ ਉਹ ਇੱਕ ਤਰੀਕੇ ਨਾਲ ਇੱਕ ਬੱਬਲ ਦੀ ਤਰਫ ਇਸ਼ਾਰਾ ਕਰਦਾ ਹੈ ਹੂੰ, ਕਿ ਵੀ ਹਾਂ ਉੱਥੇ ਇਨਵੈਸਟਰਸ ਆ ਰਹੇ ਆ, ਬਟ ਉੱਥੇ ਐਂਡ ਯੂਜ਼ਰਸ ਨਹੀਂ ਹੈਗੇ। ਜੋ ਲੋਕ ਉੱਥੇ ਅਸਲ 'ਚ ਕੰਮ ਕਰਨਾ ਚਾਹੁੰਦੇ ਆ, ਰਹਿਣਾ ਚਾਹੁੰਦੇ ਆ, ਉਹ ਲੋਕਾਂ ਦੀ ਜਿਹੜੀ
ਸੰਖਿਆ ਬਹੁਤ ਘੱਟ ਹੈ। ਬਹੁਤ ਘੱਟ ਹੈ। ਕਿਉਂਕਿ ਆਬਵੀਅਸ ਜੀ ਗੱਲ ਹੈ, ਜੇ ਆਪਾਂ ਦੇਖੀਏ ਕਿ ਮੁਹਾਲੀ 'ਚ ਅੱਜ ਦੇ ਟਾਈਮ ਤੇ ਜੇ ਆਪਾਂ ਕੋਈ ਵੀ ਚੀਜ਼ ਖਰੀਦਣੀ ਵੀ ਹੋਵੇ ਤਾਂ 2-3 ਕਰੋੜ ਤੋਂ ਘੱਟ ਕੁਛ ਨਹੀਂ ਮਿਲਦਾ। ਹੂੰ, ਤੇ 2-3 ਕਰੋੜ ਦੇ ਜਿਹੜੀ ਖਰੀਦਣ ਵਾਲੇ ਲੋਕ ਨੇ, ਉਹਨਾਂ ਦੀ ਵੈਲਿਊ ਪੱਲੀ ਬਹੁਤ ਘੱਟ ਹੈ। ਉਹ ਬਹੁਤ ਬਿਲਕੁਲ। ਘੱਟ ਲੋਕ ਹੁੰਦੇ ਜੋ ਕੁਛ ਖਰੀਦ ਪਾਉਂਦੇ ਆ। ਹਾਂਜੀ। ਬਿਜ਼ਨਸਮੈਨ ਹੋਣਗੇ, ਪ੍ਰੋਫੈਸ਼ਨਲਜ਼ ਹੋਣਗੇ, ਐਚਐਨਆਈਜ਼ ਹੂੰ, ਹੋਣਗੇ ਜੋ ਖਰੀਦ ਪਾਣਗੇ, ਤੇ ਉਹ ਬਿਲਕੁਲ। ਪੱਲੇ ਹੀ ਇੰਨੇ ਘੱਟ ਨੇ ਤੇ ਉੱਤੋਂ ਦੀ ਇੰਨੀ ਜ਼ਿਆਦਾ ਉੱਥੇ ਸਪਲਾਈ ਲਿਆਤੀ ਜਾ ਰਹੀ ਹੈ, ਇੰਨੇ ਸਾਰੇ ਫਲੈਟਸ ਬਣ ਰਹੇ, ਸਭ ਕੁਝ ਬਣ ਰਿਹਾ ਹੈ, ਤੇ ਜੇ ਉਹ ਸਟੇਬਲ ਨਾ ਰਿਹਾ, ਜੇ ਐਂਡ ਯੂਜ਼ਰਸ ਨਾ ਆਏ ਤਾਂ ਆਬਵੀਅਸਲੀ ਬਹੁਤ ਅਨਹੈਲਦੀ ਸਾਈਨ ਹੈ ਮਾਰਕੀਟ ਲਈ। ਹੋਰ ਕਿਹੜੇ ਸਿਗਨਲ ਦੇਖੇ ਜਾ ਸਕਦੇ ਜਦੋਂ ਅਸੀਂ ਪ੍ਰੋਪਰਟੀ 'ਚ ਇਨਵੈਸਟ ਕਰਨਾ ਹੈ, ਹੂੰ। ਕਿ ਇਹ ਬਬਲ ਬਣੂਗਾ ਜਾਂ ਨਹੀਂ? ਸਭ ਤੋਂ ਪਹਿਲਾਂ ਤਾਂ ਉਹੀ ਕਿ ਉੱਥੇ ਅਸਲ 'ਚ ਤੁਹਾਡੇ ਆਸ-ਪਾਸ ਕੋਈ ਲੋਕ ਰਹਿ ਵੀ ਰਹੇ ਆ ਕਿ ਨਹੀਂ ਰਹਿ ਰਹੇ। ਸਿਰਫ ਇਨਵੈਸਟਰਸ ਨੇ ਕਿ ਐਂਡ ਯੂਜ਼ਰਸ ਵੀ ਆ ਉਸ ਮਾਰਕੀਟ 'ਚ, ਸਭ ਤੋਂ ਪਹਿਲਾਂ ਤਾਂ ਦੇਖਣਾ ਹੈ। ਉਸ ਤੋਂ ਬਾਅਦ ਤੁਸੀਂ ਜੇ ਕਮਰਸ਼ੀਅਲ ਪ੍ਰੋਪਰਟੀ ਲੈ ਰਹੇ ਹੋ ਕੋਈ, ਤਾਂ ਕਮਰਸ਼ੀਅਲ ਪ੍ਰੋਪਰਟੀ 'ਚ ਤੁਸੀਂ ਪਾਰਕਿੰਗ ਲੋਟ ਨੂੰ ਦੇਖਣਾ ਹੈ, ਕਿ ਪਾਰਕਿੰਗ ਲੋਟ 'ਚ ਓਕੇ। ਗੱਡੀਆਂ ਖੜੀਆਂ ਨੇ ਕਿ ਨਹੀਂ ਖੜੀਆਂ, ਤੇ ਗੱਡੀਆਂ ਖੜੀਆਂ ਨੇ ਤੇ ਕਿਹੜੀਆਂ ਖੜੀਆਂ ਨੇ। ਹੂੰ, ਐਸਯੂਵੀਜ਼ ਨੇ, ਹੈਚਬੈਕਸ ਨੇ, ਲਗਜ਼ਰੀ ਕਾਰਸ ਨੇ, ਟੂ ਵੀਲਰਸ ਹੈ। ਇਸ ਚੀਜ਼ ਨਾਲ ਤੁਹਾਨੂੰ ਲੱਗੂ ਪਤਾ ਕਿ ਜੋ ਮਾਰਕੀਟ ਤੁਸੀਂ ਇਨਵੈਸਟ ਕਰ ਰਹੇ ਹੋ, ਜੋ ਮਾਰਕੀਟ ਤੁਸੀਂ ਦੁਕਾਨ ਲੈ ਰਹੇ ਹੋ, ਤਾਂ ਉਹ ਮਾਰਕੀਟ ਚੱਲ ਰਹੀ ਹੈ ਕਿ ਨਹੀਂ ਚੱਲ ਰਹੀ। ਜੇ ਚੱਲ ਰਹੀ ਹੈ ਤਾਂ ਕਿਹੋ ਜਿਹੇ ਲੋਕ ਉਸ ਮਾਰਕੀਟ 'ਚ ਆ ਰਹੇ ਹੈ। ਓਕੇ। ਤਾਂ ਤੁਹਾਡੇ ਕਸਟਮਰ ਨੂੰ ਡਿਫਾਈਨ ਕਰਨ ਲਈ ਬਹੁਤ ਵਧੀਆ ਪੁਆਇੰਟ ਹੈ ਇਹ। ਮਤਲਬ ਜੇ ਕੋਈ ਟੂ ਵੀਲਰਸ ਵਗੈਰਾ ਤੋਂ ਆ ਰਿਹਾ ਤਾਂ ਉਹ ਅਫੋਰਡੇਬਲ ਚੀਜ਼ਾਂ ਭਾਲਣਗੇ, ਓਬਵੀਅਸਲੀ ਤੇ ਹਾਂਜੀ। ਜੇ ਕੋਈ ਉਨੀ ਵੱਡੀ ਗੱਡੀ 'ਚ ਆ ਰਿਹਾ ਤਾਂ ਹਾਂ, ਉਸ ਏਰੀਆ ਦੇ ਵਿੱਚ ਉਹ ਲਗਜ਼ਰੀ ਜੀ, ਚੀਜ਼ਾਂ ਜ਼ਿਆਦਾ ਚੱਲਣਗੀਆਂ ਨਾ। ਜੀ, ਜੀ। ਬਟ ਜਦੋਂ ਅਸੀਂ ਹੁਣ ਇਹਦੀ ਵੀ ਗੱਲ ਕਰਦੇ ਹਾਂ ਰੈਜ਼ੀਡੈਂਸ਼ੀਅਲ ਪਲਾਟਸ ਦੀ, ਜਾਂ ਰੈਜ਼ੀਡੈਂਸ਼ੀਅਲ ਏਰੀਆਜ਼ ਦੀ, ਜਾਂ ਕਮਰਸ਼ੀਅਲ ਏਰੀਆਜ਼ ਦੇ ਵਿੱਚ ਵੀ, ਉਹਦੇ ਵਿੱਚ ਕੀ ਹੈ ਕਿ ਲੋਕੀ ਅੱਜ ਦੀ ਡੇਟ ਦੇ ਵਿੱਚ ਅਫੋਰਡੇਬਲ ਹੋਮਸ ਪ੍ਰੈਫਰ ਹੀ ਨਹੀਂ ਕਰ ਰਹੇ, ਹੂੰ, ਲਗਜ਼ਰੀ ਵੱਲ ਜ਼ਿਆਦਾ ਜਾ ਰਹੇ ਆ। ਅਗੇਨ ਜੇ ਆਪਾਂ ਕਿਸੇ ਰੀਅਲ ਐਸਟੇਟ ਦੀ ਵੀਡੀਓ ਵੀ ਦੇਖਦੇ ਹਾਂ, ਜੀ, ਜੀ, ਠੀਕ ਜੀ। ਹੈ, ਹੁਣ ਮੈਂ ਜਿੱਦਾਂ ਜਲੰਧਰ ਦੀ ਹੀ ਗੱਲ ਕਰਾਂ ਕਿ ਮੰਨ ਲਓ ਕੋਈ ਮੈਂ 5 ਮਰਲੇ ਦੀ ਵੀ ਕੋਠੀ ਵੀ ਦੇਖ ਰਿਹਾ, ਲਗਜ਼ਰੀਅਸ ਸਟਾਈਲ ਦੇ ਨਾਲ ਬਣੀ ਹੈ, ਤੇ ਉਹਦਾ ਰੇਟ ਵੀ ਜਿਹੜਾ ਪਹਿਲੇ ਨਾਲੋਂ 3 ਗੁਣਾ ਹੋਏਗਾ, ਹੂੰ, ਮਤਲਬ 1 ਕਰੋੜ ਤੋਂ ਉੱਪਰ ਹੀ ਹੋਏਗਾ ਜੀ, ਉਹ। ਜੀ, ਤੇ ਜਦ ਕਿ ਅੱਜ ਤੋਂ ਤੁਸੀਂ 10 ਸਾਲ ਪਹਿਲੇ ਨਹੀਂ ਸੀ ਸੋਚ ਸਕਦੇ ਕਿ ਇਹ ਜਿਹੜੀ 5 ਮਰਲੇ ਦੀ ਕੋਠੀ ਵੀ ਉਹ ਵੀ ਇੰਨੇ ਲਗਜ਼ਰੀਅਸ ਤਰੀਕੇ ਨਾਲ ਤਿਆਰ ਕੀਤੀ ਜਾਏਗੀ ਤੇ ਉਹਦਾ ਰੇਟ ਵੀ ਕਰੋੜਾਂ 'ਚ ਹੋਏਗਾ, ਜੀ। ਹਨਾ? ਤੇ ਤੇ ਇਹ ਚੇਂਜ ਜਿਹੜਾ ਇਹ ਕਿਸ ਤਰ੍ਹਾਂ ਆ ਰਿਹਾ? ਇਹ ਚੇਂਜ ਨਾ ਇਹਦੇ ਐਕਚੁਅਲੀ ਰੀਜ਼ਨ ਕੀ ਹੋ ਸਕਦਾ ਪਿੱਛੇ? ਇਹ ਬਹੁਤ ਨੈਚੁਰਲ ਚੇਂਜ ਹੈ। ਹੂੰ, ਕਿਉਂਕਿ ਜਦੋਂ ਐਜ਼ ਅ ਡਿਵੈਲਪਰ, ਜਦੋਂ ਐਜ਼ ਅ ਬਿਲਡਰ ਆਪਾਂ ਕੋਈ ਚੀਜ਼ ਬਣਾਉਂਦੇ ਹਾਂ, ਤਾਂ ਆਪਾਂ ਚਾਹੁੰਦੇ ਹਾਂ ਕਿ ਉਹ ਆਪਦੀ ਮੈਕਸਿਮਮ ਪੋਟੈਂਸ਼ੀਅਲ ਤੱਕ ਵਿਕੇ। ਓਬਵੀਅਸਲੀ ਹੂੰ, ਗੱਲ ਹੈ, ਤੁਸੀਂ ਕੋਈ ਚੀਜ਼ ਬਣਾਓਗੇ ਤਾਂ ਦੇਖੋਗੇ ਕਿ ਹਾਂ ਯਾਰ ਮੈਨੂੰ ਇੰਨਾ ਵਧੀਆ ਬਣਾਵਾਂ ਕਿ ਇਸ ਚੀਜ਼ ਤੇ ਲੋਕ ਵੀ ਦੇਖਣ ਕਿ ਹਾਂ ਕੁਝ ਬਣਿਆ ਹੈ। ਹੂੰ, ਤਾਂ ਉਸੀ ਚੀਜ਼ ਨਾਲ ਇੱਕ ਭੇਡ ਚਾਲ ਸ਼ੁਰੂ ਹੋ ਚੁੱਕੀ ਹੈ ਮੇਰੇ ਹਿਸਾਬ ਨਾਲ। ਜੇ ਹੂੰ, ਆਪਾਂ ਕਿਸੇ ਵੀ ਦੀ ਗੱਲ ਕਰੀਏ ਤਾਂ ਲਗਜ਼ਰੀ ਜਿਹੜੀ ਇੰਟੀਰੀਅਰਸ ਨੇ ਜਾਂ ਲਗਜ਼ਰੀ ਡਿਵੈਲਪਮੈਂਟਸ ਹੈ, ਉਹ ਇੱਕ ਸਾਈਨ ਬਣ ਚੁੱਕੀਆਂ ਇੱਕ ਬਿਲਡਰ ਲਈ ਕਿ ਹਾਂ, ਜਦੋਂ ਮੈਂ ਕੋਈ ਲਗਜ਼ਰੀ ਅਮੈਨਿਟੀ ਦੇ ਰਿਹਾ ਕਿਸੇ ਬੰਦੇ ਨੂੰ, ਤਾਂ ਉਹਦੇ ਨਾਲ ਮੈਂ ਪੈਸੇ ਵੱਧ ਮੰਗ ਸਕਦਾ ਹੈ, ਤੇ ਨਾਲ ਦੀ ਨਾਲ ਉਹਨੂੰ ਅਮੈਨਿਟੀ ਮਿਲੂਗੀ ਵੀ ਉਹ। ਕਿਉਂਕਿ ਅਗੇਨ ਦ ਸੇਮ ਥਿੰਗ ਇਜ਼ ਕਿ ਅੱਜ ਦੇ ਟਾਈਮ ਤੇ ਜੇ ਆਪਾਂ ਗੱਲ ਕਰੀਏ ਤਾਂ ਨਿਊਕਲੀਅਰ ਫੈਮਿਲੀਜ਼ ਹੋ ਚੁੱਕੀਆਂ ਨੇ। ਪੇਰੈਂਟਸ ਜੌਬਸ ਤੇ ਜਾਂਦੇ ਆ, ਬੱਚੇ ਘਰੇ ਇਕੱਲੇ ਹੁੰਦੇ ਆ, ਹਾਂਜੀ, ਤੇ ਅਮੈਨਿਟੀਜ਼ ਦੀ ਲੋੜ ਵੀ ਅੱਜ ਦੇ ਟਾਈਮ ਤੇ ਆਪਾਂ ਦੇਖੀਏ, ਹੂੰ, ਜੋ ਸੁਸਾਇਟੀਜ਼ ਬਣਦੀਆਂ ਨੇ, ਬਹੁਤ सी ਸੁਸਾਇਟੀਜ਼ ਦੇ ਵਿੱਚ ਸਲੂਨਸ ਹੁੰਦੇ ਆ, ਕ੍ਰਚੇਸ ਹੁੰਦੇ ਨੇ, ਬੱਚਿਆਂ ਦੇ ਖੇਡਣ ਲਈ ਡੇ ਕੇਅਰ ਸੈਂਟਰਸ ਹੁੰਦੇ ਨੇ, ਤਾਂ ਉਹ ਬਿਲਕੁਲ, ਸਭ ਕਿਉਂ ਕੰਮ ਕਰਦੇ ਆ? ਉਹ ਅਮੈਨਿਟੀਜ਼ ਕਿਉਂ ਚਾਹੀਦੇ? ਕਿਉਂਕਿ ਪੇਰੈਂਟਸ ਵਰਕਿੰਗ ਨੇ, ਘਰੇ ਕੋਈ ਬੱਚੇ ਨੂੰ ਸਾਂਭਣ ਨੂੰ ਹੈ ਨੀਗਾ, ਤੇ ਉਹ ਅਮੈਨਿਟੀਜ਼ ਦੇ ਬੇਸ ਤੇ ਹੀ ਉਹ ਲਗਜ਼ਰੀ ਆਪਾਂ ਕਹਿੰਦੇ ਆ ਨਾ ਕਿ ਇੱਕ ਲਗਜ਼ਰੀ ਸੈਗਮੈਂਟ ਬਣ ਚੁੱਕਿਆ ਹੈ। ਹੂੰ, ਜੀ, ਪਰ ਇਹ ਵਿਦ ਟਾਈਮ ਚੇਂਜ ਹੁੰਦਾ ਮੇਰੇ ਹਿਸਾਬ ਨਾਲ, ਕਿ ਟਾਈਮ ਹੀ ਅਜਿਹਾ ਹੈ। ਜੇ ਪਹਿਲਾਂ ਦੀ ਗੱਲ ਕਰੀਏ ਆਪਾਂ, ਤਾਂ ਪਹਿਲਾਂ ਪਰਿਵਾਰ ਇਕੱਠੇ ਰਹਿੰਦੇ ਹੁੰਦੇ ਸੀਗੇ, ਉਹਨਾਂ ਕੋਲ ਚਾਚੇ ਤਾਏ ਇਕੱਠੇ ਹੁੰਦੇ ਸੀਗੇ, ਤਾਂ ਹਾਂਜੀ, ਓਬਵੀਅਸਲੀ ਇਹਨਾਂ ਕੋਲ ਲੋੜ ਨਹੀਂ ਪੈਂਦੀ ਸੀ ਬੱਚੇ ਨੂੰ ਸਾਂਭਣ ਦੀ ਜਾਂ ਹੂੰ, ਕੋਈ ਅਲੱਗ ਏਰੀਆ ਦੀ। ਪਰ ਅੱਜ ਦੇ ਟਾਈਮ ਤੇ ਫੈਮਿਲੀਜ਼ ਛੋਟੀ ਹੋਣ ਕਰਕੇ ਉਹ ਚੀਜ਼ਾਂ ਦੀ ਲੋੜ ਵੀ ਪੈ ਰਹੀ ਹੈ ਅੱਜ-ਕੱਲ੍ਹ, ਹੂੰ। ਉਸ ਅਮੈਨਿਟੀਜ਼ ਦੀ ਲੋੜ ਪੈ ਰਹੀ ਹੈ। ਤਾਂ ਮੇਰੇ ਹਿਸਾਬ ਨਾਲ ਇੱਕ ਤਰ੍ਹਾਂ ਦੀ ਹੈਲਥੀ ਡਿਵੈਲਪਮੈਂਟ ਹੀ ਹੈ ਇਹ। ਜੇ ਆਪਾਂ ਇੱਕ ਡਿਵੈਲਪਡ ਨੇਸ਼ਨ ਦੀ ਤਰਫ ਜਾਣਾ ਹੈ ਤਾਂ ਆਪਾਂ ਨੂੰ ਓਬਵੀਅਸਲੀ ਲਗਜ਼ਰੀ ਵੱਲ ਜਾਣਾ ਪਊਗਾ ਜਾਂ ਉਹ ਅਮੈਨਿਟੀਜ਼ ਵੱਲ ਧਿਆਨ ਦੇਣਾ ਹੀ ਪਊਗਾ। ਮੈਨੂੰ ਲੱਗਦਾ ਇਹ ਪੋਸਟ ਕੋਵਿਡ ਵੀ ਕਿਹਾ ਜਾ ਸਕਦਾ ਹੈ, ਕਿਉਂਕਿ ਹੂੰ, ਕੋਵਿਡ ਤੋਂ ਪਹਿਲੇ ਜਿਹੜਾ ਸਿਨੈਰੀਓ ਹੋਰ ਸੀਗਾ ਓਵਰਆਲ ਹਰ ਫੀਲਡ ਦੇ ਵਿੱਚ, ਜੀ, ਜੀ। ਤੇ ਅਸੀਂ ਪੋਸਟ ਕੋਵਿਡ ਕਹਿੰਦੇ ਆ ਕਿ ਲਗਜ਼ਰੀ ਵੱਲ ਅਸੀਂ ਜ਼ਿਆਦਾ ਵੱਧ ਰਹੇ ਹਾਂ, ਤੇ ਕਿਤੇ ਨਾ ਕਿਤੇ ਲੱਗਦਾ ਹੈ ਕਿ ਇਹ ਸਾਲਾਂ ਤੱਕ ਚੱਲੇਗੀ ਜਾਂ ਇੱਕ ਜਗ੍ਹਾ ਜਾ ਕੇ ਸੈਚੂਰੇਸ਼ਨ ਪੁਆਇੰਟ ਵੀ ਆਏਗਾ? ਦੇਖੋ ਮੇਰੇ ਹਿਸਾਬ ਨਾਲ ਤਾਂ ਇਹ ਇੱਕ ਹੈਲਦੀ ਡਿਵੈਲਪਮੈਂਟ ਹੈ, ਤਾਂ ਜੇ ਸੈਚੁਰੇਸ਼ਨ ਨਾ ਹੀ ਆਵੇ ਤਾਂ ਚੰਗੀ ਗੱਲ ਹੈ ਮੇਰੇ ਹਿਸਾਬ ਨਾਲ, ਕਿਉਂਕਿ ਬਟ ਸਮਟਾਈਮਸ देयर आर पीपल हु कैन नॉट अफोर्ड दिस काइंड ऑफ लग्जरी। ਹਾਂ, ਬਟ ਅਗੇਨ ਤਾਂ ਜੋ ਐਵਰੀ ਸਿਟੀ, ਜਦੋਂ ਕੋਈ ਸਿਟੀ ਗਰੋ ਕਰਦੀ ਹੈ हुँ, ਤਾਂ ਉਹ ਇੱਕ ਰਿਪਲ ਤਰ੍ਹਾਂ ਗਰੋ ਕਰਦੀ ਹੈ। हुँ, ਰਿਪਲ ਕੀ ਹੁੰਦਾ? ਜੇ ਆਪਾਂ ਪਾਣੀ 'ਚ ਕੋਈ ਪੱਥਰ ਸਿੱਟਾਂਗੇ हुँ, ਤਾਂ ਉਹ ਆਏ ਬਾਹਰ ਨੂੰ ਛੱਲਾ ਮਾਰਦਾ ਹੈ, ਤਾਂ ਉਹ ਇੱਕ ਛੱਲ ਤਰ੍ਹਾਂ ਗਰੋ ਕਰਦੀ ਹੈ। ਜਦੋਂ ਸੈਂਟਰਲ ਸਿਟੀ ਦਾ ਕੋਰ ਡਿਵੈਲਪ ਹੋ ਗਿਆ, ਉੱਥੇ ਵੱਡੇ-ਵੱਡੇ ਲਗਜ਼ਰੀ ਅਪਾਰਟਮੈਂਟਸ ਜਾਂ ਮਹਿੰਗੀ ਚੀਜ਼ਾਂ ਬਣਨ ਲੱਗ ਗਈਆਂ, ਤਾਂ ਉਹ ਬਾਹਰ ਨੂੰ ਡਿਵੈਲਪਮੈਂਟ ਸ਼ੁਰੂ ਹੋ ਜੂਗੀ। ਤਾਂ ਇਹੋ ਜਿਹੀ ਗੱਲ ਨਹੀਂ ਕਿਸੇ ਲਈ ਕੋਈ ਅਫੋਰਡੇਬਲ ਚੀਜ਼ ਰਹਿਣੀ ਵੀ ਨਹੀਂ ਗੀ, ਬਟ ਹਾਂ ਇੱਕ ਲੈਵਲਸ ਬਣ ਜਾਣਗੇ ਉਸ ਚੀਜ਼ ਦੇ, ਜੋ ਜ਼ਰੂਰੀ ਵੀ ਹੈ ਇੱਕ ਡਿਵੈਲਪਿੰਗ ਨੇਸ਼ਨ ਲਈ। ਨਹੀਂ ਉਹ ਤਾਂ ਠੀਕ ਆ, ਪਰ ਹੁਣ ਇੱਕ ਬੰਦਾ ਜਿਹੜਾ 5 ਮਰਲੇ ਦਾ ਘਰ ਲੈਂਦਾ, ਜੀ, ਠੀਕ ਹੈ, ਦੈਟ ਜੀ। ਮੀਨਸ ਕਿ ਉਹ ਇੰਨੇ ਜ਼ਿਆਦਾ ਪੈਸੇ ਪਹਿਲਾਂ ਹੀ ਨਹੀਂ ਖਰਚ ਸਕਦਾ, ਹਾਂਜੀ, ਜੀ। ਠੀਕ ਹੈ, ਫਿਰ ਉਹਦੇ ਲਈ ਬਜਟ ਹੋਰ ਉੱਤੇ ਵੱਧ ਰਿਹਾ, ਹਾਂਜੀ। ਠੀਕ ਹੈ। ਜੇ ਮੰਨ ਲਓ ਉਹਦੇ ਕੋਲ ਜੇ ਉਹ 1.25 ਕਰੋੜ ਦਾ ਘਰ ਲੈ ਰਿਹਾ 5 ਮਰਲੇ ਦਾ, ਦੈਟ ਮੀਨਸ ਹੋ ਸਕਦਾ ਉਹਦੇ ਕੋਲ ਸੇਵਿੰਗਸ ਜਿਹੜੀਆਂ ਹੂੰ, 20-25 ਲੱਖ ਦੀਆਂ ਹੀ ਹੋਣ। ਹੂੰ। ਫਿਰ ਜਦੋਂ ਉਹਨੂੰ ਲੋਨ ਜਿਹੜਾ
1 ਕਰੋੜ ਦਾ ਤਾਂ ਪਹਿਲਾਂ ਤਾਂ ਮਿਲੇਗਾ ਹੀ ਨਹੀਂ ਮੈਨੂੰ ਲੱਗਦਾ, ਜੀ, ਜੀ, ਜੀ। ਬਿਕੋਜ਼ ਉਹਦੀ ਡਾਊਨ ਪੇਮੈਂਟ ਬਹੁਤ ਘੱਟ ਹੈ, ਫਿਰ ਹੂੰ, ਉਹਦੇ ਤੋਂ ਬਾਅਦ ਉਹਦੀ ਇਨਕਮ ਕਿੰਨੀ ਹੋਏਗੀ ਕਿ ਜਿਸ ਹੂੰ, ਹਿਸਾਬ ਨਾਲ ਉਹਦੀ ਸੇਵਿੰਗ ਹੀ ਘੱਟ ਹੈ। ਹੂੰ। ਸੋ ਉਹ ਬੰਦਾ ਕਿਸ ਤਰ੍ਹਾਂ ਇਹਦੇ 'ਚ ਇਨਵੈਸਟ ਕਰ ਪਾਊਗਾ? ਦੇਖੋ ਮੇਰੇ ਹਿਸਾਬ ਨਾਲ ਤਾਂ ਜੀ ਤੁਸੀਂ ਟਰਾਈ ਸਿਟੀ ਦੀ ਗੱਲ ਕਰੀਏ ਆਪਾਂ, ਤੇ ਟਰਾਈ ਸਿਟੀਜ਼ ਤਾਂ ਜਿਹਦੇ ਕੋਲ ਕੈਪੀਟਲ ਨਹੀਂ ਹੈਗਾ ਤਾਂ ਇੱਥੇ ਇਨਵੈਸਟਿੰਗ ਕਰਨੀ ਬਹੁਤ ਔਖੀ ਹੈ। ਹੂੰ, ਜੇ ਆਪਾਂ ਕਹਿ ਦਈਏ ਕਰੋੜ 2 ਕਰੋੜ ਦੇ ਵਿੱਚ ਨਹੀਂ ਤਦ ਤੱਕ ਤਾਂ ਚਾਹੀਦੇ ਐਫਰਟਸ, ਹਾਂਜੀ, ਇੰਨੇ ਚਾਹੀਦੇ ਆ। ਬਿਲਕੁਲ। ਬਟ ਅਗੇਨ ਜੇ ਆਪਾਂ ਅਫੋਰਡੇਬਲ ਲੈਂਡ ਦੀ ਗੱਲ ਕਰੀਏ ਤਾਂ ਉਹੀ ਗੱਲ ਹੈ ਕਿ ਸਿਟੀ ਬਾਹਰ ਨੂੰ ਗਰੋ ਕਰ ਰਹੀ ਹੈ ਤਾਂ ਕਿਤੇ ਨਾ ਕਿਤੇ ਤੁਹਾਨੂੰ ਬਾਰਡਰ ਤੇ ਜਾ ਕੇ ਕੁਝ ਨਾ ਕੁਝ ਮਿਲ ਹੀ ਜਾਣਾ ਹੈ, ਜੋ ਹੂੰ, ਤੁਹਾਨੂੰ ਸੂਟ ਬੈਠੇ। ਕਿਉਂਕਿ ਹੂੰ, ਕਨੈਕਟੀਵਿਟੀ ਦੀ ਗੱਲ ਹੈ, ਤੁਸੀਂ ਜੇ ਮੋਹਾਲੀ 'ਚ ਆਫਿਸ ਹੈ ਤੁਹਾਡਾ, ਤੁਸੀਂ ਕੁਰਾਲੀ ਵੀ ਰਹਿ ਰਹੇ ਹੋ, ਤੁਹਾਨੂੰ 15-20 ਮਿੰਟ ਲੱਗਦੇ ਮੋਹਾਲੀ ਪਹੁੰਚਣ ਨੂੰ, ਤਾਂ ਉਹਦਾ ਹੂੰ, ਸੇਮ ਹੀ ਗੱਲ ਹੋਗੀ। ਤੁਸੀਂ ਮੋਹਾਲੀ ਅੰਦਰ ਰਹੋਗੇ ਤਾਂ ਵੀ ਤੁਹਾਨੂੰ 15 ਮਿੰਟ ਲੱਗਣਗੇ, ਕੁਰਾਲੀ ਰਹੋਗੇ ਤਾਂ ਵੀ ਤੁਹਾਨੂੰ 15 ਮਿੰਟ ਲੱਗਣਗੇ। ਤਾਂ ਇਟ ਇਜ਼ ਨੋਟ ਦੈਟ ਇਸ਼ੂ ਕਿ ਤੁਸੀਂ ਤੁਹਾਨੂੰ ਕੋਈ ਨੈਗੇਟਿਵਿਟੀ ਆ ਰਹੀ ਹੈ ਉਸ ਜਗ੍ਹਾ ਤੇ ਰਹਿ ਕੇ, ਤੁਹਾਨੂੰ ਕੋਈ ਹੂੰ, ਨੈਗੇਟਿਵ ਇੰਪੈਕਟ ਪੈ ਰਿਹਾ ਉਸ ਜਗ੍ਹਾ ਤੇ ਰਹਿ ਕੇ। ਤੁਹਾਨੂੰ ਟਾਈਮ ਸੇਮ ਲੱਗ ਰਿਹਾ ਹੈ, ਤੁਹਾਡਾ ਆਫਿਸ ਸੇਮ ਹੈ, ਬਸ ਤੁਹਾਨੂੰ ਉਹੀ ਚੀਜ਼ ਸਸਤੇ 'ਚ ਮਿਲ ਗਈ ਥੋੜਾ ਸਿਟੀ ਤੋਂ ਬਾਹਰ ਜਾ ਕੇ। ਸਿਟੀ ਤੋਂ ਬਾਹਰ ਹੈ। ਤਾਂ ਗੱਲ ਇਹ ਹੈ ਕਿ ਜਦੋਂ ਆਬਵੀਅਸ ਜੀ ਗੱਲ ਹੈ ਇੱਕ ਜਗ੍ਹਾ ਐਕਸਪੈਂਡ ਕਰ ਰਹੀ ਹੈ ਤਾਂ ਉਹਦੇ ਰੇਟਸ ਵੀ ਵਧਣਗੇ ਹੀ ਵਧਣਗੇ। ਹੂੰ, ਜੇ ਰੇਟਸ ਨਾ ਵਧਣ ਫਿਰ ਉਹ ਗਲਤ ਗੱਲ ਹੈ ਕਿ ਰੇਟਸ ਨਹੀਂ ਵਧ ਰਹੇ। ਹੂੰ। ਰੇਟਸ ਵਧਣੇ ਚਾਹੀਦੇ ਆ ਮੇਰੇ ਹਿਸਾਬ ਨਾਲ। ਸ਼ਾਇਦ ਉਹ ਪਰਸੈਂਟੇਜ ਘੱਟ ਜਾਏਗੀ ਕਿਸੇ ਏਰੀਆ ਦੇ ਵਿੱਚ, ਜੇ ਮੰਨ ਲਓ ਕੋਈ ਬੂਮ ਹਾਂਜੀ। ਹੋ ਰਿਹਾ ਤੇ ਉਹ ਜਸਟ ਇੱਕ ਕਹਿ ਲਓ ਕਿ ਨੰਬਰ ਲੈ ਰਹੇ ਹਾਂ ਆਪਾਂ ਹੂੰ, ਹੂੰ, ਕਿ ਕਿਤੇ 20% ਗਰੋਥ ਹੋ ਰਹੀ ਹੈ ਸਾਲ ਦੀ, ਹੂੰ। ਤੇ ਕਿਤੇ ਹੋ ਸਕਦਾ ਕਿ 10% ਹੋਵੇ, ਹਾਂ, ਜੀ, ਬਟ ਗਰੋਥ ਹੋਏਗੀ ਪ੍ਰੋਪਰਟੀ 'ਚ ਜਿੱਥੇ ਜੀ। ਮਰਜ਼ੀ ਲੈ ਲਓ। ਜੇ ਉਹੀ ਗੱਲ ਹੈ ਨਾ, ਜੇ ਇਨਫਰਾਸਟ੍ਰਕਚਰ ਆਏਗਾ ਤਾਂ ਗਰੋਥ ਹੋਊਗੀ। ਹੂੰ। ਜੇ ਪੋਪੂਲੇਸ਼ਨ ਆ ਗਈ, ਇਨਫਰਾਸਟ੍ਰਕਚਰ ਆ ਗਿਆ ਤਾਂ ਗਰੋਥ ਹੋਏਗੀ। ਅੱਛਾ, ਹੁਣ ਜਿੱਦਾਂ ਜੋ ਅੱਜ ਦਾ ਸਿਨੈਰੀਓ ਪੂਰੇ ਵਰਲਡ ਦਾ, ਜੀ, ਠੀਕ ਹੈ, ਗਲੋਬਲ ਵਾਰਸ ਚੱਲ ਰਹੀਆਂ, ਇਕਨੋਮਿਕ ਕ੍ਰਾਈਸਿਸ ਆ ਰਹੇ ਹੈ, ਜੀ। ਠੀਕ ਹੈ, ਮਿਡਲ ਈਸਟ ਦੇ ਵਿੱਚ ਕਨਫਲਿਕਟ ਚੱਲ ਰਿਹਾ, ਹੂੰ। ਤੇ ਕੀ ਉਹ ਇੰਡੀਅਨ ਮਾਰਕੀਟ ਨੂੰ ਇਫੈਕਟ ਕਰਦਾ? ਬਿਲਕੁਲ, ਬਿਲਕੁਲ ਕਰਦਾ। ਹੁਣ ਆਪਾਂ ਦੇਖੀਏ ਜੇ ਆਇਲ ਕ੍ਰਾਈਸਿਸ ਆਇਆ ਸੀਗਾ, ਬਿਲਕੁਲ। ਗੈਸ ਕ੍ਰਾਈਸਿਸ ਆਇਆ ਸੀਗਾ, ਹੂੰ। ਤੇ ਜਦੋਂ ਨਾ ਇੱਕ ਹਿਊਮਨ ਬੇਸਿਕ ਰਿਸੋਰਸ ਦੀ ਘਾਟ ਹੋਣ ਲੱਗ ਜਾਂਦੀ ਇਵਨ ਹੈ, ਦੁਬਈ ਰੀਅਲ ਐਸਟੇਟ ਵੀ ਇਹਦੇ ਕਰਕੇ ਹੀ ਥੱਲੇ ਆ ਗਿਆ। ਬਹੁਤ ਡਾਊਨ ਗਿਆ ਹਾਂ। ਸੀਗਾ। ਬਟ ਇੱਕ ਇੰਡੀਅਨ ਮਾਰਕੀਟ ਦੀ ਬਹੁਤ ਚੰਗੀ ਗੱਲ ਹੈ ਕਿ ਕਦੇ ਡਾਊਨ ਨਹੀਂ ਗਿਆ। ਹੂੰ। ਇੰਡੀਅਨ ਰੀਅਲ ਐਸਟੇਟ ਮਾਰਕੀਟ ਜੇ ਅੱਜ ਤੱਕ ਦੇਖੋਗੇ, ਕਦੇ ਵੀ ਗ੍ਰਾਫ ਦੇਖੋਗੇ ਤਾਂ ਕਦੇ ਨੀਚੇ ਨਹੀਂ ਗਿਆ, ਸਟੇਬਲ ਪਰ ਮੈਨੂੰ ਹੋਇਆ, ਲੱਗਦਾ ਜੇ ਆਇਲ ਸਟੈਡੀ ਕ੍ਰਾਈਸਿਸ ਹੋਇਆ। ਹੋਰ ਵੱਧ ਜਾਂਦੇ ਫਿਰ ਤਾਂ ਸਿਰਫ ਰੋਟੀ ਤੱਕ ਹੀ ਰਹਿ ਜਾਣਾ ਸੀਗਾ, ਸੇਵਿੰਗ ਤਾਂ ਬਚਣੀ ਹੀ ਨਹੀਂ ਸੀ। ਕਿਉਂਕਿ ਉਹੀ ਗੱਲ ਹੈ ਨਾ, ਆਇਲ ਇੱਕ ਬਹੁਤ ਬੇਸਿਕ ਚੀਜ਼ ਹੈ ਹਾਂ। ਜੋ ਹਰ ਇਨਸਾਨ ਨੂੰ ਚਾਹੀਦੀ ਹੈ, ਹਰ ਇੰਡਸਟਰੀ ਨੂੰ ਚਾਹੀਦੀ ਹੈ। ਤਾਂ ਹੂੰ। ਜਦੋਂ ਆਇਲ ਦੀ ਘਾਟ ਪੈ ਗਈ ਤਾਂ ਹਰ ਚੀਜ਼ 'ਚ ਹੀ ਇੱਕ ਘਾਟ ਆ ਗਈ। ਤਾਂ ਆਬਵੀਅਸਲੀ ਇੰਡੀਅਨ ਮਾਰਕੀਟ ਨੂੰ ਬਹੁਤ ਇਫੈਕਟ ਕਰਦਾ ਹੈ। ਬਟ ਆਈ ਡੋਂਟ ਥਿੰਕ ਕਿ ਰੀਅਲ ਐਸਟੇਟ ਤੇ ਇੰਨਾ ਇੰਪੈਕਟ ਪਏਗਾ ਇਸ ਚੀਜ਼ ਦਾ। ਹੂੰ। ਪਰ ਹਾਂ, ਜੇ ਵਾਰ 'ਚ ਇੰਡੀਆ ਇਨਵੋਲਵ ਹੁੰਦਾ ਹੈ, ਇਹੋ ਜਿਹੀ ਕੋਈ ਚੀਜ਼ ਹੁੰਦੀ ਹੈ ਤਾਂ ਆਬਵੀਅਸਲੀ ਉਸ ਚੀਜ਼ ਤੇ ਇੰਪੈਕਟ ਪਏਗਾ। ਓਕੇ। ਇੱਕ ਮੰਨ ਲਓ ਹੂੰ, ਨਾਰਮਲ ਲੈਵਲ ਤੇ ਬੰਦਾ ਕੋਈ ਪਲਾਟ ਲੈ ਰਿਹਾ, ਹੂੰ, ਐਂਡ ਆਫਟਰ ਦੈਟ ਉਹਦੇ ਤੇ ਕਿੰਨੀ ਕੁ ਰੇਸ਼ੋ ਹੋਣੀ ਚਾਹੀਦੀ ਹੈ ਕੰਸਟਰਕਸ਼ਨ ਦੀ? ਬਿਕੋਜ਼ ਕੰਸਟਰਕਸ਼ਨ ਵੀ ਜਿਹੜੀ ਹੈ 10-15 ਸਾਲ ਤੋਂ ਬਾਅਦ ਜਦੋਂ ਤੁਸੀਂ ਕੁਝ ਚੀਜ਼ ਵੇਚ ਰਹੇ ਹੋ ਤੇ ਹੂੰ, ਤੁਹਾਨੂੰ ਉਹਦਾ ਇੰਨਾ ਮੁੱਲ ਕੰਸਟਰਕਸ਼ਨ ਦਾ ਨਹੀਂ ਪੈਂਦਾ। ਜੀ। ਜਦੋਂ ਨਵੀਂ ਚੀਜ਼ ਤੁਸੀਂ ਬਣਾ ਰਹੇ ਹੋ ਹੂੰ, ਫਿਰ ਤਾਂ ਤੁਹਾਨੂੰ ਕੰਸਟਰਕਸ਼ਨ ਦਾ ਕਹਿ ਸਕਦੇ ਕਿ ਹਾਂ ਵੀ ਤੁਹਾਨੂੰ ਉਹਦਾ ਮੁੱਲ ਨਾਲ ਮਿਲਦਾ। ਹੂੰ। ਸੋ ਕਿੰਨੀ ਕੁ ਪਰਸੈਂਟ ਦੀ ਰੇਸ਼ੋ ਹੋਣੀ ਚਾਹੀਦੀ? ਮੰਨ ਲਓ ਇੱਕ ਪਲਾਟ ਤੁਸੀਂ 50 ਲੱਖ ਦਾ ਲੈ ਰਹੇ ਹੋ ਤੇ ਕਿਸ ਲੈਵਲ ਤੱਕ ਹੀ ਕੰਸਟਰਕਸ਼ਨ ਤੇ ਖਰਚਣਾ ਚਾਹੀਦਾ ਉਹ ਕਿ ਤਾਂ ਤੁਹਾਡੀ ਕਿ ਉਹਦੀ ਵੈਲਿਊ ਮਿਲ ਸਕੇ ਮੁੜ ਕੇ? ਉਹ ਤੁਹਾਡੀ ਇੰਟੈਂਸ਼ਨ ਤੇ ਡਿਪੈਂਡੈਂਟ ਹੈ। ਜੇ ਤੁਸੀਂ ਉੱਥੇ ਰਹਿਣਾ ਹੈ ਤਾਂ ਫਿਰ ਤਾਂ ਤੁਸੀਂ ਚਾਹੇ 50 ਲੱਖ ਤੇ 50 ਲੱਖ ਲਾ ਦਿਓ ਹੂੰ, ਆਪਦੇ ਹਿਸਾਬ ਨਾਲ, ਕਿਉਂਕਿ ਤੁਸੀਂ ਆਬਵੀਅਸਲੀ ਉੱਥੇ ਰਹਿਣਾ ਹੈ, 10 ਸਾਲ ਤੇ 20 ਸਾਲ ਜ਼ਿੰਦਗੀ ਦੇ ਕੱਟਣੇ ਹੈ, ਤਾਂ ਹੂੰ, ਆਪਦੀ ਮਰਜ਼ੀ ਨਾਲ ਬਣਾਓ। ਪਰ ਜੇ ਤੁਸੀਂ ਇਨਵੈਸਟਮੈਂਟ ਕਰ ਰਹੇ ਹੋ ਤਾਂ ਮੇਰੇ ਹਿਸਾਬ ਨਾਲ ਤਾਂ ਬਣਾਉਣਾ ਇੱਕ ਵਧੀਆ ਸਟੈਪ ਹੈ ਹੀ ਨਹੀਂਗਾ। ਹੂੰ। ਤੁਸੀਂ ਕੰਸਟਰਕਸ਼ਨ ਨਾ ਹੀ ਕਰੋ ਤਾਂ ਚੰਗਾ ਹੈ। ਪਲਾਟ ਲੈ ਕੇ ਪਲਾਟ ਹੀ ਵੇਚ ਦਿਓ। ਬਟ ਹੁਣ ਜਦੋਂ ਅਸੀਂ ਪਲਾਟ ਲੈ ਕੇ ਪਲਾਟ ਵੇਚਦੇ ਹਾਂ, ਠੀਕ ਹੈ, ਜਦੋਂ ਅਸੀਂ ਕੋਈ ਚੀਜ਼ ਬਣਾਉਂਦੇ ਹਾਂ ਜੀ, ਉਹਦੇ ਨਾਲ ਸਾਨੂੰ ਜਦ ਤੱਕ ਅਸੀਂ ਉਹਨੂੰ ਨਹੀਂ ਵੇਚਦੇ ਸਾਨੂੰ ਰੈਂਟਲ ਇਨਕਮ ਆ ਰਹੀ ਹੁੰਦੀ, ਉਹੀ ਗੱਲ ਹੈ ਨਾ, ਪਰ ਰੈਂਟਲ ਇਨਕਮ ਆ ਗਈ ਪਰ ਜੋ ਤੁਹਾਡੀ ਕੰਸਟਰਕਸ਼ਨ ਦੀ ਵੈਲਿਊ ਹੈ ਉਹ ਟਾਈਮ ਨਾਲ ਘਟਦੀ ਰਹਿੰਦੀ ਹੈ। ਟਾਈਮ ਨਾਲ ਕੱਢਦੇ Land is an appreciating asset, but construction and building is a ਨੇ। depreciating asset. ਠੀਕ ਤਾਂ ਹੈ। ਜਦੋਂ ਲੈਂਡ ਦੀ ਵੈਲਿਊ ਵਧਣਾ ਹੈ, ਪਰ ਜੋ ਬਿਲਡਿੰਗ ਮਟੀਰੀਅਲ ਦੀ ਵੈਲਿਊ ਹੈ, ਬਿਲਡਿੰਗ ਦੀ ਵੈਲਿਊ ਨੇ ਘਟਣਾ ਹੀ ਘਟਣਾ ਸੋ ਟਾਈਮ ਨਾਲ। ਇਨਵੈਸਟਮੈਂਟ ਦੇ ਲਈ ਪਲਾਟ ਇਜ਼ ਬੈਟਰ ਦੈਨ ਹਾਂ, ਬਾਇੰਗ ਇਟ ਐਂਡ ਵੈਰੀ ਦੈਨ ਕੰਸਟਰਕਟਿੰਗ ਇਟ। ਵੈਰੀ ਬੈਟਰ। ਬਟ ਓਕੇ। ਹਾਂ, ਇਫ ਯੂ ਇਨ ਰੈਂਟਲ ਏਰੀਆ, ਇਫ ਯੂ ਟਾਕ ਅਬਾਊਟ ਨੀਅਰ ਐਨੀ ਯੂਨੀਵਰਸਿਟੀ, MIT ਯੂਨੀਵਰਸਿਟੀ, ਚੰਡੀਗੜ੍ਹ ਯੂਨੀਵਰਸਿਟੀ ਦੇ ਨਾਲ ਤੁਸੀਂ ਕੋਈ ਪਲਾਟ ਲੈ ਰਹੇ ਹੋ, ਕੋਈ ਜਗ੍ਹਾ ਲੈ ਰਹੇ ਹੋ, ਉੱਥੇ ਰੈਂਟਲ ਇਨਕਮ ਹੈ ਹੀ ਨਹੀਂ ਜ਼ਿਆਦਾ ਕਿ ਤੁਸੀਂ ਉੱਥੇ ਹੂੰ। ਬਣਾ ਕੇ ਰੈਂਟ ਦੇ ਸਕਦੇ ਹੋ। ਦੈਟ ਇਜ਼ ਅ ਵੈਰੀ ਗੁੱਡ ਆਪਸ਼ਨ ਫॉर ਯੂ। ਉਹ ਤੁਹਾਡੇ ਏਰੀਆ ਤੇ ਡਿਪੈਂਡ ਹੈ, ਕਿਸੇ ਏਰੀਆ 'ਚ ਹਾਂ, ਲੈ ਰਹੇ ਹੋ। ਪਰ ਹੁਣ ਇਸ ਤਰ੍ਹਾਂ ਹੀ ਜਿੱਦਾਂ ਆਪਾਂ ਜਲੰਧਰ LPU ਦੀ ਗੱਲ ਹੂੰ, ਕਰੀਏ, ਹੂੰ, ਹੂੰ। ਠੀਕ ਹੈ, ਉਹਦੇ ਪਿੱਛੇ ਏਰੀਆ ਹੈਗਾ ਜਿਹਨੂੰ ਆਪਾਂ ਲੌ ਗੇਟ ਕਹਿੰਦੇ ਆ, ਓਕੇ, ਠੀਕ ਹੈ, ਉਹ ਇੱਕ ਟਾਈਮ ਤੇ ਬਹੁਤ ਬੂਮ ਕੀਤਾ, ਠੀਕ ਹੈ। ਲੋਕਾਂ ਨੇ ਬਹੁਤ ਉੱਥੇ ਪਲਾਟਸ ਲਏ, ਕੰਸਟਰਕਸ਼ਨਸ ਕੀਤੀਆਂ ਤੇ ਪੀਜੀ ਦੇ ਦਿੱਤਾ, ਹੂੰ, ਠੀਕ ਹੂੰ, ਹੈ, ਹੂੰ, ਹੂੰ। ਪਿੰਡ ਦੇ ਪਿੰਡ ਬਦਲ ਗਏ, ਬਟ ਹਾਂ, ਹੁਣ ਪਿੰਡ ਦੇ ਪਿੰਡ ਤਾਂ ਬਦਲ ਗਏ, ਬੱਚਿਆਂ ਦੀ ਗਿਣਤੀ ਤਾਂ ਉੱਥੇ ਤੱਕ ਹੀ ਰਹਿੰਦੀ ਹੈ ਨਾ। ਹਾਂਜੀ, ਜੀ, ਫਿਰ ਉਸ ਤੋਂ ਬਾਅਦ ਹੁਣ ਕੀ ਆ, ਉੱਥੇ ਵੀ ਮੈਨੂੰ ਲੱਗਦਾ ਕਿ ਅੱਧੇ ਨਾਲੋਂ ਜ਼ਿਆਦਾ ਪੀਜੀ ਖਾਲੀ ਪਏ। ਓਕੇ, ਦੈਟਸ ਆਲਸੋ ਅ ਸਿਨੈਰੀਓ ਪੋਸਟ ਕੋਵਿਡ, ਬਿਲਕੁਲ। ਠੀਕ ਹੈ। ਫਿਰ ਉੱਥੇ ਜਦੋਂ ਅਸੀਂ ਕਹਿੰਦੇ ਕਿ ਯੂਨੀਵਰਸਿਟੀ ਦੇ ਨੇੜੇ ਆਪਾਂ ਕੋਈ ਚੀਜ਼ ਲੈ ਰਹੇ ਹਾਂ, ਗਰੋ ਕਰੇਗੀ, ਬਟ ਹੂੰ, ਉਹ ਵੀ ਇੱਕ ਪੁਆਇੰਟ ਤੇ ਆ ਕੇ ਉਹ ਵੀ ਰੁਕ ਜਾਂਦੀ ਹੈ। ਸੈਚੂਰੇਟ ਕਰੇਗੀ, ਬਿਲकुल, ਹੂੰ। बिल्कुल।
ਠੀਕ ਹੈ। ਹੁਣ ਕੰਸਟਰਕਸ਼ਨ ਕਾਸਟ ਦੀ ਹੀ ਜੇ ਆਪਾਂ ਗੱਲ ਕਰਦੇ ਹਾਂ ਤੇ ਜੀ। ਉਹੀ ਦੁਬਾਰਾ ਉਸ ਪੁਆਇੰਟ ਤੇ ਆਉਂਦੇ ਹਾਂ, ਜਿੱਦਾਂ ਸੀਮੈਂਟ ਵਗੈਰਾ ਸਭ ਕੁਝ ਵੱਧ ਰਿਹਾ, ਠੀਕ ਹੈ, ਉਹਦਾ ਇੰਪੈਕਟ ਵੀ ਫਿਰ ਪਏਗਾ ਓਬਵੀਅਸਲੀ। ਕਿੰਨੇ ਕੁ ਇਫੈਕਟ ਹੋ ਜਾਂਦਾ ਹੈ ਇੱਕ ਪ੍ਰੋਪਰਟੀ ਦਾ ਪ੍ਰਾਈਸ ਜਦੋਂ ਅਸੀਂ ਇਹ ਸਾਰੀਆਂ ਚੀਜ਼ਾਂ ਵੱਧਦੀਆਂ, ਹੂੰ, ਕੰਸਟਰਕਸ਼ਨ ਕਾਸਟ ਵੱਧਦੀ ਹੈ, ਹੂੰ। ਪ੍ਰੋਪਰਟੀ ਦਾ ਪ੍ਰਾਈਸ ਕਿੰਨਾ ਇਫੈਕਟ ਹੁੰਦਾ? ਅ, ਆਪਾਂ ਦੇਖਿਆ ਇੱਟਾਂ ਦੇ ਰੇਟ ਆਈ ਗੈਸ 50% ਤੋਂ ਵੱਧ ਵੱਧ ਚੁੱਕੇ ਨੇ। ਇੱਟਾਂ ਹਾਂਜੀ। ਦੇ ਰੇਟ, ਸੀਮੈਂਟ ਦੇ ਰੇਟ ਬਹੁਤ ਵੱਧ ਗਏ ਨੇ। ਤਾਂ ਕੰਸਟਰਕਸ਼ਨ ਨਾਲ ਓਬਵੀਅਸਲੀ ਜਿਵੇਂ ਹੁਣ ਫੋਰ ਐਗਜ਼ਾਮਪਲ ਤੁਸੀਂ ਕੋਈ ਫਲੈਟ ਲੈਣ ਜਾਂਦੇ ਹੋ ਜਾਂ ਕੋਈ ਵੀ ਘਰ ਲੈਣ ਜਾਂਦੇ ਹੋ, ਬਣਿਆ ਬਣਾਇਆ ਘਰ ਲੈਣ ਜਾਂਦੇ ਹੋ, ਤਾਂ ਉਹਦੀ ਜੋ ਕੰਸਟਰਕਸ਼ਨ ਮਟੀਰੀਅਲ ਹੈ, ਉਹ ਤੁਹਾਨੂੰ ਭਰਨੀ ਪੈਂਦੀ ਹੈ। ਫੋਰ ਐਗਜ਼ਾਮਪਲ ਉਹ ਘਰ 2 ਸਾਲ ਪਹਿਲਾਂ ਬਣਿਆ ਸੀਗਾ, ਹੂੰ। ਉਹਦਾ ਕੰਸਟਰਕਸ਼ਨ ਰੇਟ ਉਸ ਟਾਈਮ ਤੇ ਘੱਟ ਸੀਗਾ, ਬਟ ਹੁਣ ਉਹਦੇ ਮਟੀਰੀਅਲ ਦਾ ਰੇਟ 50% ਵੱਧ ਗਿਆ, ਤਾਂ ਜਿਹਨੇ ਬਣਾਇਆ ਉਹਦਾ ਫਾਇਦਾ ਹੋ ਗਿਆ। ਜੇ ਆਪਾਂ ਦੇਖੀਏ, ਕਿਉਂਕਿ ਓਬਵੀਅਸਲੀ ਗੱਲ ਹੈ, ਰੇਟ ਤਾਂ ਅੱਜ ਦੀ ਟਾਈਮ ਤੇ ਲੱਗੂਗਾ, ਜੋ ਅੱਜ ਦਾ ਮਾਰਕੀਟ ਰੇਟ ਹੈ, ਐਂਡ ਓਬਵੀਅਸਲੀ ਉਸ ਚੀਜ਼ ਦਾ ਇੰਪੈਕਟ ਉੱਤੇ ਪੈਂਦਾ ਹੀ ਪੈਂਦਾ ਹੈ। 1 ਕਰੋੜ ਦਾ ਫਲੈਟ 1,30,000 1 ਕਰੋੜ 30 ਲੱਖ ਦਾ ਹੋ ਜਾਊਗਾ। 2 ਕਰੋੜ ਦਾ 2 ਕਰੋੜ ਦੀ ਕੋਠੀ 2.5 ਕਰੋੜ ਦੀ ਹੋ ਜਾਊਗੀ, ਤਾਂ ਉਹ ਵਧਣਾ ਹੀ ਵਧਣਾ ਉਸ ਚੀਜ਼ ਨਾਲ। ਅੱਛਾ, ਕਈ ਲੋਕੀ ਕਹਿੰਦੇ ਆ ਕਿ ਪ੍ਰੋਪਰਟੀ ਦੀ ਵੈਲਿਊ ਨਹੀਂ ਵਧੀ, ਹੂੰ। ਸਾਡੀ ਐਕਚੁਅਲੀ ਕਰੰਸੀ ਜਿਹੜੀ ਆ ਉਹ ਨੀਚੇ ਆ ਰਹੀ ਹੈ, ਤੇ ਉਹਦਾ ਇੰਪੈਕਟ ਦਿਖ ਰਿਹਾ ਹੈ ਤੇ ਸਾਨੂੰ ਜਿਹੜੀਆਂ ਚੀਜ਼ਾਂ ਮਹਿੰਗੀਆਂ ਲੈਣੀਆਂ ਪੈ ਰਹੀਆਂ। ਕਿ ਜਦੋਂ ਅਸੀਂ ਗੋਲਡ ਲੈਂਦੇ ਹਾਂ ਉਹਦੇ ਤੇ ਕਹਿ ਸਕਦੇ ਬਿਕੋਜ਼ ਗੋਲਡ ਤਾਂ ਅਸੀਂ ਬਾਹਰੋਂ ਲੈ ਰਹੇ ਹਾਂ, ਹੂੰ। ਕੀ ਉਹ ਕੰਸਟਰਕਸ਼ਨ ਤੇ ਵੀ ਫਰਕ ਪਏਗਾ? ਦੇਖੋ ਇੱਕ ਨਾ ਜਦੋਂ ਕਰੰਸੀ ਦੀ ਗੱਲ ਕਰਦੇ ਆ, ਕਰੰਸੀ ਜੇ ਆਪਣੇ ਇੱਕ ਦੇਸ਼ ਦੇ ਵਿੱਚ ਹੀ ਆਪਾਂ ਯੂਜ਼ ਕਰ ਰਹੇ ਹਾਂ ਤਾਂ ਉਹ ਤੇ ਕੋਈ ਅਸਰ ਨਹੀਂ ਪੈਣਾ। ਬਟ ਜੇ ਆਪਾਂ ਕੋਈ ਇੰਪੋਰਟ ਐਕਸਪੋਰਟ ਦੀ ਗੱਲ ਕਰ ਰਹੇ ਹਾਂ, ਕਿਸੇ ਹੋਰ ਦੇਸ਼ ਨਾਲ ਟ੍ਰੇਡ ਦੀ ਗੱਲ ਕਰ ਰਹੇ ਹਾਂ, ਤਾਂ ਉੱਥੇ ਕਰੰਸੀ ਦਾ ਇਫੈਕਟ ਪੈਂਦਾ ਆਪਣਾ। ਜਿਵੇਂ ਫੋਰ ਐਗਜ਼ਾਮਪਲ ਆਪਣਾ ਗੈਸ ਦੀ ਗੱਲ ਹੀ ਕਰ ਲਈਏ, ਹੂੰ। ਜੇ ਆਪਣੀ ਗੈਸ ਬਾਹਰੋਂ ਆ ਰਹੀ ਹੈ ਤਾਂ ਉਹਨੂੰ ਖਰੀਦਣ ਲਈ ਆਪਾਂ ਨੂੰ ਟ੍ਰੇਡ ਕਰਨਾ ਉਹ ਬਾਹਰਲੀ ਕਰੰਸੀ ਨਾਲ, ਜਿੱਥੇ ਉਹ ਇੰਡੀਅਨ ਰੁਪਏ ਦੀ ਕੀਮਤ ਪਤਾ ਲੱਗਦੀ ਹੈ ਕਿ ਹਾਂ ਘਟ ਰਹੀ ਹੈ ਵੱਧ ਰਹੀ ਹੈ। ਬਟ ਜੇ ਆਪਾਂ ਇੰਡੀਆ ਵਿੱਚ ਹੀ ਡੀਲ ਕਰ ਰਹੇ ਹਾਂ ਤਾਂ ਉਹ 'ਚ ਤਾਂ ਆਈ ਡੋਂਟ ਥਿੰਕ ਕਿ ਕੋਈ ਇਫੈਕਟ ਪੈਂਦਾ ਹੈ ਉਸ ਕਰੰਸੀ ਡਾਊਨ ਦਾ। ਇਕੋਨਮੀ ਘਟ ਰਹੀ ਹੈ, ਪ੍ਰਾਈਸਿਸ ਵੱਧ ਰਹੇ ਇੱਕ ਚੀਜ਼ ਦੇ, ਬਟ ਅਗੇਨ ਜੇ ਆਪਾਂ ਵੱਡੀ ਚੀਜ਼ ਦੀ ਗੱਲ ਕਰੀਏ, ਰੀਅਲ ਐਸਟੇਟ ਦੀ ਗੱਲ ਕਰੀਏ, ਕੰਸਟਰਕਸ਼ਨ ਕਾਸਟ ਦੀ ਗੱਲ ਕਰੀਏ, ਤਾਂ ਉਹ ਇਕੋਨਮੀ ਜਾਂ ਕਰੰਸੀ ਘਟਣ ਨਾਲ ਇੰਨਾ ਕੁ ਵੱਡਾ ਇੰਪੈਕਟ ਉਸ ਚੀਜ਼ ਤੇ ਨਹੀਂ ਪੈਂਦਾ ਅੱਜ ਦੇ ਟਾਈਮ ਤੇ ਮੈਨੂੰ ਲੱਗਦਾ। ਅੱਛਾ, ਕਈ ਲੋਕ ਇਹ ਕਹਿੰਦੇ ਕਿ ਪ੍ਰੋਪਰਟੀ ਦੀ ਵੈਲਿਊ ਇੰਨੀ ਜ਼ਿਆਦਾ ਨਹੀਂ ਵੱਧ ਰਹੀ, ਬਟ ਐਕਚੁਅਲ ਦੇ ਵਿੱਚ ਸਾਡੀ ਕਰੰਸੀ ਦੀ ਵੈਲਿਊ ਬਹੁਤ ਘਟ ਰਹੀ ਹੈ। ਜਦੋਂ ਕਰੰਸੀ ਦੀ ਵੈਲਿਊ ਘਟਦੀ ਹੈ ਕਿ ਉਹ ਪ੍ਰੋਪਰਟੀ ਤੇ ਵੀ ਇੰਪੈਕਟ ਪਾਉਂਦੀ ਹੈ। ਅਸੀਂ ਬਾਕੀ ਚੀਜ਼ਾਂ ਤਾਂ ਇੰਪੋਰਟ ਕਰਦੇ ਹਾਂ, ਉਹਨਾਂ ਦਾ ਤਾਂ ਅਸਰ ਪੈ ਸਕਦਾ, ਬਟ ਕੀ ਇਹ ਪ੍ਰੋਪਰਟੀ ਤੇ ਅਸਰ ਪਾਉਂਦਾ? ਜੀ ਦੇਖੋ ਡਾਇਰੈਕਟਲੀ ਜੇ ਮੈਂ ਕਹਾਂ ਤਾਂ ਡਾਇਰੈਕਟਲੀ ਕਰੰਸੀ ਘਟਣ ਨਾਲ ਰੀਅਲ ਐਸਟੇਟ ਤੇ ਨਹੀਂ ਅਸਰ ਨਹੀਂ ਪੈਂਦਾ। ਬਟ ਜੇ ਆਪਾਂ ਇਨਡਾਇਰੈਕਟਲੀ ਦੇਖੀਏ ਤਾਂ ਓਬਵੀਅਸ ਜੀ ਗੱਲ ਹੈ, ਜਦੋਂ ਇੰਪੋਰਟ ਦੀ ਵੈਲਿਊ ਵਧੇਗੀ, ਕਰੰਸੀ ਵੈਲਿਊ ਘਟ ਗਈ ਤਾਂ ਇੰਪੋਰਟ ਓਬਵੀਅਸਲੀ ਜ਼ਿਆਦਾ ਕੋਸਟਲੀ ਪਏਗਾ ਆਪਾਂ ਨੂੰ, ਤਾਂ ਉਹਦੇ ਨਾਲ ਜੋ ਇਨਫਲੇਸ਼ਨ ਦੀ ਵੈਲਿਊ ਹੈ ਉਹ ਵਧੇਗੀ, ਇਨਫਲੇਸ਼ਨ ਰੇਟ ਵਧੇਗਾ, ਬੇਸਿਕ ਕਮੋਡਿਟੀਜ਼ ਦੀ ਕੋਸਟ ਵਧੇਗੀ, ਉਹਦੇ ਨਾਲ ਇਨਡਾਇਰੈਕਟਲੀ ਰੀਅਲ ਐਸਟੇਟ ਤੇ ਇੰਪੈਕਟ ਪਏਗਾ ਹੀ ਪਏਗਾ। ਬਿਲਕੁਲ। ਅੱਛਾ, ਇੱਕ ਕੁਐਸਚਨ ਤੇ ਮੈਂ ਵਾਪਿਸ ਆਉਣਾ ਚਾਹੂੰਗਾ, ਉਹ ਥੋੜਾ ਜਿਹਾ ਮੈਨੂੰ ਲੱਗਦਾ ਕਿ ਅਸੀਂ ਅਧੂਰਾ ਜਿਹਾ ਕਰ ਲਿਆ ਸੀ ਕਿ ਪਲਾਟ ਔਰ ਕੰਸਟਰਕਟਡ ਹਾਂਜੀ, ਪ੍ਰੋਪਰਟੀ ਨਾ, ਜੀ, ਜੀ। ਬੈਸਟ ਕੀ ਆ? ਇੱਕ ਓਪਨ ਲੈਂਡ ਲੈਣਾ, ਹਾਂ। ਕੋਈ ਅਪਾਰਟਮੈਂਟ ਲੈਣਾ, ਕਿਉਂਕਿ ਅੱਜ ਕੱਲ੍ਹ ਅਪਾਰਟਮੈਂਟਸ ਬਹੁਤ ਚੱਲ ਰਹੇ, ਕਮਰਸ਼ੀਅਲ ਚੀਜ਼ ਲੈਣੀ ਹੈ, ਇੰਡੀਪੈਂਡੈਂਟ ਹਾਊਸ ਲੈਣਾ? ਸਭ ਤੋਂ ਬੈਸਟ ਤਾਂ ਪਲਾਟ ਹੈ ਮੇਰੇ ਹਿਸਾਬ ਨਾਲ। ਜੇ ਆਪਾਂ ਕੰਪੇਅਰ ਕਰੀਏ ਪਲਾਟ ਤੇ ਕਮਰਸ਼ੀਅਲ, ਜੇ ਮੈਂ ਰੈਂਕ ਕਰਾਂ ਚੀਜ਼ਾਂ ਨੂੰ, ਸਭ ਤੋਂ ਉੱਪਰ ਪਲਾਟ ਆਏਗਾ, ਫਿਰ ਕਮਰਸ਼ੀਅਲ ਪ੍ਰਾਪਰਟੀ ਆਏਗੀ, ਉਹ ਤੋਂ ਫਿਰ ਇੰਡੀਪੈਂਡੈਂਟ ਹਾਊਸ ਆਏਗਾ, ਫਿਰ ਲਾਸਟ ਤੇ ਅਪਾਰਟਮੈਂਟ ਆਏਗਾ ਜਾਂ ਫਲੈਟ ਆਏਗਾ। ਓਕੇ। ਮਤਲਬ ਅਕੋਰਡਿੰਗ ਟੂ ਮੀ ਇਫ ਯੂ ਵਾਂਟ ਟੂ ਇਨਵੈਸਟ ਦੈਨ ਦ ਲਾਸਟ ਆਪਸ਼ਨ ਯੂ ਸ਼ੁਡ ਹੈਵ ਇਜ਼ ਅ ਫਲੈਟ। ਕਿਉਂਕਿ ਦ ਥਿੰਗ ਇਜ਼ ਕਿ ਫਲੈਟਸ ਦੀ ਅਗੇਨ ਆਈ ਟੋਲਡ ਅਰਲੀਅਰ ਕਿ ਬਿਲਡਿੰਗ ਇੱਕ ਡੈਪਰੀਸ਼ੀਏਟਿੰਗ ਐਸੈਟ ਹੈ, ਤੇ ਬਿਲਡਿੰਗ ਦੀ ਸਟਰੈਂਥ ਨਹੀਂ ਘਟਣੀ ਘਟਣਾ ਵਿਦ ਟਾਈਮ। ਤੇ ਇਫ ਯੂ ਬਾਏ ਅ ਫਲੈਟ ਫॉर ਇਨਵੈਸਟਮੈਂਟ, ਪਹਿਲੀ ਗੱਲ ਤਾਂ ਜਿਹੜੇ ਫਲੈਟਸ ਨੇ ਉਹਨਾਂ ਦੀ ਜਿਹੜੀ ਵੈਲਿਊ ਇੰਨੀ ਛੇਤੀ ਵੱਧਦੀ ਨਹੀਂ ਗੀ। ਜੇ ਇੱਕ ਏਰੀਆ ਜੇ ਮੈਂ ਗੱਲ ਕਰਾਂ ਨਿਊ ਚੰਡੀਗੜ੍ਹ ਦੀ, ਇੱਕ ਕੇਸ ਸਟੱਡੀ ਗੱਲ ਕਰਾਂ ਨਿਊ ਚੰਡੀਗੜ੍ਹ ਦੀ, ਨਿਊ ਚੰਡੀਗੜ੍ਹ 10 ਸਾਲ 'ਚ ਇੱਕ ਪਲਾਟ ਦੀ ਕੀਮਤ 60 ਲੱਖ ਤੋਂ ਵੱਧ ਕੇ 3 ਕਰੋੜ ਹੋ ਚੁੱਕੀ ਹੈ। ਲੇਕਿਨ ਉਹੀ ਸੇਮ ਜਗ੍ਹਾ ਤੇ ਇੱਕ ਫਲੈਟ ਦੀ ਕੀਮਤ 60 ਲੱਖ ਤੋਂ ਵੱਧ ਕੇ ਸਿਰਫ 1.5 ਕਰੋੜ ਹੋਈ ਹੈ। ਸੇਮ ਜਗ੍ਹਾ ਤੇ, ਸਾਹਮਣੇ ਪਲਾਟ ਉੱਥੇ ਫਲੈਟ, ਤੇ ਇਹ ਡਿਫਰੈਂਸ ਹੋ ਗਈ, ਉਹ ਫਲੈਟ ਹੈ ਇਹ ਪਲਾਟ ਹੈ। ਪਲਾਟ ਦੀ ਵੈਲਿਊ ਬਹੁਤ ਛੇਤੀ ਵੱਧਦੀ ਹੈ। ਜੇ ਆਪਾਂ ਦੇਖੀਏ ਲੈਂਡ, ਇੱਕ ਲੈਂਡ ਹੈ ਨਾ, ਲੈਂਡ ਦੀ ਵੈਲਿਊ ਬਹੁਤ ਜਲਦੀ ਵੱਧਦੀ ਹੈ ਇਨ ਕੰਪੈਰੀਜ਼ਨ ਟੂ ਫਲੈਟਸ। तो इफ यू वांट टू इन्वेस्ट, लैंड इज द फर्स्ट ऑप्शन। अगर लैंड लेना तो यू कैन बाय कमर्शियल प्रॉपर्टी, क्योंकि कमर्शियल तो रेंट भी आएगा, एंड कमर्शियल प्रॉपर्टीज। ਹੁਣ ਜਦੋਂ ਅਸੀਂ ਰੈਜ਼ੀਡੈਂਸ਼ੀਅਲ ਪ੍ਰੋਪਰਟੀ ਲੈ ਰਹੇ ਹਾਂ, ਸਾਨੂੰ ਕੰਪੈਰੇਟਿਵਲੀ ਉਹ ਮੈਨੂੰ ਲੱਗਦਾ ਕਿ ਜਿਸ ਪ੍ਰਾਈਸ ਦੇ ਵਿੱਚ ਅਸੀਂ ਲਵਾਂਗੇ ਰੈਜ਼ੀਡੈਂਸ਼ੀਅਲ ਪ੍ਰੋਪਰਟੀ, ਉਹ 4 ਗੁਣਾ ਘੱਟ ਪ੍ਰੋਪਰਟੀ ਸਾਨੂੰ ਕਮਰਸ਼ੀਅਲ ਮਿਲੇਗੀ ਉਸੇ ਰੇਟ ਦੇ ਉੱਤੇ। ਜਿੱਦਾਂ ਮੰਨ ਲਓ 1 ਕਰੋੜ ਦੇ ਵਿੱਚ ਅਸੀਂ ਕੋਈ 10 ਮਰਲੇ ਦਾ ਪਲਾਟ ਲੈ ਰਹੇ ਹਾਂ, जी, जी। ਬਟ 1 ਕਰੋੜ ਦੇ ਵਿੱਚ ਸਾਨੂੰ ਇੱਕ ਦੁਕਾਨ ਮਿਲੇਗੀ। हाँ। ਉਹ ਇੱਕ ਤਰ੍ਹਾਂ ਨਾਲ जी। 10% ਰਹੇਗਾ ਉਹਦਾ। ਬਟ ਉਹੀ ਗੱਲ ਹੈ, ਕਮਰਸ਼ੀਅਲ ਪ੍ਰੋਪਰਟੀ ਦੀ ਡਿਮਾਂਡ ਵੱਧ ਹੁੰਦੀ ਹੈ, ਕਮਰਸ਼ੀਅਲ ਪ੍ਰੋਪਰਟੀ ਦੀ ਗੇਨਸ ਵੱਧ ਹੁੰਦੇ ਹੈ। ਜੇ ਮਾਰਕੀਟ ਰੈਂਟਲ ਇਨਕਮ ਜ਼ਿਆਦਾ। ਰੈਂਟਲ ਇਨਕਮ ਆਏ ਤੇ ਤੁਹਾਨੂੰ ਉਸ ਚੀਜ਼ 'ਚ ਤੁਹਾਨੂੰ ਉੱਤੇ ਖਰਚਾ ਵੱਧ ਨਹੀਂ ਕਰਨਾ ਪੈਂਦਾ। ਤੁਸੀਂ ਕਿਰਾਏ ਤੇ ਜਿਹੜਾ ਉਹ ਆਪੇ ਕਿਰਾਏ ਦਾ ਤੁਹਾਡਾ ਕਰੇ ਨਾ ਕਰੇ। ਐਂਡ ਦ ਥਿੰਗ ਇਜ਼ ਕਿ ਜੋ ਕਮਰਸ਼ੀਅਲ ਪ੍ਰੋਪਰਟੀਜ਼ ਹੈ ਉਹ ਰੈਜ਼ੀਡੈਂਸ਼ੀਅਲ ਤੋਂ ਛੇਤੀ ਵੱਧਦੀਆਂ ਨੇ।
ਇੱਕ ਕਿਸੇ ਵੀ ਏਰੀਆ ਵੈਲਿਊ 'ਚ ਦੀ ਵੱਧਦੀ ਕਿਉਂਕਿ ਰੈਜ਼ੀਡੈਂਟਸ ਆਉਣਗੇ ਤਾਂ ਉਹ ਜਾਣਗੇ ਤਾਂ ਕਮਰਸ਼ੀਅਲ ਜਗ੍ਹਾ ਜਾਣਗੇ ਅਤੇ ਕਮਰਸ਼ੀਅਲ ਦੀ ਜਿਹੜੀ ਡਿਮਾਂਡ ਹੈ ਉਹ ਬਾਹਰੋਂ ਵੀ ਆ ਸਕਦੀ ਹੈ। ਰੈਜ਼ੀਡੈਂਸ਼ੀਅਲ ਤਾਂ ਸਿਰਫ ਜਿੱਥੇ ਲੋਕ ਰਹਿੰਦੇ ਯੂਜ਼ ਕਰਨਗੇ, ਬਟ ਕਮਰਸ਼ੀਅਲ ਇੱਕ ਪ੍ਰੋਪਰਟੀ ਹੈ ਉਹ ਉਹਦੀ ਫੁੱਟਫਾਲ ਜ਼ਿਆਦਾ ਵਧੀ ਹੋਈ ਹੈ, ਉਹ ਆਸੇ-ਪਾਸੇ ਲੋਕ ਵੀ ਆਉਂਦੇ ਹੈ ਤਾਂ ਉਹਦੀ ਡਿਮਾਂਡ ਵੱਧਦੀ ਹੈ, ਉਹ ਰੇਟ ਵੱਧ ਜਾਂਦੀ ਹੈ। ਇੱਕ ਮੇਰਾ ਕਾਊਂਟਰ ਕੁਐਸਚਨ ਆ, ਹੁਣ ਤੁਸੀਂ ਕਿਹਾ ਕਿ ਫਲੈਟਸ ਦੀ ਵੈਲਿਊ ਛੇਤੀ ਨਹੀਂ ਵੱਧਦੀ। ਜੀ ਬਿਲਕੁਲ। ਬਟ ਜਦੋਂ ਅਸੀਂ ਗੱਲ ਕਰਦੇ ਹਾਂ ਹਵੇਲੀ ਦੇ ਪਿੱਛੇ, ਜਲੰਧਰ ਹਵੇਲੀ ਦੇ ਪਿੱਛੇ ਜਿਹੜੇ ਏਜਆਈ ਫਲੈਟਸ ਬਣੇ ਆ ਹਾਂਜੀ 2020 ਦੇ ਵਿੱਚ, ਉਹਨਾਂ ਦਾ ਰੇਟ ਸੀਗਾ ਜਦੋਂ ਅੰਡਰ ਕੰਸਟਰਕਸ਼ਨ ਸੀਗੇ 2 BHK 18 to 20 lakhs, ਠੀਕ ਹੈ। 3 BHK 27 to 28 lakhs. Now the rate is for 2 BHK near 50 and 3 BHK near 60 6 ਸਾਲ ਚੁੱਕੇ 6 ਸਾਲ 'ਚ, ਠੀਕ ਹੈ। ਹੈ ਨਾ? ਤਾਂ ਉਹ ਤਾਂ ਵੈਲਿਊ ਬਹੁਤ ਜ਼ਿਆਦਾ ਵੱਧ ਗਈ। ਤਾਂ ਵੱਧ ਰਹੀ ਹੈ, ਬਟ ਉਹ ਇਨ ਕੰਪੈਰੀਜ਼ਨ ਟੂ ਪਲੋਟਡ ਡਿਵੈਲਪਮੈਂਟ ਉਹਦੇ ਆਸ-ਪਾਸ ਵੀ ਪਲੋਟਸ ਹੋਣਗੇ, ਉਹਦੀ ਵੈਲਿਊ ਉਹਦੇ ਬਾਅਦ ਵਧੀ ਹੋਊਗੀ। ਓਕੇ, ਮੈਂ ਇਨ ਕੰਪੈਰੀਜ਼ਨ ਟੂ ਕਹਿ ਰਿਹਾ ਨਾ, ਵੈਲਿਊ ਤਾਂ ਵਧਣੀ ਹੈ। ਗਿਆ ਜੇ ਵੀ 60 ਲੱਖ ਤੋਂ 1.5 ਕਰੋੜ ਤੱਕ ਗਿਆ ਹੀ ਹੈ, ਇਹ ਵੀ ਵੈਲਿਊ ਤਾਂ ਵਧੀ ਹੀ ਵਧੀ ਹੈ, ਬਟ ਇਨ ਕੰਪੈਰੀਜ਼ਨ ਟੂ ਪਲੋਟਸ ਬਹੁਤ ਘੱਟ ਵੱਧਦੀ ਹੈ। ਬਹੁਤ ਘੱਟ ਵੱਧ। ਜੇ ਅਸੀਂ ਉਹੀ ਸੇਮ ਜਗ੍ਹਾ ਤੇ ਕੋਈ ਪਲੋਟ ਹੋਊਗਾ ਤੇ ਉਹਦੀ ਵੈਲਿਊ ਸੀ ਜੇ 20 ਲੱਖ ਤੋਂ ਗਈ ਹੈ ਤਾਂ 50 ਲੱਖ ਹੋ ਗਈ ਫਲੈਟ ਦੀ, ਤਾਂ ਪਲੋਟ ਦੀ ਕੀਮਤ 80 ਲੱਖ ਤੋਂ 90 ਲੱਖ ਹੋ ਗਈ ਹੋਊਗੀ, ਇਹ ਉਹ ਤਾਂ ਵੱਧ ਵੀ ਹੋਊ। ਦੂਸਰੇ ਪਾਸੇ ਮੈਂ ਇਹ ਦੇਖਦਾ ਜਿੰਨੇ ਤਾਂ ਸਾਨੂੰ ਫਲੈਟ ਮਿਲਦਾ ਜੀ ਉਹਨੇ ਦੀ ਜੇ ਅਸੀਂ ਕੋਠੀ ਲਈਏ ਉਹ ਇੰਡੀਪੈਂਡੈਂਟ ਮਿਲ ਜਾਏਗੀ, ਠੀਕ ਹੈ। ਛੱਤ ਤੁਹਾਡੀ ਆਪਦੀ ਹੈ, ਲੈਂਡ ਤੁਹਾਡਾ ਆਪਦਾ, ਸੀ ਘਰ ਬਣਾਓ, ਤਾਂ ਲੈਂਡ ਵੀ ਸਾਡੇ ਜ਼ਿਆਦਾ ਹੀ ਮਿਲੇਗੀ ਮੈਨੂੰ ਲੱਗਦਾ ਉਹਦੇ ਨਾਲ। ਉਹ ਏਰੀਆ ਤੇ ਡਿਪੈਂਡ ਕਰਦਾ ਅਗੇਨ। ਜੇ ਏਰੀਆ ਹੁਣ ਮੋਹਾਲੀ ਏਰੀਆ, ਉੱਥੇ ਅਸੀਂ ਫਲੈਟ ਲਓਗੇ ਸਸਤਾ ਪਊਗਾ, ਪਲੋਟ ਲਓਗੇ ਤਾਂ ਬਹੁਤ ਜ਼ਿਆਦਾ ਮਹਿੰਗਾ ਪਊਗਾ, ਉਹ ਅਕੋਰਡਿੰਗ ਟੂ ਦ ਏਰੀਆ ਡਿਪੈਂਡ ਕਰਦਾ। ਠੀਕ ਹੈ। ਹਾਂਜੀ ਅੱਛਾ, ਮੰਨ ਲਓ ਕਿਸੇ ਨੇ ਜੇ ਫਲੈਟ ਹੀ ਲੈਣਾ ਤੇ ਉਹ ਇਨਵੈਸਟਮੈਂਟ ਦੇ ਲਈ ਠੀਕ ਹੈ ਖਰੀਦਣਾ ਚਾਹੀਦਾ, ਫਿਰ ਤੁਸੀਂ ਜਿੱਦਾਂ ਕਹਿ ਰਹੇ ਹੋ ਕਿ ਨਹੀਂ ਕਰਨਾ ਚਾਹੀਦਾ। ਦੇਖੋ, ਔਰ ਜੇ ਤੁਹਾਡਾ ਮਨ ਹੀ ਹੈ ਫਲੈਟ ਲੈਣ ਦਾ ਫਿਰ ਤਾਂ ਲੈ ਹੀ ਲਓ, ਫਿਰ ਤਾਂ ਤੁਹਾਨੂੰ ਰੋਕ ਹੀ ਨਹੀਂ ਸਕਦਾ ਕੋਈ, ਜੇ ਤਾਂ ਮਨ ਹੀ ਹੈ ਫਲੈਟ ਲੈਣ ਦਾ। ਬਟ ਅਗੇਨ ਜੇ ਮੈਂ ਆਪਦਾ ਦੱਸ ਰਿਹਾ, ਓਪੀਨੀਅਨ ਦੱਸ ਰਿਹਾ, ਮੇਰਾ ਓਪੀਨੀਅਨ ਇਹ ਹੈ ਕਿ ਜੇ ਪਲੋਟ ਲਓਗੇ ਤਾਂ ਉਹ ਫਲੈਟ ਤੋਂ ਜ਼ਿਆਦਾ ਹੀ ਵਧੇਗਾ, ਉਹਦੀ ਅਪਰੀਸੀਏਸ਼ਨ ਜ਼ਿਆਦਾ ਹੀ ਹੋਏਗੀ। ਚਾਹੇ ਉਹ ਗੱਲ ਹੈ ਕਿ ਹਾਂ ਜੇ ਫਲੈਟ 2 ਲੱਖ ਵਧ ਰਿਹਾ ਤਾਂ ਪਲੋਟ 4 ਲੱਖ ਵਧੇਗਾ, ਵੱਧ ਫਲੈਟ ਵੀ ਰਿਹਾ ਹੈ, ਫਲੈਟ 'ਚ ਵੀ ਇੰਕਰੀਜ਼ ਆਏਗਾ ਹੀ ਆਏਗਾ, ਬਟ ਪਲੋਟ ਉਹ ਤੋਂ ਵੱਧ ਇੰਕਰੀਜ਼ ਆਏਗਾ ਇਨ ਦ ਸੇਮ ਏਰੀਆ। ਐਂਡ ਉਸ ਤੋਂ ਬਾਅਦ ਕਿਉਂਕਿ ਜਦੋਂ ਫਲੈਟਸ ਦੀ ਬਿਲਡਿੰਗ ਪੁਰਾਣੀ ਹੋ ਜਾਏਗੀ ਹਾਂ ਉਹ ਕਿਉਂਕਿ ਫਲੈਟਸ ਦੀ ਲਾਈਫ ਹੀ ਬਹੁਤ ਘੱਟ ਹੁੰਦੀ ਹੈ, 10-20 ਸਾਲ 25 ਸਾਲ ਦੀ ਲਾਈਫ ਹੁੰਦੀ, ਉਹਦੇ ਬਾਅਦ ਰੌਟ ਹੋਣਾ ਸ਼ੁਰੂ ਹੁੰਦੇ ਬਿਲਡਿੰਗਸ। ਜੇ ਆਪਾਂ ਦੇਖੀਏ ਪੁਰਾਣੇ ਫਲੈਟਸ ਦੇਖੀਏ ਤਾਂ ਉਹ ਬਿਲਡਿੰਗਸ ਗਲੀਆਂ ਵੀ ਹੁੰਦੀਆਂ ਨੇ, ਤਾਂ ਉਹਨਾਂ ਦੀ ਲਾਈਫ ਬਹੁਤ ਘੱਟ ਹੁੰਦੀ ਹੈ। ਲੇਕਿਨ ਉਹੀ ਗੱਲ, ਅਸੀਂ ਲੈਂਡ ਲਿੱਤਾ, ਠੀਕ ਹੈ, ਤੁਸੀਂ ਘਰ ਬਣਾਇਆ ਆਪਦਾ, ਤੁਸੀਂ 20 ਸਾਲ ਰਹੇ, ਘਰ ਖਰਾਬ ਹੋ ਗਿਆ, ਫਿਰ ਬਣਾ ਲਓ ਘਰ ਤੁਸੀਂ ਆਪਦਾ, ਇੱਕ ਕਮਰਾ ਘੱਟ ਪਾ ਲਓ ਵੱਧ ਪਾ ਲਓ, ਉਹ ਤੁਹਾਡੀ ਆਪਦੀ ਮਰਜ਼ੀ ਹੈ, ਉਹਨੂੰ ਥੋੜ੍ਹਾ ਆਪਦਾ ਇੰਡੀਪੈਂਡੈਂਟ ਇੱਕ ਲਿਵਿੰਗ ਹੋ ਗਿਆ ਉਹ। ਨਾਓ ਸਪੋਜ਼ ਦੈਟ देयर आर 3 ਕਾਈਂਡ ਆਫ ਬਾਇਰਸ, ਠੀਕ ਹੈ। ਇੱਕ ਕੋਲ 25 ਲੱਖ ਹੈ, ਹੂੰ। ਇੱਕ ਕੋਲ 50 ਲੱਖ ਹੈ, ਹੂੰ ਤੀਜੇ ਕੋਲ 1 ਕਰੋੜ ਆ। ਹੂੰ। ਤਿੰਨਾਂ ਦੇ ਕੀ ਇਨਵੈਸਟਮੈਂਟ ਪਲਾਨ ਹੋਣੇ ਚਾਹੀਦੇ ਫॉर ਇਨਵੈਸਟਮੈਂਟ ਜਿਹਦੇ ਕੋਲ ਮਤਲਬ ਇਨ ਰੀਅਲ ਐਸਟੇਟ ਓਨਲੀ, ਇਨ ਰੀਅਲ ਐਸਟੇਟ ਓਨਲੀ, ਠੀਕ ਹੈ। ਔਰ ਯੂ ਕੈਨ ਟਾਕ ਅਬਾਊਟ ਅਦਰ ਥਿੰਗਸ ਆਲਸੋ ਕਿ ਚਲੋ ਜੇ ਰੀਅਲ ਐਸਟੇਟ 'ਚ ਨਹੀਂ ਕਰ ਰਿਹਾ ਤਾਂ ਉਹ ਕੀ ਆਪਸ਼ਨ ਉਹ ਅਡਾਪਟ ਕਰ ਸਕਦਾ, ਜਾਂ ਬਜਟ ਘੱਟ ਹੈ ਨਹੀਂ ਕਰ ਪਾ ਰਿਹਾ। ਇੱਕ ਨਾ ਮੈਂ ਦੱਸਦਾ ਜੀ ਨਾ, ਕੈਪੀਟਲ ਘੱਟ ਵੀ ਹੈ ਤਾਂ ਇੱਕ ਨਾ ਲੋਨ ਟੂ ਵੈਲਿਊ ਰੇਸ਼ੋ ਹੁੰਦੀ ਹੈ। ਓਕੇ, ਮੈਂ ਐਕਚੁਅਲੀ ਆਕਸਫੋਰਡ ਯੂਨੀਵਰਸਿਟੀ ਦਾ ਕੋਰਸ ਕੀਤਾ ਸੀਗਾ, ਇੱਕ ਫੈਲੋਸ਼ਿਪ ਸੀਗੀ ਮੇਰੀ 4 ਮੰਥਸ ਦੀ ਇਨ ਆਕਸਫੋਰਡ ਯੂਨੀਵਰਸਿਟੀ, ਐਂਡ ਉੱਥੇ ਮੈਨੂੰ ਇੱਕ ਬਹੁਤ ਇੰਟਰਸਟਿੰਗ ਕਨਸੈਪਟ ਸਮਝਾਇਆ, ਲੋਨ ਟੂ fellowship was regarding ਰੀਅਲ ਐਸਟੇਟ ਇਨਵੈਸਟਮੈਂਟਸ only. okay, I went to Oxford University for 2 months and 2 months was online है, ਤਾਂ ਉਹਨਾਂ ਨੇ ਇੱਕ ਬਹੁਤ ਮਤਲਬ ਇੱਕ ਪੂਰਾ ਇੰਟੀਗ੍ਰੇਟਡ ਕੋਰਸ ਸੀਗਾ very good. ਰੀਅਲ ਐਸਟੇਟ ਇਨਵੈਸਟਮੈਂਟਸ ਤੇ ਉਹ ਇੱਕ ਨਾ ਲੋਨ ਟੂ ਵੈਲਿਊ ਰੇਸ਼ੋ ਸੀਗੀ। ਜੇ ਤੁਸੀਂ ਕੋਈ ਕਮਰਸ਼ੀਅਲ ਪ੍ਰਾਪਰਟੀ ਲੈ ਰਹੇ ਹੋ, ਕਿਉਂਕਿ ਦ ਥਿੰਗ ਇਜ਼ ਕਿ ਜੋ ਯੂਕੇ ਦੀ ਪ੍ਰਾਪਰਟੀਜ਼ ਨੇ ਉਹ ਬਹੁਤ ਈਜ਼ੀ ਨੇ ਅੰਡਰਸਟੈਂਡ ਕਰਨੀ, ਕਿਉਂਕਿ ਉੱਥੇ ਲੈਂਡ ਬਹੁਤ ਘੱਟ ਹੈ। ਜੇ ਆਪਾਂ ਲੰਡਨ ਦੀ ਗੱਲ ਕਰੀਏ, ਯੂਕੇ ਦੀ ਗੱਲ ਕਰੀਏ, ਆਕਸਫੋਰਡ ਦੀ ਗੱਲ ਕਰੀਏ, ਤਾਂ ਉੱਥੇ ਲੈਂਡ ਬਹੁਤ ਘੱਟ ਨੇ ਤੇ ਬਿਲਡਅਪ ਪ੍ਰਾਪਰਟੀਜ਼ ਵੱਧ ਨੇ, ਤਾਂ ਉੱਥੇ ਬਹੁਤ ਈਜ਼ੀ ਹੈ ਇੱਕ ਲੈਂਡ ਦੀ ਵੈਲਿਊ ਨੂੰ ਜੱਜ ਕਰਨਾ ਤੇ ਇੱਕ ਲੈਂਡ ਦੀ ਰਿਟਰਨਸ ਜੱਜ ਕਰਨਾ। ਜੇ ਤੁਸੀਂ ਕਮਰਸ਼ੀਅਲ ਕੰਸਟਰਕਟਡ ਚੀਜ਼ਾਂ ਤਾਂ ਕਿਉਂਕਿ ਉੱਥੇ ਲੈਂਡ ਹੈ ਹੀ ਨਹੀਂ ਗੀ, ਤਾਂ ਉੱਥੇ ਬਹੁਤ ਘੱਟ ਔਰ ਡਿਮਾਂਡ ਹੈ, ਤਾਂ ਉੱਥੇ ਲੱਗ ਜਾਂਦਾ ਪਤਾ ਕਿ ਕਿਹਦੀ ਕੀ ਵੈਲਿਊ ਪ੍ਰਾਪਰਟੀ ਹੈ ਤੇ ਕਿੰਨੀ ਰਿਟਰਨਸ ਆ ਰਹੀ ਉਸ ਜਗ੍ਹਾ ਤੋਂ। ਤੇ ਇੱਕ ਕਨਸੈਪਟ ਸੀਗਾ ਲੋਨ ਟੂ ਵੈਲਿਊ ਰੇਸ਼ੋ। ਜੇ ਤੁਸੀਂ ਕੋਈ ਪ੍ਰਾਪਰਟੀ ਖਰੀਦ ਰਹੇ ਹੋ, ਉਹ 'ਤੇ ਲੋਨ ਲੈ ਰਹੇ ਹੋ, ਜੇ ਤੁਹਾਡੀ ਮੰਨ ਲਓ ਤੁਹਾਡੀ ਪ੍ਰਾਪਰਟੀ ਹੈਗੀ ਆ 60 ਲੱਖ ਰੁਪਏ ਦੀ, ਤੁਸੀਂ ਉਹ 'ਚ 30 ਲੱਖ ਆਪ ਭਰ ਰਹੇ ਹੋ, 30 ਲੱਖ ਲੋਨ ਲੈ ਰਹੇ ਹੋ, ਮਤਲਬ 50% ਤੁਸੀਂ ਐਕੁਇਟੀ ਹੈ, 50% ਦਾ ਡੈਟ ਹੈ। ਤੇ ਜੋ ਡੈਟ ਦੀ ਵੈਲਿਊ ਹੈ, ਮੰਨ ਲਓ ਜੇ ਤੁਹਾਡੀ ਕਮਰਸ਼ੀਅਲ ਪ੍ਰਾਪਰਟੀ ਹੈ ਉਹ ਆਲਰੇਡੀ ਬਿਲਡਅਪ ਹੈ, ਉੱਥੇ ਦੁਕਾਨ ਚੜੀ ਹੋਈ ਕਿਰਾਏ 'ਤੇ, ਤੁਹਾਨੂੰ ਕਿਰਾਇਆ ਉਹ 'ਚੋਂ ਆ ਰਿਹਾ ਆਲਰੇਡੀ, ਤੇ ਉਹ ਕਿਰਾਇਆ ਹੈਗਾ ਅਰਾਊਂਡ 12% ਪਰ ਸਾਲ ਪਰ ਐਨਮ, ਤੁਹਾਨੂੰ 12% ਪਰ ਐਨਮ ਤੋਂ ਰਿਟਰਨਸ ਆ ਰਹੇ ਆ ਉਸ ਪ੍ਰਾਪਰਟੀ 'ਚ ਆਲਰੇਡੀ ਆ ਰਹੇ ਆ। ਤੁਹਾਡੀ ਜਿਹੜੀ ਡੈਟ ਹੈ, ਤੁਸੀਂ ਜੋ ਲੋਨ ਲਿੱਤਾ ਹੈ, ਉਹਦੀ ਜੋ ਇੰਟਰਸਟ ਰੇਟ ਹੈ, ਜੇ ਉਹ 12% ਤੋਂ ਘੱਟ ਹੈ, 12% ਪਰ ਐਨਮ ਤੋਂ ਘੱਟ ਹੈ, ਫਿਰ ਤੁਹਾਨੂੰ ਪ੍ਰਾਪਰਟੀ 'ਚ ਫਾਇਦਾ ਹੋਊਗਾ, ਫਿਰ ਉਹਨੂੰ ਲੋਨ ਲੈਣ 'ਤੇ ਫਾਇਦਾ ਹੋਊਗਾ, ਫਿਰ ਤਾਂ ਲੋਨ ਲੈਣਾ ਫਿਰ ਲੋਨ ਲੈਣ ਦਾ ਵੀ ਫਾਇਦਾ ਹੋਏਗਾ। ਜੇ
ਉਹ ਇੰਟਰਸਟ ਰੇਸ਼ੋ ਕਿ ਮੰਨ ਲਓ ਇੰਟਰਸਟ ਰੇਟ ਜੇ 7% 8% ਹੈ ਬਟ ਤੁਹਾਨੂੰ ਜਿਹੜੇ ਰਿਟਰਨਸ ਆ ਰਹੇ ਉਹ ਉਹ 12% ਦੇ ਆ ਰਹੇ ਹੈ। 5% ਐਟਲੀਸਟ ਬਚ ਰਹੇ। ਬਚ ਰਿਹਾ ਤੁਹਾਨੂੰ ਜ਼ਿਆਦਾ ਬੈਨੀਫਿਟ ਹੈ ਉਸ ਚੀਜ਼ ਦਾ। ਤੇ ਉਹੀ ਗੱਲ ਹੈ ਤੁਹਾਡੇ ਕੋਲ ਕੈਪੀਟਲ ਵੀ ਹੈ, ਤੁਹਾਡੇ ਕੋਲ ਕਰੋੜ ਰੁਪਏ ਖੁਦ ਦਾ ਵੀ ਹੈ, ਤਾਂ ਵੀ ਆਈ ਵੁੱਡ ਸੁਜੈਸਟ ਕਿ ਤੁਸੀਂ ਲੋਨ ਲੈ ਕੇ ਪ੍ਰੋਪਰਟੀ ਲਓ। ਓਕੇ ਕਿਉਂਕਿ ਓਬਵੀਅਸਲੀ ਰਿਟਰਨਸ ਬਾਅਦ ਮਿਲਣਗੇ। ਤੁਸੀਂ ਕਰੋੜ ਰੁਪਏ ਸਿੱਧਾ ਆਪਾਂ ਗੱਲ ਕੀ 60 ਲੱਖ ਦੀ ਗੱਲ ਕੀਤੀ, 60 ਲੱਖ ਤੁਸੀਂ ਆਪ ਲਾਓਗੇ, ਤੁਹਾਡਾ ਪੂਰਾ ਆਪ ਦਾ ਹੋਊਗਾ ਤੇ ਤੁਹਾਨੂੰ ਰਿਟਰਨਸ ਆਉਣਗੇ, ਤੁਹਾਨੂੰ ਉਹ ਤੋਂ ਵੱਧ ਬੈਨੀਫਿਟ ਲੋਨ ਲੈ ਕੇ ਪ੍ਰੋਪਰਟੀ ਲੈਣ 'ਚ ਹੈ। ਠੀਕ ਹੈ। ਜੇ ਬੇਸਿਕ ਮੈਥ ਕਰੀਏ ਆਪਾਂ ਤਾਂ ਲੋਨ ਲੈ ਕੇ ਪ੍ਰੋਪਰਟੀ ਲੈਣ ਜ਼ਿਆਦਾ ਬੈਨੀਫਿਟ ਹੈ ਅਕੋਰਡਿੰਗ ਟੂ ਇੰਸਟੈਡ ਆਫ ਗੇਟਿੰਗ ਯੂਰ ਓਨ ਕੈਪੀਟਲ। ਆਪਾਂ ਗੱਲ ਕੀਤੀ 12% ਪਰ ਐਨਮ ਦੀ ਆਪਾਂ ਰਿਟਰਨ ਆ ਰਹੀ ਹੈ, 7% ਆਪਣਾ ਜਿਹੜਾ ਉਹ ਹੈ ਲੋਨ ਦਾ ਇੰਟਰਸਟ ਰੇਟ ਹੈ। ਕਿੰਨਾ ਬਚ ਗਿਆ? 4% ਬਚ ਗਿਆ। ਉਹ 4% ਐਕਸਟਰਾ ਰਿਟਰਨ ਆਪਾਂ ਨੂੰ ਆ ਰਹੀ ਹੈ। ਜੇ ਆਪਾਂ ਇੰਟਰਸਟ ਕਰਤਾ 7% ਜਿਹੜਾ ਬੱਚਾ ਹੈ ਉਹ ਐਕਸਟਰਾ ਰਿਟਰਨ ਹੈ, ਤਾਂ ਉਹ ਆਪਣੀ ਜਿਹੜੀ ਆਪਣੀ ਖੁਦ ਦੀ ਇਕੁਇਟੀ ਹੈ ਉਹ 'ਚ ਐਡ ਹੋ ਰਹੀ ਹੈ। ਜਿਵੇਂ ਫੋਰ ਐਗਜ਼ਾਮਪਲ 60 ਲੱਖ ਤੇ 12% ਕਿੰਨਾ ਹੋਇਆ? ਅਰਾਊਂਡ 7,20,000 ਆ। 7,20,000 ਹੋਇਆ। 7,20,000 ਚੋਂ ਅੱਧਾ ਤੁਹਾਡੇ ਆਪ ਦੇ ਖਾਤੇ ਜਾਊਗਾ, ਐਕੁਇਟੀ ਜਾਊਗਾ, ਅੱਧਾ ਤੁਹਾਡੇ ਡੈਟ 'ਚ ਜਾਊਗਾ। ਹੁਣ ਜੋ ਪਰਸੈਂਟੇਜ ਤੁਸੀਂ ਲੋਨ ਭਰ ਰਹੇ ਹੋ ਜਾਂ ਤੁਸੀਂ ਇੰਟਰਸਟ ਭਰ ਰਹੇ ਹੋ, ਉਹਨੂੰ ਕੱਟ ਕੇ ਇਹ 'ਚੋਂ ਕੁਛ ਅਮਾਊਂਟ ਬਚੂਗੀ ਜੋ ਤੁਹਾਡੇ ਇਹ 'ਚ ਐਡ ਹੋਊਗੀ, ਤੁਹਾਡੇ ਐਕੁਇਟੀ 'ਚ ਐਡ ਹੋਊਗੀ। ਤਾਂ ਲੋਨ ਲੈ ਕੇ ਪ੍ਰੋਪਰਟੀ ਦਾ ਜ਼ਿਆਦਾ ਬੈਨੀਫਿਟ ਹੁੰਦਾ ਹੈ। ਓਕੇ ਠੀਕ ਹੈ। ਕੁਐਸਚਨ ਸੀਗਾ 25,50,000 ਕਿੰਨੇ ਕੋਲ ਚਲਾ ਗਿਆ। ਉਹ ਤਾਂ ਕੁਐਸਚਨ ਕੁਛ ਹੋਰ ਸੀਗਾ ਬਟ ਹੁਣ ਜਦੋਂ ਅਸੀਂ 25 ਲੱਖ 50 ਲੱਖ ਜਾਂ 1 ਕਰੋੜ ਵਾਲਾ ਇਨਵੈਸਟਮੈਂਟ ਪਲਾਨ ਹਰੇਕ ਨੂੰ ਜੇ ਦੇਣਾ, ਪਰ ਤੁਸੀਂ ਕਹਿ ਰਹੇ ਹੋ ਕਿ ਹਰੇਕ ਨੂੰ ਇਸ ਹਿਸਾਬ ਨਾਲ ਇਨਵੈਸਟ ਕਰਨਾ ਚਾਹੀਦਾ ਕਿ ਉਹਦਾ ਉਹ ਲੋਨ ਲੈ ਕੇ ਜੋ ਉਹਨੂੰ ਰਿਟਰਨ ਕੁਛ ਆ ਰਹੀ ਹੈ ਉਹਦੇ ਹਿਸਾਬ ਨਾਲ ਕਰੇ। ਬਟ ਮੰਨ ਲਓ ਹੁਣ ਅਸੀਂ ਕਰਨਾ ਪਲੋਟ ਦੇ ਵਿੱਚ ਇਨਵੈਸਟ, ਠੀਕ ਹੈ। ਹੁਣ ਜਦੋਂ ਪਲੋਟ 'ਚ ਇਨਵੈਸਟ ਕਰਨਾ ਹੈ 25 ਲੱਖ ਵਾਲੇ ਦਾ ਕੀ ਪਲਾਨ ਹੋਣਾ ਚਾਹੀਦਾ ਹੈ, 50 ਲੱਖ ਵਾਲੇ ਦਾ ਤੇ 1 ਕਰੋੜ ਵਾਲੇ ਦਾ ਕੀ ਪਲਾਨ ਹੋਣਾ ਚਾਹੀਦਾ? ਦਿਸ ਇਜ਼ ਜਸਟ ਅਗੇਨ ਸਪੋਜੀਸ਼ਨ ਕਿ ਕਿਸੇ ਕੋਲ ਵੱਧ ਵੀ ਹੋ ਸਕਦੇ ਘੱਟ ਵੀ ਹੋ ਸਕਦੇ। ਦੇਖੋ ਜਿਹੜਾ ਮੈਂ ਤਿੰਨੋਂ ਦਾ ਨਾ ਮੇਰੇ ਹਿਸਾਬ ਨਾਲ ਸੇਮ ਪਲਾਨ ਹੈ। 25 ਲੱਖ ਵਾਲੇ ਦੇ, 50 ਲੱਖ ਵਾਲੇ ਦੇ, 1 ਕਰੋੜ ਵਾਲੇ ਦੇ ਵੀ। ਓਕੇ ਤਾਂ ਉਹ ਤਿੰਨੇ ਕੈਪੀਟਲਸ ਨੇ, ਤੁਹਾਨੂੰ ਸਿਰਫ ਇੱਕ ਚੀਜ਼ ਦੇਖਣੀ ਹੈ, ਜਿਸ ਏਰੀਆ 'ਚ ਪ੍ਰੋਪਰਟੀ ਲੈ ਰਹੇ ਹੋ। ਹੁਣ 25 ਲੱਖ ਵਾਲਾ ਤੁਹਾਡੇ ਬਾਹਰ ਲਊਗਾ, 50 ਤੁਹਾਡੇ ਅੰਦਰ ਆ ਜਾਊਗਾ, 1 ਵਾਲਾ ਤੋਂ ਅੰਦਰ ਆ ਜਾਊਗਾ। ਬਟ ਏਰੀਆ ਜੋ ਉਸ ਏਰੀਆ 'ਚ ਰਹਿ ਰਹੇ ਹੋ, ਉਹ ਏਰੀਆ ਦੇਖਣਾ ਬਹੁਤ ਜ਼ਰੂਰੀ ਹੈ। ਪਹਿਲੀ ਗੱਲ ਤਾਂ ਕਿ ਉਸ ਏਰੀਆ 'ਚ ਆਸੇ-ਪਾਸੇ ਲੋਕ ਰਹਿ ਰਹੇ ਹੈ, ਉਹ ਦੇਖਣੀ ਜ਼ਰੂਰੀ ਹੈ। ਰੈਜ਼ੀਡੈਂਸ਼ੀਅਲ ਦੀ ਗੱਲ ਕਰੀਏ ਆਪਾਂ, ਜੇ ਉੱਥੇ ਆਸ-ਪਾਸ ਪਾਪੂਲੇਸ਼ਨ ਹੈਗੀ ਹੈ ਤਾਂ ਮਤਲਬ ਉੱਥੇ ਲੋਕ ਰਹਿਣਾ ਚਾਹੁੰਦੇ ਆ, ਉਹ ਗੁੱਡ ਏਰੀਆ ਹੈ, ਚੰਗਾ ਏਰੀਆ ਜਿੱਥੇ ਲੋਕ ਰਹਿੰਦੇ ਆ। ਸੈਕਿੰਡ ਚੀਜ਼ ਹੈ ਉੱਥੇ ਆਸ-ਪਾਸ ਕੋਈ ਮੇਜਰ ਰੋਡ ਜਾਂ ਇਨਫਰਾਸਟ੍ਰਕਚਰ ਹੈਗਾ ਕਿ ਨਹੀਂ ਹੈਗਾ, ਚਾਹੇ ਕੋਈ ਮਾਲ ਹੋਵੇ, ਕੋਈ ਰੋਡ ਹੋਵੇ, ਕੋਈ ਇੰਸਟੀਟਿਊਟ ਹੋਵੇ, ਕੋਈ ਯੂਨੀਵਰਸਿਟੀ ਹੋਵੇ, ਉਹ ਚੀਜ਼ ਹੈ ਕਿ ਨਹੀਂ ਹੈ। ਕਿਉਂਕਿ ਲੈਂਡਮਾਰਕ ਦਾ ਪ੍ਰੋਪਰਟੀ ਵੈਲਿਊ ਬਹੁਤ ਵੱਧਦੀ ਹੈ, ਚਾਹੇ ਆ ਰਿਹਾ ਹੈ, ਚਾਹੇ ਆ ਗਿਆ ਹੈ, ਦੋਨਾਂ 'ਚ ਕੁਛ ਵੀ ਹੋਵੇ। ਤੀਜੀ ਗੱਲ ਇਹ ਹੈ ਕਿ ਤੁਹਾਡੀ ਪ੍ਰੋਪਰਟੀ ਹੈ, ਉਹਦੀ ਲੀਗਲ ਸੀਐਲਯੂ ਹੋਈ ਵੀ ਹੈ ਜਾਂ ਲੀਗਲਾਈਜ਼ਡ ਹੋਇਆ ਵਾ ਸਾਰਾ ਸਿਸਟਮ। ਜੇ ਪ੍ਰੋਪਰਟੀ ਲੀਗਲ ਵੀ ਹੈ, ਉਹਦੇ ਆਸ-ਪਾਸ ਕੋਈ ਲੈਂਡਮਾਰਕ ਰੋਡ ਵੀ ਹੈ, ਜਿੱਥੇ ਲੋਕ ਰਹਿ ਵੀ ਰਹੇ ਹੈ, ਤਾਂ ਦੈਟ ਪ੍ਰੋਪਰਟੀ ਇਜ਼ ਗੁੱਡ ਫॉर ਯੂ। ਜੇ ਤੁਸੀਂ 25 ਲੱਖ ਲੈ ਰਹੇ ਹੋ, ਚਾਹੇ 50 ਲੈ ਰਹੇ ਹੋ, ਚਾਹੇ 1 ਕਰੋੜ ਲਾ ਰਹੇ ਹੋ, ਉਹ ਤੁਸੀਂ ਸਿਟੀ ਦੇ ਕੋਲ ਅੰਦਰ ਜਾਓਗੇ। ਬਟ ਜੋ ਏਰੀਆ ਹੈ ਉਹ ਦੇਖਣਾ ਬਹੁਤ ਜ਼ਰੂਰੀ ਹੈ ਕਿ ਹੁਣ 1 ਕਰੋੜ ਲਾ ਰਹੇ ਹੋ, ਰਿਟਰਨਸ ਤੁਹਾਨੂੰ ਉਹ 'ਤੇ 15% ਮਿਲਣੇ ਹੈ। ਤੁਸੀਂ ਲਾ ਰਹੇ ਹੋ 50 ਲੱਖ, ਉਹ 'ਤੇ 15% ਮਿਲਣੇ ਹੈ, 25 ਲੈ ਰਹੇ ਹੋ, ਉਹ 'ਤੇ 15% ਮਿਲਣੇ ਹੈ। ਤਾਂ ਜੋ ਏਰੀਆ ਦੀ ਗਰੋਥ ਐਪਰੀਸੀਏਸ਼ਨ ਹੈ ਉਹਨੂੰ ਦੇਖਣਾ ਬਹੁਤ ਜ਼ਰੂਰੀ ਹੈ ਮੇਰੇ ਹਿਸਾਬ ਨਾਲ ਤਾਂ। ਕਿਹੜੀ ਸਟੇਜ ਦੇ ਵਿੱਚ ਬੰਦੇ ਨੂੰ, ਕਿਉਂਕਿ ਡੈਫੀਨੇਟਲੀ ਕੋਈ ਵੀ ਬੰਦਾ ਜਿਹੜਾ ਉਹਦੇ ਕੋਲ ਜ਼ਿਆਦਾ ਇਨਵੈਸਟਮੈਂਟ ਕਰਦਾ ਜਦੋਂ ਜਾਂ ਕੋਈ ਵੀ ਚੀਜ਼ ਲੈਂਦਾ ਪਹਿਲੇ ਰੈਜ਼ੀਡੈਂਸ਼ੀਅਲ ਲੈਂਦਾ, ਬਟ ਕਿਹੜੀ ਸਟੇਜ 'ਤੇ ਰੈਜ਼ੀਡੈਂਸ਼ੀਅਲ ਤੋਂ ਤੁਸੀਂ ਇਨਵੈਸਟਮੈਂਟ ਆਪਣੀ ਕਮਰਸ਼ੀਅਲ 'ਤੇ ਸ਼ਿਫਟ ਕਰ ਸਕਦਾ? ਮੇਰੇ ਹਿਸਾਬ ਨਾਲ ਤਾਂ ਪਹਿਲਾਂ ਕਮਰਸ਼ੀਅਲ ਲੈਣਾ ਚਾਹੀਦਾ ਬੰਦੇ ਨੂੰ। ਪਹਿਲਾਂ ਦੁਕਾਨ ਪਾਓ ਫਿਰ ਘਰ ਪਾਓ। ਪਹਿਲਾਂ ਦੁਕਾਨ ਪਾਉਣੀ ਚਾਹੀਦੀ ਹੈ ਫਿਰ ਘਰ ਪਾਉਣਾ ਚਾਹੀਦਾ। ਪਹਿਲੇ ਚੱਲਦੇ ਕਿ ਦੁਕਾਨ ਤੋਂ ਤਾਂ ਘਰ ਪਾ ਗੱਲ ਹਾਂ, ਘਰ ਪਹਿਲਾਂ ਦੁਕਾਨ ਪਾਓ ਫਿਰ ਦੁਕਾਨ ਤੋਂ ਘਰ ਬਣਾਓ। ਕਿਉਂਕਿ ਓਬਵੀਅਸਲੀ ਤੁਹਾਨੂੰ ਰੈਂਟਲ ਇਨਕਮ ਆਊਗੀ। ਹੁਣ ਪਤਾ ਗੱਲ ਕੀ ਹੈ, ਤੁਸੀਂ ਕਮਰਸ਼ੀਅਲ ਰੈਜ਼ੀਡੈਂਸ਼ੀਅਲ ਪ੍ਰੋਪਰਟੀ ਦਿੱਤੀ, ਹੁਣ ਤੁਹਾਨੂੰ ਉਹ 'ਚ ਬਾਇਰ ਵੀ ਲੱਭਣਾ ਪੈਣਾ ਹੈ। ਕੋਈ ਖਰੀਦਣ ਵਾਲਾ ਹੋਵੇ ਇਸ ਪ੍ਰੋਪਰਟੀ ਨੂੰ, ਉਹ ਵੀ ਲੱਭਣਾ ਮੁਸ਼ਕਿਲ ਹੈ। ਪਹਿਲਾਂ ਉਹ ਲੱਭੋਗੇ, ਉਹ ਲੱਭਣ ਨੂੰ ਟਾਈਮ ਲੱਗ ਜਾਣਾ ਹੈ। ਬਟ ਕਮਰਸ਼ੀਅਲ ਪ੍ਰੋਪਰਟੀ 'ਚ ਨਾ ਇੱਕ ਫਾਇਦਾ ਇਹ ਹੁੰਦਾ ਹੈ ਕਿ ਤੁਹਾਡੀ ਜੋ ਕਮਰਸ਼ੀਅਲ ਪ੍ਰੋਪਰਟੀ ਹੈ ਉਹ ਰੈਂਟ 'ਤੇ ਚਲੀ ਜਾਂਦੀ ਹੈ। ਤਾਂ ਤੁਹਾਨੂੰ ਸਿਕਿਉਰਿਟੀ ਰਹਿੰਦੀ ਹੈ ਇੱਕ ਕਿ ਹਾਂ ਤੁਹਾਨੂੰ ਘਾਟਾ ਤਾਂ ਨਹੀਂ ਪੈ ਰਿਹਾ, ਤੁਹਾਨੂੰ ਇੰਟਰਸਟ ਤਾਂ ਨਹੀਂ ਪੈ ਰਿਹਾ ਉਸ ਚੀਜ਼ ਦਾ, ਤੁਹਾਨੂੰ ਇੰਟਰਸਟ ਵਾਪਸ ਆ ਰਿਹਾ ਉਸ ਚੀਜ਼ ਤੋਂ। ਤਾਂ ਇਹ ਗੱਲ ਹੈ ਕਮਰਸ਼ੀਅਲ ਪ੍ਰੋਪਰਟੀ ਤਾਂ ਸੇਫ ਹੁੰਦੀ ਹੈ, ਤੁਸੀਂ ਆਪ ਦਾ ਕੰਮ ਕਰਨਾ ਆਪ ਦਾ ਕੰਮ ਕਰ ਸਕਦੇ ਹੋ। ਤਾਂ ਕਮਰਸ਼ੀਅਲ ਪ੍ਰੋਪਰਟੀ ਇਜ਼ ਅ ਵੇ ਬੈਟਰ ਆਪਸ਼ਨ ਦੈਨ ਰੈਜ਼ੀਡੈਂਸ਼ੀਅਲ ਪ੍ਰੋਪਰਟੀ ਇਫ ਬਾਈ। ਤੇ ਦੋਨਾਂ ਦੇ ਵਿੱਚ ਕਿੰਨਾ ਕੁ ਡਿਫਰੈਂਸ ਆ ਰਿਹਾ ਨਾ ਅਸੀਂ ਰੈਂਟਲ ਇਨਕਮ ਦੀ ਜੇ ਗੱਲ ਕਰੀਏ ਤਾਂ? ਰੈਂਟਲ ਤਾਂ ਰੈਜ਼ੀਡੈਂਸ਼ੀਅਲਸ ਤਾਂ ਹੁਣ ਇੱਕੋ ਏਰੀਆ 'ਚ ਜੇ ਕਮਰਸ਼ੀਅਲ ਦੀ ਗੱਲ ਕਰੀਏ, ਜੇ ਮੈਂ ਗੱਲ ਕਰਾਂ ਆਪਣੇ ਮੋਹਾਲੀ ਦੀ ਗੱਲ ਕਰ ਲੈਂਦੇ ਹਾਂ। ਮੋਹਾਲੀ ਵਿੱਚ ਜੇ ਆਪਾਂ 2 BHK ਦਾ ਰੈਜ਼ੀਡੈਂਸ਼ੀਅਲ ਰੈਂਟ 'ਤੇ ਲੈਂਦੇ ਹਾਂ, ਤੁਹਾਨੂੰ ਪੈ ਜਾਊਗਾ 40 45,000 ਰੁਪਏ ਦਾ। ਬਟ ਅਗੇਨ ਜੇ ਆਪਾਂ ਇੱਕ ਕਮਰਸ਼ੀਅਲ ਪ੍ਰੋਪਰਟੀ ਦੀ ਗੱਲ ਕਰਦੇ, ਇੱਕ ਬੂਥ ਦੀ ਵੀ ਗੱਲ ਕਰਦੇ ਹਾਂ, ਤਾਂ ਉਹ 1.5 ਲੱਖ 2 ਲੱਖ ਰੁਪਏ ਦੀ ਮਿਲਦੀ ਆਪਾਂ ਨੂੰ ਪਰ ਮੰਥ। ਤਾਂ ਕਮਰਸ਼ੀਅਲ ਪ੍ਰੋਪਰਟੀ ਓਬਵੀਅਸਲੀ ਜ਼ਿਆਦਾ ਹੈ, ਬਹੁਤ ਜ਼ਿਆਦਾ ਹੈ।
ਤੇ ਇੱਕ ਮਾਈਕਰੋ ਇਨਵੈਸਟਿੰਗ ਪਲੈਨਿੰਗ ਬਹੁਤ ਚੱਲ ਰਹੀ ਹੈ ਅੱਜਕੱਲ੍ਹ, ਕਿ ਉਹ ਰੀਅਲ ਐਸਟੇਟ 'ਚ ਵੀ ਹੈ ਪੋਸੀਬਲ? ਰੀਅਲ ਐਸਟੇਟ ਤਾਂ ਅੱਜ ਦੇ ਟਾਈਮ ਪੋਸੀਬਲ ਨਹੀਂ ਹੈ, ਬਟ ਇੰਡੀਆ 'ਚ ਨਾ ਫ੍ਰੈਕਸ਼ਨਲ ਓਨਰਸ਼ਿਪ ਆ ਰਹੀ ਹੈ। ਫ੍ਰੈਕਸ਼ਨਲ ਓਨਰਸ਼ਿਪ ਦਾ ਕਨਸੈਪਟ ਇਹ ਹੁੰਦਾ ਹੈ ਕਿ ਤੁਸੀਂ ਇੱਕੋ ਹੀ ਪਲਾਟ ਵਿੱਚ ਜਾਂ ਇੱਕੋ ਹੀ ਪ੍ਰਾਪਰਟੀ ਵਿੱਚ ਬਹੁਤ ਸਾਰੇ ਲੋਕ ਇਕੱਠੇ ਇਨਵੈਸਟ ਕਰਦੇ ਆ ਤੇ ਪ੍ਰਾਪਰਟੀ ਖਰੀਦ ਲੈਂਦੇ ਆ। ਤੁਹਾਡਾ ਇੱਕ ਪਰਸੈਂਟੇਜ ਆਫ ਦਾ ਪਲਾਟ ਜਾਂ ਜੋ ਫਲੈਟ ਹੈ ਉਹ ਤੁਹਾਡਾ ਹੁੰਦਾ ਹੈ। ਜਿਵੇਂ ਫੋਰ ਐਗਜ਼ਾਮਪਲ ਕਰੋੜ ਰੁਪਏ ਦਾ ਫਲੈਟ ਹੈ, 10 ਬੰਦੇ ਨੇ 10 ਲੱਖ ਰੁਪਏ ਲਾਇਆ, ਤੁਹਾਡੀ ਜੋ ਉਹ ਪਲਾਟ ਵਿੱਚ ਸੌਰੀ ਇੱਕ ਫਲੈਟ ਵਿੱਚ 10% ਤੁਹਾਡਾ ਹੋ ਗਿਆ ਉਹ ਫਲੈਟ, ਤਾਂ ਉਹ ਫ੍ਰੈਕਸ਼ਨਲ ਓਨਰਸ਼ਿਪ ਹੋ ਗਿਆ। ਹੁਣ ਜਿਵੇਂ ਫਲੈਟ ਵਧੂਗਾ, ਜੇ 1 ਕਰੋੜ 1.5 ਕਰੋੜ ਮੈਂ ਸ਼ੇਅਰ ਹੋਲਡਰ ਹੁੰਦਾ ਹੈ। ਸ਼ੇਅਰ ਹੋਲਡਰ ਹੋ ਗਿਆ ਉਸ ਫਲੈਟ 'ਚ, ਤਾਂ ਉਹ ਜੋ ਕਨਸੈਪਟ ਇੰਡੀਆ 'ਚ ਹਾਲੇ ਆਇਆ ਹੀ ਨਹੀਂਗਾ। ਉਹ ਬੰਬੇ, ਪੂਨੇ 'ਚ ਆ ਰਿਹਾ ਤੇ ਇੱਥੇ ਵੀ ਸ਼ਾਇਦ ਛੇਤੀ ਆ ਸਕਦਾ ਹੈ। ਮਤਲਬ ਇੱਕ ਛੋਟਾ ਇਨਵੈਸਟਰ ਵੀ ਕਰੋੜਾਂ ਰੁਪਏ ਖਰਚਣ ਤੋਂ ਬਿਨਾਂ ਵੀ ਇੱਕ ਵੱਡੇ ਪ੍ਰੋਜੈਕਟ ਦਾ ਹਿੱਸਾ ਵਧੀਆ ਬਣ ਸਕਦੇ, ਬਿਲਕੁਲ ਬਿਲਕੁਲ। ਜਿੱਦਾਂ ਹੁਣ ਫੋਰਨ ਦੇ ਵਿੱਚ ਇੱਕ ਕਨਸੈਪਟ ਇਹ ਵੀ ਚੱਲਦਾ, ਪੀਪਲ ਫੀਲ ਦੈਟ ਕਿ ਖੁਦ ਭਾਵੇਂ ਰੈਂਟਲ 'ਚ ਰਹਿ ਲਓ, ਬਟ ਦੈਨ ਤੁਹਾਨੂੰ ਇਨਵੈਸਟ ਜਿਹੜਾ ਹੋਰ ਪ੍ਰੋਪਰਟੀਜ਼ 'ਚ ਕਰਨਾ ਚਾਹੀਦਾ। ਪਹਿਲੇ ਇਨਵੈਸਟ ਕਰੋ, ਫਿਰ ਆਪਣਾ ਘਰ ਬਣਾਓ। ਹਾਂ। ਬਟ ਸਾਡੀ ਮੈਨੂੰ ਲੱਗਦਾ ਇੰਡੀਅਨਸ ਦੀ ਸੋਚ ਅਲੱਗ ਹੈ। ਵੀ ਫੀਲ ਦੈਟ ਕਿ ਨਹੀਂ, ਪਹਿਲੇ ਆਪਣਾ ਘਰ ਹੋਣਾ ਚਾਹੀਦਾ, ਫਿਰ ਉਸ ਤੋਂ ਬਾਅਦ ਨੈਕਸਟ ਸਟੈਪ ਚੱਲਣਾ ਚਾਹੀਦਾ, ਕਿ ਇਨਵੈਸਟਮੈਂਟ ਵੱਲ ਬਾਅਦ 'ਚ ਜਾਣਾ ਚਾਹੀਦਾ। ਸੋ ਐਜ਼ ਅ ਯੰਗਸਟਰ ਵਾਟ ਡੂ ਯੂ ਫੀਲ ਅਬਾਊਟ ਇਟ? ਆਈ ਫੀਲ ਕਿ ਇੰਡੀਆ ਤੇ ਜੇ ਆਪਾਂ ਯੂਕੇ ਦੀ ਗੱਲ ਕਰੀਏ, ਆਈ ਹੈਵ ਬੀਨ ਟੂ ਯੂਕੇ, ਤੇ ਇੰਡੀਆ ਤੇ ਯੂਕੇ ਦੀ ਗੱਲ ਕਰੀਏ ਤਾਂ ਕਲਚਰਲ ਡਿਫਰੈਂਸਿਸ ਵੀ ਬਹੁਤ ਨੇ। ਕਲਚਰਲ ਡਿਫਰੈਂਸਿਸ ਇਨ ਦ ਸੈਂਸ ਕਿ ਇੱਕ ਬੱਚਾ ਹੈ ਜਾਂ ਇੱਕ ਮਤਲਬ ਪਰਿਵਾਰ ਦਾ ਕੋਈ ਬੱਚਾ ਹੈ, ਜੇ ਉਹ 20 ਸਾਲ ਦਾ 21 ਸਾਲ ਦਾ ਹੋਇਆ, ਹੀ ਗੋਜ਼ ਐਂਡ ਲਿਵ ਔਨ ਹਿਜ਼ ਓਨ ਟਰਮਸ। ਉਹ ਅੱਡ ਜਾ ਕੇ ਰਹਿਣ ਲੱਗ ਜਾਂਦਾ ਹੈ, ਬਿਕੋਜ਼ ਹੀ ਵਾਂਟਸ ਟੂ ਲਿਵ ਹਿਜ਼ ਓਨ ਲਾਈਫ ਵਿਦਆਊਟ ਹਿਜ਼ ਪੈਰੈਂਟਸ। ਬਟ ਇੰਡੀਆ 'ਚ ਉਹ ਚੀਜ਼ ਪੋਸੀਬਲ ਨਹੀਂ ਹੈਗੀ। ਐਜ਼ ਇਟ ਇਜ਼ ਜੇ ਆਪਾਂ ਦੇਖੀਏ ਤਾਂ ਇੱਕ ਬੱਚਾ ਜਦੋਂ ਤੱਕ ਆਈ ਗੈਸ ਵਿਆਹ ਨਹੀਂ ਹੁੰਦਾ ਉਦੋਂ ਤੱਕ ਅੱਡ ਨਹੀਂ ਰਹਿਣ ਲੱਗੇਗਾ, ਵਿਆਹ ਨਾਲ ਵੀ ਇਕੱਠੇ ਰਹਿੰਦੇ ਫਿਰ ਸਾਰੇ। ਤਾਂ ਉਸ ਚੀਜ਼ 'ਚ ਇੱਕ ਘਰ ਹੋਣਾ ਬਹੁਤ ਵੱਡੀ ਨੈਸੈਸਿਟੀ ਬਣ ਜਾਂਦੀ ਹੈ ਫॉर ਇੰਡੀਅਨਸ। ਨੈਸੈਸਰੀ ਹੈ ਫॉर ਇੰਡੀਅਨਸ ਟੂ ਗੈਟ ਅ ਗੁੱਡ ਹਾਊਸ। ਸ਼ੁਰੂ 'ਚ ਉਹ ਰੈਂਟ ਤੇ ਨਹੀਂ ਸਰਵਾਈਵ ਕਰ ਪਾਉਂਦੀਆਂ ਇੰਡੀਅਨ ਫੈਮਿਲੀਜ਼। ਤਾਂ ਫॉर ਇੰਡੀਅਨਸ ਗੈਟਿੰਗ ਅ ਹਾਊਸ ਫਰਸਟ ਇਜ਼ ਅ ਨੈਸੈਸਿਟੀ, ਬਟ ਇਨ ਫੋਰਨ ਨੇਸ਼ਨਸ ਆਈ ਡੋਂਟ ਥਿੰਕ ਕਿ ਉਹ ਇੱਕ ਨੈਸੈਸਿਟੀ ਹੈ। ਬਿਕੋਜ਼ ਅਗੇਨ ਪ੍ਰੋਪਰਟੀ ਵੈਲਿਊਜ਼ ਬਹੁਤ ਵੱਧ ਰਹੀਆਂ ਨੇ ਤੇ ਫੈਮਿਲੀਜ਼ ਬਹੁਤ ਜ਼ਿਆਦਾ ਬਿਖਰੀਆਂ ਨੇ। ਅੱਛਾ। ਅੱਛਾ, ਤੁਸੀਂ ਕਹਿੰਦੇ ਹੋ ਕਿ ਲੋਨ ਬੰਦੇ ਨੂੰ ਲੈਣਾ ਚਾਹੀਦਾ ਕੋਈ ਵੀ ਪ੍ਰੋਪਰਟੀ ਲੈ ਰਿਹਾ। ਜੀ। ਬਟ ਫਾਈਨੈਂਸ਼ੀਅਲ ਐਕਸਪਰਟਸ ਇਹ ਵੀ ਕਹਿੰਦੇ ਕਿ ਈਐਮਆਈ ਦੇ ਟਰੈਪ 'ਚ ਨਹੀਂ ਫਸਣਾ ਚਾਹੀਦਾ। ਹੂੰ। ਸੋ ਵਾਟਸ ਯੂਰ ਟੇਕ ਔਨ ਦੈਟ? ਅਗੇਨ ਮੈਂ ਕਿਹਾ ਕਿ ਜੇ ਲੋਨ ਲੈਣਾ ਹੈ ਤਾਂ ਤੁਸੀਂ ਰਿਟਰਨ ਦੇਖੋ ਪਹਿਲਾਂ ਆਪਦੀਆਂ, ਕਿ ਤੁਸੀਂ ਜੋ ਕਮਾ ਰਹੇ ਹੋ, ਚਲੋ ਰਿਟਰਨ ਪ੍ਰੋਪਰਟੀ ਰਿਟਰਨ ਛੱਡੋ। ਬਟ ਹੁਣ ਪ੍ਰੋਪਰਟੀ ਲੋਨ ਜਦੋਂ ਅਸੀਂ ਲੈਂਦੇ ਹਾਂ, ਕੋਈ ਮੰਨ ਲਓ ਕਿਸੇ ਦੀ ਏਜ 25 ਤੋਂ 30 ਸਾਲ ਹੀ ਹੈ, ਹਾਂ। ਠੀਕ ਹੈ, ਹਾਂਜੀ। ਯੰਗਸਟਰ ਹੀ ਆ, ਕੋਈ ਪ੍ਰੋਪਰਟੀ ਲੈ ਰਿਹਾ, ਬਟ ਉਹਦੇ ਤੇ 25 ਸਾਲ ਲਈ ਲੋਨ ਲੈ ਰਿਹਾ। ਹਾਂ। ਸੋ ਉਹ ਇੱਕ ਤਰ੍ਹਾਂ ਨਾਲ ਟਰੈਪ 'ਚ ਨਹੀਂ ਫਸ ਰਿਹਾ। ਹੁਣ ਤੁਸੀਂ ਦੇਖੋ, ਲੋਨ ਲੈ ਕੇ ਪ੍ਰੋਪਰਟੀ ਲਈ, ਠੀਕ ਹੈ, ਤੁਸੀਂ ਉਹਤੇ ਇੰਟਰਸਟ ਭਰ ਰਹੇ ਹੋ, ਤੁਹਾਡੀ ਪ੍ਰੋਪਰਟੀ ਹੀ ਉਹ ਇੰਟਰਸਟ ਥੋੜੀ ਭਰੀ ਜਾਂਦੀ ਹੈ, ਫਿਰ ਤੁਸੀਂ ਕਿਹੜਾ ਟਰੈਪ 'ਚ ਆ ਗਏ। ਤੁਸੀਂ ਤਾਂ ਆਪ ਕੁਛ ਕਰਨਾ ਨਹੀਂ ਨਾ, ਤੁਸੀਂ ਆਪ ਤੋਂ ਚੀਜ਼ ਭਰਨੀ ਨਹੀਂ, ਤੁਸੀਂ ਆਪ ਤੋਂ ਇੰਟਰਸਟ ਭਰਨਾ ਹੀ ਨਹੀਂਗਾ, ਉਹ ਤੁਹਾਡੀ ਪ੍ਰੋਪਰਟੀ ਤੁਹਾਡੇ ਲਈ ਭਰ ਰਹੀ ਹੈ। ਤਾਂ ਉਹ ਚੀਜ਼ ਇੱਕ ਤਰ੍ਹਾਂ ਦੀ ਮੇਰੇ ਹਿਸਾਬ ਨਾਲ ਇੱਕ ਇੰਟਰੈਪਮੈਂਟ ਨਹੀਂ ਹੋਈ, ਕਿਉਂਕਿ ਅਗੇਨ ਤੁਸੀਂ ਪ੍ਰੋਪਰਟੀ ਲੈਣੀ 1 ਕਰੋੜ ਰੁਪਏ ਦੀ, ਤੁਹਾਡੇ ਕੋਲ ਕੈਪੀਟਲ ਹੈ 60 ਲੱਖ ਰੁਪਏ ਦਾ, ਤੁਸੀਂ ਇਨਵੈਸਟ ਕਰਤਾ ਉਸ ਚੀਜ਼, ਕਿਉਂਕਿ ਜੇ ਇੱਕ ਇਨਵੈਸਟਮੈਂਟ ਹੁੰਦੀ ਹੈ ਨਾ, ਇੱਕ ਇਨਵੈਸਟਮੈਂਟ ਜੋ ਟਰਮ ਹੈ ਦੈਟ ਇਜ਼ ਵੈਰੀ ਡਿਫਰੈਂਟ ਫਰਮ ਸਪੈਂਡਿੰਗ। ਤੁਸੀਂ ਕੁਛ ਇਨਵੈਸਟ ਕਰ ਰਹੇ ਹੋ ਨਾ, ਟੇਕਿੰਗ ਲੋਨ ਫॉर दैट ਇਜ਼ ਅ ਗੁੱਡ ਥਿੰਗ। ਜੇ ਤੁਸੀਂ ਇੰਟਰੈਪਮੈਂਟ ਦੀ ਗੱਲ ਕੀਤੀ, ਤੁਸੀਂ 25 ਸਾਲ ਦਾ ਲੋਨ ਲਿੱਤਾ ਕਿਸੇ ਚੀਜ਼ ਤੇ, ਤਾਂ ਉਹ 25 ਸਾਲ ਜੋ ਚੀਜ਼ ਦੀ ਪ੍ਰੋਪਰਟੀ ਹੈ, ਜੇ ਪ੍ਰੋਪਰਟੀ ਹੈ ਉਹਦੀ ਐਪਰੀਸੀਏਸ਼ਨ ਵੀ ਹੋਊਗੀ, ਉਹਦੀ ਐਕਚੁਅਲ ਵੈਲਿਊ ਵਧੇਗੀ। ਪ੍ਰੋਪਰਟੀ 1 ਕਰੋੜ ਦੀ ਹੈ, ਉਹ 25 ਸਾਲ ਬਾਅਦ ਤਾਂ 2-3 ਕਰੋੜ ਦੀ ਹੋ ਜਾਏਗੀ, 3 ਕਰੋੜ 4 ਕਰੋੜ ਦੀ ਵੀ ਹੋ ਸਕਦੀ ਹੈ। ਤਾਂ ਐਟ ਦ ਐਂਡ ਆਫ ਦ ਡੇ ਤੁਸੀਂ 50 ਸਾਲ ਦੇ ਤੁਹਾਡੇ ਕੋਲ, ਤੁਸੀਂ ਲੋਨ ਭਰਤਾ ਆਪਦਾ, ਤੁਹਾਡੇ ਕੋਲ 4 ਕਰੋੜ ਰੁਪਏ ਹੀ ਫ੍ਰੀ 'ਚ ਆ ਗਏ। ਤੁਸੀਂ ਵੀ ਚੀਜ਼ ਦੇਖੋ ਨਾ, ਤੁਸੀਂ ਲਾਏ 60 ਲੱਖ ਰੁਪਏ। ਬਟ ਐਟ ਦ ਸੇਮ ਟਾਈਮ ਇਹ ਵੀ ਹੋ ਸਕਦਾ ਨਾ, ਅਸੀਂ ਜਦੋਂ ਰੈਂਟ ਤੇ ਪ੍ਰੋਪਰਟੀ ਦਿੱਤੀ, ਹੋ ਸਕਦਾ ਵਿੱਚੋਂ ਖਾਲੀ ਵੀ ਹੋਵੇ, ਉਹ ਤਾਂ ਸਾਨੂੰ ਆਪਣੇ ਕੋਲੋਂ ਭਰਨੀ ਪਏਗੀ। ਬਿਲਕੁਲ, ਉਹ ਉਹੀ ਗੱਲ ਹੈ, ਹੁਣ ਥੋੜਾ ਬਹੁਤਾ ਅਪਸ ਐਂਡ ਡਾਊਨਸ ਹੁੰਦੇ ਰਹਿੰਦੇ ਆ, ਬਟ ਅਗੇਨ ਪ੍ਰੋਪਰਟੀ ਐਪਰੀਸੀਏਸ਼ਨ ਬਹੁਤ ਵੱਡੀ ਚੀਜ਼ ਹੈ, ਕਿਉਂਕਿ ਜੇ ਆਪਾਂ ਸਿਰਫ ਰੀਅਲ ਐਸਟੇਟ ਦੀ ਗੱਲ ਕਰੀਏ ਤਾਂ ਇਹੀ ਸਿਰਫ ਇੱਕ ਐਸੈਟ ਹੈ ਜੋ ਤੁਹਾਨੂੰ ਰੈਂਟ ਦੇ ਨਾਲ ਐਪਰੀਸੀਏਸ਼ਨ ਵੀ ਦਿੰਦਾ ਹੈ। ਮਤਲਬ ਇੱਕੋ ਐਸੈਟ ਵਿੱਚ 2 ਇਨਕਮ ਸੋਰਸਿਸ। ਜੇ ਆਪਾਂ ਕਮਰਸ਼ੀਅਲ ਪ੍ਰੋਪਰਟੀਜ਼ ਦੀ ਗੱਲ ਕਰੀਏ, ਰੈਂਟ ਵੀ ਆਏਗਾ ਤੇ ਨਾਲ ਐਪਰੀਸੀਏਸ਼ਨ ਵੀ ਆਏਗੀ, ਤਾਂ ਰੀਅਲ ਐਸਟੇਟ ਦੀ ਇਜ਼ ਦੀ ਓਨਲੀ ਐਸੈਟ ਵਿਚ ਡਜ਼ ਦੈਟ ਫॉर ਯੂ। ਓਕੇ। ਇੱਕ ਨਾ ਵੈਸੇ ਮੈਨੂੰ ਬੜੇ ਨਾ ਹਿਊਮਰਸ ਵੇ ਦੇ ਨਾਲ ਮੈਂ ਕਹਿ ਸਕਦਾ ਕਿ ਇੱਕ ਨਾ ਮੈਂ ਪੋਡਕਾਸਟ ਸੁਣ ਰਿਹਾ ਸੀ, ਤੇ ਉਹਦੇ 'ਚ ਨਾ ਗੱਲ ਕਰ ਰਹੀ ਸੀ ਮਾਧੁਰੀ ਦੀਕਸ਼ਿਤ ਮਾਡਲ। ਅੱਛਾ। ਆਰ ਯੂ ਫੈਮੀਲੀਅਰ ਵਿਦ ਅਬਾਊਟ ਇਟ? ਦ ਮਾਡਲ ਨੋ। ਮਾਧੁਰੀ ਦੀਕਸ਼ਿਤ ਮਾਡਲ ਇਨ ਰੀਅਲ ਐਸਟੇਟ। ਉਹ ਕਹਿੰਦਾ ਬਿਲਡਿੰਗ ਤੇ ਰੈਂਟ ਤੇ ਰਹੋ, ਐਕਸਪੀਰੀਅੰਸ ਕਰੋ ਐਂਡ ਉਸ ਤੋਂ ਬਾਅਦ ਖਰੀਦੋ। ਅੱਛਾ। ਨਹੀਂ, ਮੈਂ ਨਹੀਂ ਸੁਣਿਆ, ਬਟ ਹਾਂ ਇਟ ਸੀਮਸ ਲਾਈਕ ਗੁੱਡ ਮਾਡਲ। ਵੀ ਪਹਿਲੇ ਤੁਸੀਂ ਰਹੋ, ਫਿਰ ਉਸ ਚੀਜ਼ ਦਾ ਅੱਛਾ। ਸਾਰਾ ਮੁਆਇਨਾ ਕਰੋ, ਐਕਸਪੀਰੀਅੰਸ ਕਰੋ ਕੀ ਚੀਜ਼ ਹੈ, ਐਂਡ ਆਫਟਰ ਦੈਟ ਯੂ ਗੋ ਫॉर ਇਟ।
ਨਹੀਂ ਠੀਕ ਹੈ, जेन्युइन ਐਵੇਂ ਲੱਗ ਰਿਹਾ। ਪ੍ਰੋਪਰਲੀ ਸਟ੍ਰੈਟਜੀ ਸਮਝ ਵੀ ਨਹੀਂ ਲੱਗੀ, ਦੈਨ ਆਈ ਥੌਟ ਦੈਟ ਮੇਬੀ ਇਟਸ ਜਸਟ ਲਾਈਕ ਕਿ ਤੁਸੀਂ ਜਦੋਂ ਮੂਵੀਜ਼ ਵਗੈਰਾ 'ਚੋਂ ਜਿਸ ਤਰ੍ਹਾਂ ਪਹਿਲੇ ਪ੍ਰੋਪਰ ਕੰਮ ਕਰਦੇ ਆ ਤਾਂ ਇਹ ਦੈਟਸ ਲਾਈਕ ਕਿ ਮੂਵੀਜ਼ ਦੇ ਵਿੱਚ ਪੂਰਾ ਐਕਸਪੀਰੀਅੰਸ ਲੈ ਲਿਆ ਮੈਰਿਡ ਲਾਈਫ ਕੀ ਹੈ ਐਂਡ ਆਫਟਰ ਦੈਟ ਗੈਟ ਸੈਟਲਡ, ਇਟ ਕੁਡ ਬੀ ਦੈਟ ਆਲਸੋ ਨਾ ਦੇ ਵੀ। ਅੱਛਾ, ਇਫ ਯੂ ਟਾਕ ਅਬਾਊਟ ਪੰਜਾਬ ਔਰ ਇਫ ਯੂ ਟਾਕ ਅਬਾਊਟ ਇੰਡੀਆ ਦੀ ਆਪਾਂ ਬਾਅਦ 'ਚ ਗੱਲ ਕਰ ਲੈਂਦੇ, ਬਟ ਇਫ ਯੂ ਟਾਕ ਅਬਾਊਟ ਪੰਜਾਬ, ਕਿਹੜੇ 3 ਮੇਜਰ ਸਿਟੀਜ਼ ਹਨ ਜਿਨ੍ਹਾਂ ਦੇ ਵਿੱਚ ਇਨਵੈਸਟ ਕਰਨਾ is going to be profitable in the next years, in the coming years, like 5 to 10 years? ਇਫ ਆਈ ਰੈਂਕ ਤਾਂ ਨੰਬਰ 1 ਤੇ ਟਰਾਈ ਸਿਟੀ ਓਬਵੀਅਸਲੀ। ਟਰਾਈ ਸਿਟੀ ਵਿੱਚ 3-4 ਸ਼ਹਿਰ ਆ ਜਾਂਦੇ ਨੇ, ਮੋਹਾਲੀ, ਪੰਚਕੂਲਾ ਐਂਡ ਦੈਨ ਨਾਓ ਇਟ ਇਜ਼ ਖਰੜ, ਜ਼ੀਰਕਪੁਰ ਐਂਡ ਗੜੂਆ ਐਜ਼ ਵੈਲ, ਬਨੂੜ, ਇਹ ਪੂਰਾ ਏਰੀਆ ਆ ਗਿਆ ਟਰਾਈ ਸਿਟੀ ਏਰੀਆ। ਦਿਸ ਇਜ਼ ਰੈਂਕ ਨੰਬਰ 1 ਕਿਉਂਕਿ ਪੰਜਾਬ ਦਾ ਜੋ ਨਾ ਇਕੋਨੋਮਿਕ ਇੰਜਨ ਹੈ, ਗਰੋਥ ਇੰਜਨ ਹੈ, ਉਹ ਅੱਜ ਦੇ ਟਾਈਮ ਤੇ ਟਰਾਈ ਸਿਟੀ ਹੀ ਹੈ। ਮੇਜਰ ਮਾਈਗ੍ਰੇਸ਼ਨ ਇੱਥੇ ਹੁੰਦੀ ਹੈ, ਮੇਜਰ ਇੰਡਸਟਰੀਜ਼ ਇੱਥੇ ਆ ਰਹੀਆਂ ਨੇ, ਮੇਜਰ ਕੰਪਨੀਜ਼ ਆ ਰਹੀਆਂ ਨੇ, ਐਜੂਕੇਸ਼ਨ ਇੰਸਟੀਟਿਊਟਸ ਬਹੁਤ ਸਾਰੇ ਇੱਥੇ ਆ ਰਹੇ ਨੇ। ਤਾਂ ਜੋ ਪੰਜਾਬ ਦਾ ਗਰੋਥ ਇੰਜਨ ਅੱਜ ਹੈ ਉਹ ਟਰਾਈ ਸਿਟੀ ਏਰੀਆ ਹੀ ਹੈ। ਤੋ ਇਫ ਯੂ ਇਨਵੈਸਟ ਇਨ ਪ੍ਰੋਪਰਟੀ ਇਨ ਟਰਾਈ ਸਿਟੀ ਏਰੀਆ, that will be the best for you in the coming 5, 10, 20 years. Second number ਤੇ I would place ਲੁਧਿਆਣਾ, ਕਿਉਂਕਿ ਲੁਧਿਆਣਾ because of industrialization, because of the reoccurring demand of factory workers there, ਤਾਂ ਉੱਥੇ ਰੀਅਲ estate ਤੇ ਪ੍ਰੋਪਰਟੀ ਚੱਲਦੀ ਰਹਿੰਦੀ ਹੈ ਕੌਨਸਟੈਂਟ ਰੇਟ ਤੇ। ਐਂਡ ਅਗੇਨ ਉੱਥੇ ਇੰਡਸਟਰੀਜ਼ ਨਵੀਂ ਆਉਂਦੀ ਰਹਿਣਗੀਆਂ, ਇੰਡਸਟਰੀਜ਼ ਵੱਧਦੀਆਂ ਰਹਿਣਗੀਆਂ ਤਾਂ ਉਹਦਾ ਰੇਟਸ ਵੱਧਦੇ ਰਹਿਣਗੇ। ਤੇ ਸਾਊਥ ਸਿਟੀਜ਼ ਦੇਖਿਆ ਹੋਗਾ, ਸਾਊਥ ਸਿਟੀ ਇੰਨਾ ਜ਼ਿਆਦਾ ਵੱਧ ਰਿਹਾ ਹੈ। ਤਾਂ ਅਗੇਨ ਸੈਕਿੰਡ ਨੰਬਰ 'ਤੇ ਲੁਧਿਆਣਾ। ਇਵਨ ਕਿ ਨਵਾਂ ਪੂਰਾ ਹਾਈਵੇ ਵੀ ਉੱਧਰਲੀ ਸਾਈਡ ਤੋਂ ਕੱਢਤਾ, ਹਾਂ, ਤਾਂ ਉਹਦੇ ਨਾਲ ਫਰਕ ਫਰਕ ਪੈ ਗਿਆ ਤਾਂ ਉਹ ਚੀਜ਼ ਵਧੇਗੀ। ਅਗੇਨ ਉਹੀ ਗੱਲ, ਇਨਫਰਾਸਟ੍ਰਕਚਰ ਆਇਆ, ਹਾਈਵੇ ਆਇਆ ਤਾਂ ਉਹਨਾਂ ਵੱਧ ਗਿਆ। ਥਰਡ ਆਈ ਵੁਡ ਪਲੇਸ ਜਲੰਧਰ ਜਾਂ ਅੰਮ੍ਰਿਤਸਰ। ਓਕੇ। ਕਿਉਂਕਿ ਅੰਮ੍ਰਿਤਸਰ, Delhi Amritsar Katra Expressway is coming, ਯੈਸ, and again Amritsar is going to become a major hub for logistics ताकि road trade हो सके। ਤਾਂ ਅੰਮ੍ਰਿਤਸਰ ਪੰਜਾਬ ਦੇ ਟੂਰਿਸਟ ਵੀ ਕੈਨ ਸੇ ਦੈਟ ਪੰਜਾਬ ਟੂਰਿਜ਼ਮ ਇਜ਼ ਇੱਕ ਐਗਜ਼ਿਸਟਿੰਗ ਫੈਕਟਰ ਹੈ, ਉਹ ਤਾਂ ਪਹਿਲੇ ਹੀ ਹੈਗਾ ਹੈ। ਐਂਡ ਮੋਰ ਥਿੰਗਸ ਆਰ ਕਮਿੰਗ देयर, तो ਅੰਮ੍ਰਿਤਸਰ ਐਂਡ ਜਲੰਧਰ ਆਈ ਥਿੰਕ ਦ ਥਰਡ ਨੰਬਰ ਆਈ ਥਰਡ ਵੀ ਵਧੀਆ। ਐਂਡ ਇਫ ਯੂ ਟਾਕ ਅਬਾਊਟ ਇੰਡੀਆ, ਫੇਰ ਕਿਹੜੀਆਂ ਸਿਟੀਜ਼ ਨੂੰ ਤੁਸੀਂ ਕਰੋਗੇ? ਇੰਡੀਆ 'ਚ ਜੇ ਆਪਾਂ ਗੱਲ ਕਰੀਏ ਤਾਂ ਅੱਜ ਦੇ ਟਾਈਮ 'ਚ ਆਈ ਫੀਲ ਲਾਈਕ, ਜੇ ਮੈਂ ਆਪ ਗੱਲ ਕਰਾਂ ਆਪਦੀ ਤਾਂ ਧੁਲੇਰਾ ਇਜ਼ ਆਲਸੋ ਗੁੱਡ ਆਪਸ਼ਨ। ਧੁਲੇਰਾ ਸਿਟੀ ਓਕੇ। ਇਨ ਗੁਜਰਾਤ, ਇਟ ਇਜ਼ ਅ ਧੁਲੇਰਾ ਸਮਾਰਟ ਸਿਟੀ ਨਾਮ ਹੈ ਉਹਦਾ। ਉਹ ਮਤਲਬ ਇੱਕ ਸੈਂਟਰਲ ਗਵਰਨਮੈਂਟ ਦਾ ਪ੍ਰੋਜੈਕਟ ਹੈ ਜਿੱਥੇ ਇੰਡਸਟਰੀਜ਼ ਆ ਰਹੀਆਂ ਨੇ, ਸੈਮੀਕੰਡਕਟਰ ਪਲਾਂਟਸ ਆ ਰਹੇ ਨੇ ਐਂਡ ਇੱਕ ਮੈਟਰੋ ਸਿਟੀ ਬਣਨ ਜਾ ਰਹੀ ਹੈ, 에ਅਰਪੋਰਟ ਵੀ ਆ ਚੁੱਕਿਆ, ਸ਼ਾਇਦ ਫੇਜ਼ 1 ਕੰਪਲੀਟ ਹੋ ਚੁੱਕਿਆ ਉਹਦਾ। ਤੇ ਧੁਲੇਰਾ ਹੈਜ਼ ਵੈਰੀ ਅਫੋਰਡੇਬਲ ਰੇਟਸ ਰਾਈਟ ਨਾਓ। ਉੱਥੇ ਜੇ ਇਨਵੈਸਟ ਕਰਾਂਗੇ ਤਾਂ ਹੁਣ ਦੇਖੋ, ਇੰਡੀਆ ਜੋ ਵੀ 에ਅਰਪੋਰਟ ਸਿਟੀਜ਼ ਨੇ ਜਾਂ ਜਿਹੜੇ ਵੀ ਸਿਟੀ 'ਚ 에ਅਰਪੋਰਟ ਹੈ, ਉੱਥੇ ਰੇਟਸ 1 ਲੱਖ ਰੁਪਏ ਤੋਂ ਨੀਚੇ ਨਹੀਂ ਹੈਗੇ। ਆਪਾਂ ਮੋਹਾਲੀ ਦੇਖੀਏ, ਨੋਇਡਾ ਦੇਖੀਏ, ਮੁੰਬਈ ਦੇਖੀਏ, ਦਿੱਲੀ ਦੇਖੀਏ, ਹਰ ਥਾਂ ਰੇਟਸ ਬਹੁਤ ਜ਼ਿਆਦਾ ਨੇ। ਬਟ ਧੁਲੇਰਾ ਐਟ ਦੀ ਅਦਰ ਸਾਈਡ, ਜਿਹਦੇ ਹਾਲੇ ਫੇਜ਼ 1 ਕੰਪਲੀਟ ਹੋਇਆ, ਉੱਥੇ ਰੇਟਸ 12,000, 15,000, 25,000 ਰੁਪਏ ਗਜ਼ ਨੇ ਹਾਲੇ। ਠੀਕ। ਤੇ 에ਅਰਪੋਰਟ ਜਦੋਂ ਆ ਗਿਆ ਤਾਂ ਆਬਵੀਅਸਲੀ ਰੇਟ ਵੱਧ ਜਾਣੇ ਆ ਉੱਥੇ। ਤਾਂ ਐਟ ਨੰਬਰ 1 ਆਈ ਪਲੇਸ ਧੁਲੇਰਾ। Then if you have enough capital, I would place ਗੁੜਗਾਓਂ ਐਂਡ ਨੋਇਡਾ ਟੁਗੇਦਰ, ਕਿਉਂਕਿ ਹੁਣ NCR ਦੀ ਜਿਹੜੀ ਵੱਧ ਰਹੀ ਹੈ, ਉਹ NCR ਨੂੰ ਰਿੰਗ ਰੋਡ ਬਣਾ ਰਿਹਾ, ਉੱਥੇ ਮੈਟਰੋਜ਼ ਨਵੀਂ ਆ ਰਹੀਆਂ ਨੇ, ਜੇਵਰ 에ਅਰਪੋਰਟ ਸ਼ੁਰੂ ਹੋ ਗਿਆ ਹੈ ਐਂਡ ਗੁੜਗਾਓਂ 'ਚ ਓਬਵੀਅਸਲੀ IT ਸੈਕਟਰਸ ਬਹੁਤ ਵੱਡਾ ਹੈ। ਤਾਂ ਆਈ ਪਲੇਸ ਗੁੜਗਾਓਂ ਐਂਡ ਨੋਇਡਾ ਐਟ ਸੈਕਿੰਡ ਪਲੇਸ, ਐਂਡ ਐਟ ਦੀ ਥਰਡ ਪਲੇਸ ਆਈ ਵੁਡ ਪਲੇਸ ਟਰਾਈ ਸਿਟੀ ਅਗੇਨ, ਕਿਉਂਕਿ ਟਰਾਈ ਸਿਟੀ 'ਚ ਅਗੇਨ ਰਾਜਪੁਰਾ ਹੈ ਜੋ ਉਹ ਦਿੱਲੀ NCR ਦਾ ਕਾਊਂਟਰ ਬੈਲੈਂਸ ਸਿਟੀ ਬਣਿਆ, ਜਿੱਦਾਂ ਇੰਡਸਟਰੀਜ਼ ਬਹੁਤ ਆ ਰਹੀਆਂ ਉੱਥੇ। ਇੱਥੇ 에ਅਰਪੋਰਟ ਵੀ ਹੈ ਟਰਾਈ ਸਿਟੀ 'ਚ, ਚੰਡੀਗੜ੍ਹ ਵੀ ਹੈ, ਦ ਮੇਨ ਫੈਕਟਰ ਚੰਡੀਗੜ੍ਹ ਓਬਵੀਅਸਲੀ। ਐਂਡ ਦੈਨ ਅਗੇਨ ਜਦੋਂ ਲੈਂਡ ਟ੍ਰੇਡ ਸ਼ੁਰੂ ਹੋ ਗਿਆ, ਦੈਨ ਦਿਸ ਵਿਲ ਬਿਕਮ ਅ ਮੇਜਰ ਹਬ ਫॉर ਟ੍ਰੇਡ ਯੂਨੀਅਨਸ ਐਜ਼ ਵੈਲ। ਤਾਂ ਨੰਬਰ 1 ਇਜ਼ ਧੁਲੇਰਾ, ਨੰਬਰ 2 ਇਜ਼ ਗੁੜਗਾਓਂ ਨੋਇਡਾ, ਨੰਬਰ 3 ਇਜ਼ ਟਰਾਈ ਸਿਟੀ। ਓਕੇ, ਬਟ ਜਦੋਂ ਅਸੀਂ ਗੁੜਗਾਓਂ ਵਗੈਰਾ ਦੀ ਗੱਲ ਕਰਦੇ ਹਾਂ, ਅਸੀਂ ਉਹਨਾਂ ਦੇ ਰੇਟਸ ਕਹਿ ਸਕਦੇ ਹਾਂ ਪ੍ਰੋਪਰਟੀ ਦੇ ਮੁੰਬਈ ਨਾਲੋਂ ਵੀ ਜ਼ਿਆਦਾ ਅਗਰੈਸਿਵ ਲੱਗਦੇ ਆ। ਐਂਡ ਇਫ ਯੂ ਟਾਕ ਅਬਾਊਟ ਪੰਜਾਬ ਤੇ ਮੋਹਾਲੀ ਏਰੀਆ, ਅਗੇਨ ਉਹਦੇ 'ਚ ਜ਼ਿਆਦਾ ਲੱਗਦੇ। ਡੋਂਟ ਯੂ ਥਿੰਕ ਕਿ ਓਵਰ ਪ੍ਰਾਈਸਡ ਹੋ ਰਿਹਾ ਬਿਕੋਜ਼ ਇਕੋਨਮੀ ਇੱਕ ਪਾਸੇ ਵੀਕ ਹੋ ਰਹੀ ਹੈ, ਲੋਕਾਂ ਦੀ ਜੇਬਾਂ 'ਚ ਪੈਸੇ ਨਹੀਂ ਹੈ, ਹਾਂ, ਠੀਕ ਹੈ, ਬਟ ਜਦੋਂ ਕਿਤੇ ਇਨਵੈਸਟ ਕਰਨਾ ਉਹ ਬਹੁਤ ਥੋੜਾ ਅਮਾਊਂਟ ਹੈ ਹੱਥ ਦੇ ਵਿੱਚ, ਹਾਂਜੀ। ਤਾਂ ਕੋਈ ਚੀਜ਼ ਹੱਥ 'ਚ ਆ ਹੀ ਨਹੀਂ ਪਾਉਂਦੀ। ਮੈਂ ਬਿਲਕੁਲ ਸਹੀ ਗੱਲ ਹੈ। ਤੇ ਇਹ ਚੀਜ਼ ਨਾ ਦਿਖ ਵੀ ਰਹੀ ਹੈ ਮਾਰਕੀਟ 'ਚ। ਜੇ ਆਪਾਂ ਗੱਲ ਕਰੀਏ ਕਿ ਮੋਹਾਲੀ ਰੀਅਲ ਐਸਟੇਟ ਮੈਂ ਗੱਲ ਕਰਦਾ ਰਹਿਣਾ ਬਿਲਡਰਸ ਨਾਲ ਤੇ ਡਿਵੈਲਪਰਸ ਨਾਲ, ਤੇ ਮੈਨੂੰ ਚੀਜ਼ ਦਿਖ ਵੀ ਰਹੀ ਹੈ ਕਿ ਸਭ ਤੋਂ ਵੱਡੀ, ਮੈਂ ਪਹਿਲਾਂ ਵੀ ਕਿਹਾ ਸੀਗਾ ਕਿ ਇੰਡੀਅਨ ਰੀਅਲ ਐਸਟੇਟ ਮਾਰਕੀਟ ਦੀ ਇੱਕ ਖਾਸੀਅਤ ਹੈ, ਕਿਤੇ ਨੀਚੇ ਨਹੀਂ ਆਉਂਦੇ ਰੇਟਸ। ਰੇਟ ਸਟੇਬਲ ਹੋ ਜਾਂਦੇ ਨੇ, ਸਟੱਡੀ ਹੋ ਜਾਂਦੇ ਨੇ, ਪਰ ਕਦੇ ਨੀਚੇ ਨਹੀਂ ਆਉਂਦੇ। ਦੁਬਈ 'ਚ 40% ਰੇਟਸ ਘਟ ਗਏ, ਥੱਲੇ ਆਈ ਮਾਰਕੀਟ, ਬਟ ਇੰਡੀਆ 'ਚ ਕਦੇ ਆਈ ਨਹੀਂ ਤੇ ਅੱਗੇ ਮੇਰੇ ਹਿਸਾਬ ਨਾਲ ਨਹੀਂ ਆਏਗੀ। ਦੁਬਈ 'ਚ ਕਿਉਂਕਿ ਓਬਵੀਅਸਲੀ ਵਾਰ ਸ਼ੁਰੂ ਹੋਈ ਉੱਥੇ ਲੋਕਾਂ ਦਾ, ਇਨਵੈਸਟਰਸ ਦਾ ਜੋ ਟਰਸਟ ਸੀਗਾ ਘਟ ਗਿਆ।
ਉਹਨਾਂ ਐਂਡ ਰੇਟ ਫੋਰਨ ਇਨਵੈਸਟਰਸ ਜ਼ਿਆਦਾ ਸੀ। ਹਾਂ, ਮੇਨਲੀ ਕਿਉਂਕਿ ਦੁਬਈ ਦੀ ਜਿਹੜੀ ਖੁਦ ਦੀ ਉਹ ਹੈ ਪਾਪੂਲੇਸ਼ਨ ਹੈ, ਉਹ ਮੋਸਟਲੀ ਸ਼ੇਖਸ ਨੇ, ਜਿਹਨਾਂ ਕੋਲ ਆਲਰੇਡੀ ਪ੍ਰੋਪਰਟੀਜ਼ ਹੈਗੀਆਂ ਉੱਥੇ। ਜੋ ਬਾਹਰੋਂ ਇਨਵੈਸਟਰਸ ਆਉਂਦੇ ਨੇ, ਉਹੀ ਮੇਜਰ ਇਨਵੈਸਟਰ ਸੀਗੇ ਦੁਬਈ 'ਚ। ਦੁਬਈ 'ਚ ਵੋਰ ਸ਼ੁਰੂ ਹੋਇਆ, ਉਸ ਕਰਕੇ ਇਨਵੈਸਟਰ ਦਾ ਟਰਸਟ ਘੱਟ ਗਿਆ, ਲੋਕਾਂ ਨੇ ਪੈਸੇ ਵਿਥਡਰਾਅ ਕਰਨੇ ਸ਼ੁਰੂ ਕਰਤੇ ਤੇ ਰੇਟਸ ਘੱਟ ਗਏ। ਐਟ ਦ ਸੇਮ ਟਾਈਮ ਇੰਡੀਆ 'ਚ ਜਦੋਂ ਵੀ ਕ੍ਰਾਈਸਿਸ ਆਇਆ ਹੈ, ਕਦੇ ਰੇਟਸ ਘਟੇ ਨਹੀਂ ਹੈ, ਟ੍ਰਾਂਜੈਕਸ਼ਨਸ ਘਟੀਆਂ ਨੇ। ਅੱਜ ਦੇ ਟਾਈਮ 'ਚ ਆਪਾਂ ਗੱਲ ਕਰੀਏ ਤਾਂ ਗਲੋਬਲ ਕ੍ਰਾਈਸਿਸ ਚੱਲ ਰਿਹਾ ਹੈ। ਇੰਡੀਆ ਵਿੱਚ ਜਾਂ ਸਪੈਸੀਫਿਕਲੀ ਮੁਹਾਲੀ, ਪੰਜਾਬ ਵਿੱਚ ਰੇਟਸ ਨਹੀਂ ਘਟਣਗੇ, ਬਟ ਟ੍ਰਾਂਜੈਕਸ਼ਨਸ ਘੱਟ ਜਾਣਗੀਆਂ। ਠੀਕ ਹੈ। ਜੇ ਕਿਤੇ 100 ਫਲੈਟ ਵਿਕਦੇ ਸੀਗੇ ਤਾਂ ਉਹ 40 ਹੋ ਜਾਣਗੇ, ਬਟ ਰੇਟਸ ਨਹੀਂ ਘਟਣਗੇ। ਅੱਛਾ, ਗੁੜਗਾਉਂ ਆਲਰੇਡੀ ਬਹੁਤ ਐਕਸਪੈਂਸਿਵ ਹੈ, ਸਮਟਾਈਮਸ ਵੀ ਕੰਸੀਡਰ ਆਊਟ ਆਫ ਦ ਬੁੱਕ। ਹਾਂਜੀ ਜੀ। ਬਟ ਕਿਸੇ ਕੋਲ ਬਹੁਤ ਪੈਸਾ ਹੈ, 2 4 5 ਕਰੋੜ ਹੈ, ਕਿ ਅੱਜ ਦੀ ਡੇਟ 'ਚ ਵੀ ਗੁੜਗਾਉਂ ਹੋ ਸਕਦਾ ਹੈ ਸੇਫ ਬੈਟ? हाँ, बिल्कुल, बिल्कुल, गुड़गाँव इज़ अ वेरी सेफ बेट अकॉर्डिंग टू मी। गुड़गाँव करेगा जे देखो एक सिटी जो डेवलप हो चुके हैं ना, जिथे इंफ्रास्ट्रक्चर आ चुके, पॉपुलेशन आ चुकी है, दैट इज़ अ वेरी सेफ इन्वेस्टमेंट क्योंकि वो पैसे कितों जाने नहीं किते, वो मार्केट घटेगी नहीं कदे भी। मोहाली ਦੀ ਗੱਲ ਕਰ ਲਾਂ ਮੈਂ, ਚੰਡੀਗੜ੍ਹ ਦੀ ਗੱਲ ਕਰਾਂ, ਗੁੜਗਾँव ਦੀ ਗੱਲ ਕਰਾਂ, ਨੋਇਡਾ ਦੀ ਗੱਲ ਕਰ ਲਈਏ, ਪੂਨੇ, ਬੈਂਗਲੌਰ, ਮੁੰਬਈ, ਇਹ ਸਭ ਉਹੋ ਜਿਹੀ ਮਾਰਕੀਟਸ ਨੇ ਜਿਹਦੀ ਇਨਵੈਸਟਮੈਂਟ ਬਹੁਤ ਸੇਫ ਇਨਵੈਸਟਮੈਂਟ ਹੈ। ਚਾਹੇ ਰਿਟਰਨਸ ਘੱਟ ਹੋਣ, ਚਾਹੇ ਰਾਜਪੁਰਾ ਤੋਂ, ਬਨੂੜ ਤੋਂ, ਕੁਰਾਲੀ ਤੋਂ ਮੋਹਾਲੀ ਰਿਟਰਨਸ ਘੱਟ ਹੋਣ, ਬਟ ਮੋਹਾਲੀ ਦੇ ਰਿਟਰਨਸ ਬਹੁਤ ਸੇਫ ਨੇ। ਅੱਛਾ, ਇਹ ਤਾਂ ਗੱਲ ਹੋ ਗਈ ਸਾਰੀ ਪ੍ਰੋਪਰਟੀ ਬਾਏ ਕਰਨ ਦੀ। ਇਫ ਯੂ ਟਾਕ ਅਬਾਊਟ ਕੰਸਟਰਕਸ਼ਨ, ਤੇ ਅਸੀਂ ਕਈ ਵਾਰੀ ਬਿਲਡਰ ਸਿਲੈਕਟ ਕਰਨਾ ਨਾ, ਤੇ ਬਿਲਡਰ ਸਿਲੈਕਟ ਕਰਨ ਵਾਲੇ ਕਿਹੜੇ ਰੈੱਡ ਫਲੈਗਸ ਆ ਤੁਹਾਡੇ ਅਕੋਰਡਿੰਗਲੀ? ਸਭ ਤੋਂ ਪਹਿਲਾਂ ਰੇਰਾ ਰਜਿਸਟ੍ਰੇਸ਼ਨ। ਜੇ ਬਿਲਡਰ ਕੋਲ ਰੇਰਾ ਨੰਬਰ ਨਹੀਂ ਹੈਗਾ, ਰੇਰਾ ਰਜਿਸਟ੍ਰੇਸ਼ਨ ਨਹੀਂ ਹੈਗਾ, ਤਾਂ ਉਹ ਜਮ੍ਹਾਂ ਵੀ ਮੈਂ ਸਜੈਸਟ ਨਹੀਂ ਹੋਊਗਾ ਲੈਣ ਦਾ। ਵਾਟਸ ਦ ਡਿਫਰੈਂਸ ਬਿਟਵੀਨ ਰੇਰਾ ਐਂਡ ਪੁੱਡਾ ਫॉर ਅ ਲੇਮੈਨ? ਪੁੱਡਾ ਇਸ ਪੰਜਾਬ ਅਰਬਨ ਡਿਵੈਲਪਮੈਂਟ ਅਥਾਰਟੀ ਜੋ ਚੀਜ਼ਾਂ ਬਣਾਉਂਦੀ ਹੈ, ਜੋ ਮਾਸਟਰ ਪਲਾਨਸ ਬਣਾਉਂਦੀ ਹੈ, ਜੋ ਡਿਵੈਲਪਮੈਂਟ ਲੈ ਕੇ ਆਉਂਦੀ ਹੈ। ਗਮਾਡਾ ਹੋ ਗਿਆ, ਗਲਾਡਾ ਹੋ ਗਿਆ, ਮਤਲਬ ਲੁਧਿਆਣਾ ਦੀ ਅਥਾਰਟੀ, ਗਮਾਡਾ, ਮੋਹਾਲੀ ਦੀ ਅਥਾਰਟੀ, ਇਹ ਸਭ ਪੁੱਡਾ ਅੰਡਰ ਆਉਂਦੀਆਂ ਨੇ, ਜੋ ਪੰਜਾਬ ਵਿੱਚ ਡਿਵੈਲਪਮੈਂਟ ਲੈ ਕੇ ਆਉਂਦੀਆਂ ਨੇ। ਬਟ ਐਟ ਦ ਸੇਮ ਟਾਈਮ ਰੇਰਾ ਕੀ ਹੈ, ਉਹ ਰੀਅਲ ਐਸਟੇਟ ਰੈਗੂਲੇਟਰੀ ਅਥਾਰਟੀ ਹੈ, ਜੋ ਰੀਅਲ ਐਸਟੇਟ ਲਾਜ਼ ਬਣਾਉਂਦੀ ਹੈ। ਓਕੇ, ਕਿ ਰੀਅਲ ਐਸਟੇਟ ਨੂੰ ਕਿਵੇਂ ਖਰੀਦਣਾ ਹੈ, ਕਿਵੇਂ ਵੇਚ ਸਕਦੇ ਹੋ, ਜੇ ਕਲੋਨੀ ਬਣਾਉਣੀ ਤਾਂ ਕਿੰਨੇ ਏਕੜ ਚਾਹੀਦੇ ਲੈਂਡ ਤੁਹਾਨੂੰ ਘੱਟੋ ਘੱਟ, ਕਿੰਨੇ ਫਲੋਰਸ ਬਣਾ ਸਕਦੇ ਹੋ, ਇਹ ਸਭ ਰੇਰਾ ਰੂਲਸ ਬਣਾਉਂਦੀ ਹੈ। ਤਾਂ ਰੇਰਾ ਇੱਕ ਰੈਗੂਲੇਟਰੀ ਅਥਾਰਟੀ ਹੈ ਜਿਹਦੀ ਰਜਿਸਟ੍ਰੇਸ਼ਨ ਹੋਣੀ ਬਹੁਤ ਜ਼ਰੂਰੀ ਹੈ ਫॉर ਅ ਬਿਲਡਰ। ਜੇ ਉਹ ਨਹੀਂ ਹੈਗੀ ਤਾਂ ਯੂ ਸ਼ੁਡ ਨੈਵਰ ਬਾਏ ਫਰੋਮ ਦੈਟ ਬਿਲਡਰ ਜਾਂ ਜੋ ਵੀ ਡਿਵੈਲਪਰ ਹੈ। ਸੈਕੰਡਲੀ, ਤੁਸੀਂ ਦੇਖਣੀ ਉਹਦੀ ਹਿਸਟਰੀ। ਜੇ ਬਿਲਡਰ ਨਵਾਂ ਹੈ ਤਾਂ ਦੇयर ਆਰ ਸਮ ਰੈਡ ਫਲੈਗਸ, ਤਾਂ ਹੋ ਸਕਦਾ ਹੈ ਕਿ ਉਹ ਕੁਝ ਗਲਤ ਹੋਵੇ ਜਾਂ ਉਸसे ਕੁਝ ਗਲਤ ਹੋਵੇ। ਜੇ ਬਿਲਡਰ ਪੁਰਾਣਾ ਹੈ, ਜੇ ਬਿਲਡਰ ਨੂੰ 10 ਸਾਲ ਜਾਂ 15 ਸਾਲ ਹੋ ਚੁੱਕੇ ਆ ਮਾਰਕੀਟ 'ਚ, ਦੈਨ ਇਟ ਇਜ਼ ਅ ਸੇਫ ਬੈਟ ਮੇਰੇ ਹਿਸਾਬ ਨਾਲ। ਥਰਡ ਨੰਬਰ ਇਜ਼ ਰੈਪੂਟੇਸ਼ਨ। ਜੇ ਬਿਲਡਰ ਦੀ ਰੈਪੂਟੇਸ਼ਨ ਅੱਛੀ ਹੈ, ਬਿਲਡਰ ਤੁਸੀਂ ਕੋਈ ਡਿਵੈਲਪਮੈਂਟ ਜਾਓ, ਉੱਥੇ ਲੋਕਾਂ ਤੋਂ ਪੁੱਛੋ ਕਿ ਤੁਹਾਨੂੰ ਅਮੈਨਿਟੀ ਸਹੀ ਮਿਲ ਰਹੀਆਂ ਨੇ, ਤੁਹਾਨੂੰ ਡਿਲੇ ਤਾਂ ਨਹੀਂ ਹੋਇਆ ਕੋਈ, ਤੁਹਾਨੂੰ ਸਹੀ ਜਗ੍ਹਾ ਦਿੱਤਾ ਕਿ ਨਹੀਂ ਦਿੱਤਾ। ਜੇ ਉਹ ਲੋਕ ਖੁਸ਼ ਨੇ ਉਸ ਬਿਲਡਰ ਤੋਂ, ਤਾਂ ਉਹ ਬਿਲਡਰ ਵਧੀਆ ਹੈ। ਤਾਂ ਦ ਮੇਨ ਥਿੰਗ ਇਜ਼ ਤੁਸੀਂ ਉਹਦੇ ਲੋਕਾਂ ਤੋਂ ਪੁੱਛੋ, ਜਾ ਕੇ ਉਹਦੇ ਕਸਟਮਰਸ ਤੋਂ ਪੁੱਛੋ ਕਿ ਬਿਲਡਰ ਕਿਵੇਂ ਹੈ। ਸੈਕਿੰਡ ਥਿੰਗ ਇਜ਼ ਰੇਰਾ ਐਂਡ ਦ ਥਰਡ ਥਿੰਗ ਇਜ਼ ਲੈਗੇਸੀ। ਇਹ ਤਿੰਨ ਸਮ ਪੀਪਲ ਸੇ ਦੈਟ ਕਿ ਜੇ ਤੁਹਾਨੂੰ ਕੋਈ ਅਸ਼ੋਰਡ ਗਿਫਟਸ ਕਹਿ ਰਹੇ ਹੈ ਜਾਂ ਅਸ਼ੋਰਡ ਰਿਟਰਨਸ ਕਹਿ ਰਹੇ ਆ, so that is also it is a very big red flag. It's a very big trap in my opinion. ਕਿਉਂਕਿ ਉਹ ਸਿਰਫ ਇੱਕ ਉਹ ਅਟਰੈਕਸ਼ਨ ਸਕੀਮਸ ਹੁੰਦੀਆਂ ਨੇ ਲੈ ਕੇ ਆਉਣ ਲਈ। ਹਾਂ, ਉਹ ਤੁਹਾਨੂੰ ਦੇ ਸਕਦੇ ਆ, ਹਾਂ ਬਹੁਤ ਸਹੀ ਬਿਲਡਰਸ ਦਿੰਦੇ ਆ ਅਸ਼ੋਰਡ ਰਿਟਰਨਸ, ਬਟ ਦ ਥਿੰਗ ਇਜ਼ ਇਟ ਇਜ਼ ਅ ਵੈਰੀ ਬਿਗ ਮਾਰਕੀਟਿੰਗ ਟਰੈਪ। ਐਂਡ ਇਫ ਯੂ ਟਾਕ ਅਬਾਊਟ ਲੋਨਸ, ਤੇ ਜਦੋਂ ਕਿਸੇ ਕਾਲੋਨੀ ਵਗੈਰਾ ਦੀ ਜਾਂ ਪ੍ਰੋਪਰਟੀ ਦੀ ਵੈਲੀਡੇਸ਼ਨ ਚੈੱਕ ਕਰਨੀ ਹੈ, ਤੇ ਜਦੋਂ ਨੈਸ਼ਨਲਾਈਜ਼ਡ ਬੈਂਕਸ ਜੇ ਤੁਹਾਨੂੰ ਲੋਨ ਦੇ ਰਿਹਾ, ਤਾਂ ਇਟਸ ਅ ਥੰਬਸ ਅਪ ਕਾਈਂਡ ਆਫ ਥਿੰਗ, ਹਾਂ, ਕਿ ਅੱਜ ਵੀ ਵੈਲਿਡ ਹੈ? ਬਿਲਕੁਲ, ਬਿਲਕੁਲ। ਜੇ ਮੈਂ ਪ੍ਰੋਫਿਟ ਦੀ ਗੱਲ ਕਰਾਂ ਨਾ, ਤਾਂ ਅਨਦਰ ਪਲੱਸ ਪੁਆਇੰਟ ਆਫ ਗੈਟਿੰਗ ਅ ਲੋਨ ਪ੍ਰੋਪਰਟੀ ਇਜ਼ ਕਿ ਜੋ ਬੈਂਕ ਹੈ ਨਾ, ਉਹ ਤੁਹਾਡੀ ਪ੍ਰੋਪਰਟੀ ਦੀ ਚੈਕਿੰਗ ਬਹੁਤ ਚੰਗੀ ਤਰ੍ਹਾਂ ਕਰਦਾ ਹੈ। ਪ੍ਰੋਪਰਟੀ ਦੇ ਡਾਕੂਮੈਂਟਸ ਹੋ ਗਏ, ਲੀਗਲ ਸਟੱਫ ਹੋ ਗਿਆ, ਉਹ ਬੈਂਕ ਖੁਦ ਚੈੱਕ ਕਰਦਾ ਹੈ। ਤਾਂ ਯੂ ਵਿਲ ਗੈਟ ਅ ਫ੍ਰੀ ਹੈਲਥ ਚੈੱਕਅਪ ਜਾਂ ਫ੍ਰੀ ਲੀਗਲ ਚੈੱਕਅਪ ਫॉर ਪ੍ਰੋਪਰਟੀ ਇਫ ਯੂ ਗੈਟ ਅ ਲੋਨ। ਓਕੇ, ਤੇ ਕਿਹੜੇ ਡਾਕੂਮੈਂਟਸ ਜ਼ਰੂਰੀ ਚੈੱਕ ਕਰਨੇ? प्रॉपर्टी राइट, एनओसी, सीएलई हो गया, रजिस्ट्री होगी कि जो लैंड ओनरशिप है वो खुद दी है भी कि नहीं उस बिल्डर दी, रेरा नंबर हो गया अगेन, एंड द थिंग इज सीएलयू कि जो प्रॉपर्टीज रेजिडेंशियल ले रहे हो वो रेजिडेंशियल सेक्टर अंडर है भी कि नहीं है, कि पता एग्रीकल्चर लैंड हो गया रेजिडेंशियल बना रहे हो ऊपर, तो वो भी बहुत चेक करना ज़रूरी है। एंड अगेन एनओसी, जो पहला ओनर सीगे उन्होंने एनओसी मिली हुई है कि नहीं, एंड देन इफ इट इज़ अ बिल्डर प्रॉपर्टी ਤੇ ਉਹਦੀ ਆਕੂਪੈਂਸੀ ਸਰਟੀਫਿਕੇਟ ਹੁੰਦਾ ਹੈ, ਸੀਸੀ ਹੁੰਦੀ ਹੈ, ਓਸੀ ਹੁੰਦੀ ਹੈ, ਇਹ ਸਭ ਚੈੱਕ ਕਰਨਾ ਬਹੁਤ ਜ਼ਰੂਰੀ ਹੈ। ਕੱਲੀ ਰਜਿਸਟਰੀ ਚੈੱਕ ਕਰਨੀ ਜ਼ਰੂਰੀ ਹੈ ਜਾਂ ਮਿਊਟੇਸ਼ਨ ਵੀ? ਮਤਲਬ ਅਗੇਨ ਦ ਥਿੰਗ ਇਜ਼ ਕਿ ਜੇ ਰਜਿਸਟਰੀ ਹੋਈ ਵੀ ਹੈ, ਸੀਐਲਯੂ ਹੋਇਆ ਹੋਇਆ ਹੈ, ਤਾਂ ਬਿਲਡਰ ਇਜ਼ ਸੇਫ। ਤੁਹਾਨੂੰ ਕੋਈ ਚੱਕਰ ਨਹੀਂ ਹੋਣਾ ਉਸ ਚੀਜ਼ 'ਚ। ਤੁਹਾਨੂੰ ਓਸੀ ਮਿਲੀ ਹੋਈ ਹੈ, ਸੀਸੀ ਮਿਲੀ ਹੋਈ ਹੈ, ਰੇਰਾ ਵੱਲੋਂ ਉਹਨੂੰ ਮਤਲਬ ਡੈਫੀਨੇਸ਼ਨ ਮਿਲੀ ਹੋਈ ਹੈ, ਗਮਾਡਾ ਨੇ ਅਪਰੂਵ ਕੀਤਾ ਪ੍ਰੋਜੈਕਟ, ਦੈਟ ਇਟ ਇਜ਼ ਓਕੇ। ਐਂਡ ਕੀ ਪ੍ਰੋਪਰਟੀ ਦੇ ਫਾਈਨਲ ਕਾਸਟ ਦੇ ਵਿੱਚ ਜੀਐਸਟੀ ਵਗੈਰਾ ਵੀ ਇਨਕਲੂਡਡ ਹੁੰਦਾ ਕੁਛ?
ਆਈ ਗੈਸ ਹੁੰਦਾ ਹੈ ਟੈਕਸੇਸ਼ਨ ਹੁੰਦੀ ਹੈ ਪ੍ਰੋਪਰਟੀ ਟੈਕਸ ਹੁੰਦਾ ਹੈ, ਜੀਐਸਟੀ ਨਹੀਂ ਹੁੰਦਾ। ਆਈ ਫੀਲ ਪ੍ਰੋਪਰਟੀ ਟੈਕਸ ਅਲੱਗ ਤੋਂ ਹੁੰਦਾ ਹੈ ਇੱਕ। ਅੱਛਾ, ਮੈਂ ਇੱਕ ਚੀਜ਼ ਇਹ ਦੇਖੀ ਹੈ ਕਿ ਜਦੋਂ ਲੋਕਾਂ ਨੇ ਕਈ ਵਾਰੀ ਐਡ ਪਾਈ ਹੁੰਦੀ ਹੈ ਨਾ, ਤਾਂ ਕਹਿੰਦੇ ਆ ਬਿਲਡਰਸ ਪਲੀਜ਼ ਐਕਸਕਿਊਜ਼, ਠੀਕ ਹੈ। ਓਕੇ ਸੋ ਇਫ ਦੇ ਵਾਂਟ ਟੂ ਬਾਏ ਸਮਥਿੰਗ, ਕਿ ਮੰਨ ਲਓ ਉਹ ਕਹਿੰਦੇ ਕਿ ਜੇ ਉਤੋਂ ਮੰਨ ਲਓ ਲਿਖਿਆ ਹੋਇਆ ਨਾ ਕਿ ਵੀਡੀਓ ਚੱਲ ਰਹੀ ਹੈ ਕੋਈ ਕੋਠੀ ਨੂੰ ਸੇਲ ਕਰਨ ਦੇ ਲਈ, ਹਾਂਜੀ ਤਾਂ ਨੀਚੇ ਇਹ ਵੀ ਕੁਐਸਚਨ ਪੁੱਛਿਆ ਹੁੰਦਾ ਕਿ ਬਿਲਡਰ ਨੇ ਤੇ ਨਹੀਂ ਬਣਾਈ। ਓਕੇ ਸੋ ਵਾਈ ਇਜ਼ ਦੈਟ, ਕਿ ਕਿੱਦਾਂ ਪਤਾ ਲੱਗ ਸਕਦਾ ਕਿ ਉਸ ਜਗ੍ਹਾ ਦੀ ਕੰਸਟਰਕਸ਼ਨ ਇਰਰਿਸਪੈਕਟਿਵ ਆਫ ਦ ਫੈਕਟ ਕਿ ਹਾਂਜੀ ਬਿਲਡਰ ਨੇ ਬਣਾਈ ਹੈ ਕਿ ਨਹੀਂ ਬਣਾਈ, ਹਾਂ ਚੀਪ ਕੰਸਟਰਕਸ਼ਨ ਵਧੀਆ ਕੁਆਲਿਟੀ ਕੰਸਟਰਕਸ਼ਨ, ਦੋਨਾਂ 'ਚ ਡਿਫਰੈਂਸਿਸ ਕਿੱਦਾਂ ਪਤਾ ਲੱਗ ਸਕਦੇ ਆ? ਕਿਉਂਕਿ ਫਸਟ ਆਫ ਆਲ ਨਵੀਂ ਬਣੀ ਜਿਹੜੀ ਕੋਠੀ ਆ, ਉਹਦੇ 'ਚ ਤਾਂ ਤੁਹਾਨੂੰ ਦੇਖਣ ਨੂੰ ਤਾਂ ਬਹੁਤ ਸੋਹਣੀ ਲੱਗੇਗੀ ਕਿਲ੍ਹਾ, ਹੋ ਸਕਦਾ ਤੁਸੀਂ ਲਓ ਦੇ ਸਾਲ ਬਾਅਦ ਹੀ ਸਲਾਬੇ ਨਾਲ ਸਭ ਕੁਝ ਉੱਡ ਜੇ। ਬਿਲਕੁਲ ਬਿਲਕੁਲ ਸੋ ਦੈਟ ਇਜ਼ ਅ ਵੈਰੀ ਗੁੱਡ ਪੁਆਇੰਟ, ਕਿਉਂਕਿ ਬਹੁਤ ਔਖਾ ਹੈ ਦੇਖਣਾ ਉਸ ਚੀਜ਼ ਨੂੰ। ਤੇ ਮੇਰੇ ਹਿਸਾਬ ਨਾਲ ਤਾਂ ਇਨ ਸਮ ਕੇਸਿਸ ਇਟ ਇਜ਼ ਇੰਪੋਸੀਬਲ ਟੂ ਟੈਲ ਕਿ ਮਟੀਰੀਅਲ ਅੱਛਾ ਹੈ ਕਿ ਨਹੀਂ ਅੱਛਾ। ਬਟ ਅਗੇਨ ਤੁਸੀਂ ਜਿਹਨੇ ਬਣਾਈ ਹੈ ਉਹ ਤੋਂ ਪੁੱਛੋ, ਡਿਊ ਡਿਲੀਜੈਂਸ ਕਰੋ, ਉਹ ਤੋਂ ਰਿਸੀਪਟਸ ਮੰਗੋ, ਜੋ ਲਾਇਆ ਹੈ ਕੀ ਕਹਿੰਦੇ ਹੁੰਦੇ ਆ ਮਟੀਰੀਅਲ ਲਾਇਆ ਹੈ ਉਹਦੀ ਰਿਸੀਪਟਸ ਮੰਗੋ, ਉਹ ਤੋਂ ਪੁੱਛੋ ਕਿ ਮਟੀਰੀਅਲਸ ਲਗਾਏ ਨੇ, ਖੁਦ ਚੈੱਕ ਕਰੋ, ਖੁਦ ਦੇਖੋ। ਕੰਸਟਰਕਸ਼ਨ ਟਾਈਮ ਜੇ ਕੋਈ ਫੋਟੋਗ੍ਰਾਫਸ ਵਗੈਰਾ ਦੇ ਬਿਕੋਜ਼ ਦੇयर ਆਰ ਸਮ ਬਿਲਡਰਸ ਹੂ ਆਰ ਰਿਕਾਰਡਿੰਗ ਵਿਦ ਦ ਵੀਡੀਓਜ਼ ਰਾਈਟ ਕਿ ਕਿਹੜੇ ਏਰੀਆ 'ਚ ਲੁੱਕ ਪਾਈ ਗਈ ਹੈ, ਕਿੱਦਾਂ ਦਾ ਮਟੀਰੀਅਲ ਯੂਜ਼ ਕੀਤਾ ਗਿਆ ਆ, ਉਹਨਾਂ ਦੇ ਰਿਸੀਟਸ ਵਗੈਰਾ ਸਭ ਕੁਝ ਸ਼ੇਅਰ ਰਾਈਟ ਕਰਦੇ ਆ। ਐਂਡ ਦ ਮੇਨ ਥਿੰਗ ਇਜ਼ ਰੈਪੂਟੇਸ਼ਨ। ਜੇ ਉਹ ਬਿਲਡਰ ਨੇ ਪਹਿਲਾਂ ਬਣਾ ਕੇ ਵੇਚੇ ਹੈ ਜਾਂ ਪਹਿਲਾਂ ਬਣਾ ਕੇ ਲੋਕਾਂ ਨੂੰ ਦਿੱਤੇ ਹੈ ਤੇ ਉਹ ਹਾਲੇ ਤੱਕ ਸਹੀ ਚੱਲ ਰਿਹਾ, ਤਾਂ ਉਹ ਇਟਸ ਅ ਜੈਨੂਇਨ ਪਰਸਨ। ਸੋ ਅਗਲੇ 10 ਸਾਲਾਂ ਦੇ ਵਿੱਚ ਤੁਸੀਂ ਰੀਅਲ ਏਸਟੇਟ ਨੂੰ ਕਿੱਧਰ ਨੂੰ ਜਾਂਦੇ ਦੇਖਦੇ ਹੋ? ਕਿਸ ਡਾਇਰੈਕਸ਼ਨ 'ਚ ਜਾਊਗੀ ਇੰਡੀਅਨ ਰੀਅਲ ਏਸਟੇਟ? ਗਰੋ ਹੀ ਹੋਏਗੀ, ਉੱਪਰ ਹੀ ਜਾਏਗੀ। ਓਕੇ, ਹਾਂਜੀ ਐਂਡ ਇਫ ਯੂ ਟਾਕ ਅਬਾਊਟ ਏਆਈ ਇਨ ਐਵਰੀ ਸੈਕਟਰ, ਹੂੰ ਰੀਅਲ ਏਸਟੇਟ 'ਚ ਏਆਈ ਕਿੱਦਾਂ ਆ ਸਕਦੀ ਹੈ? ਕਿੱਦਾਂ ਇੰਪੈਕਟ ਕਰੇਗੀ? ਰੀਅਲ एस्टेट 'ਚ ਏਆਈ ਇਨ ਸਮ ਸੈਂਸ ਇਜ਼ ਡਿਸਟਰਕਟਿਵ ਐਜ਼ ਵੈਲ, ਕਿਉਂਕਿ ਰੀਅਲ एस्टेट ਦੀ ਜੋ ਆਡੀਅנס ਹੈ ਨਾ, ਜੋ ਟਾਰਗੇਟ ਲੋਕ ਹੈ ਜੋ ਰੀਅਲ एस्टेट ਮੋਸਟਲੀ ਇਨਵੈਸਟ ਕਰਦੇ ਹੈ, ਰੀਅਲ एस्टेट ਮੋਸਟਲੀ ਜਾਂਦੇ ਹੈ, ਉਹਨਾਂ ਦੀ ਏਜ ਗਰੁੱਪ 30 ਤੋਂ ਲੈ ਕੇ ਆਈ ਗੈਸ 60 ਅਬਵ ਹੁੰਦੀ ਹੈ, ਜੋ ਲੋਕ ਐਕਚੁਅਲੀ ਇਨਵੈਸਟ ਕਰ ਪਾਉਂਦੇ ਰੀਅਲ एस्टेट्स। ਐਂਡ ਇਨ ਦੈਟ ਏਜ ਗਰੁੱਪ ਇਜ਼ ਨਾਟ ਵੈਰੀ ਐਜੂਕੇਟਡ ਅਬਾਊਟ ਏਆਈ, ਤਾਂ ਉਹਦੇ ਨਾਲ ਉਹਨਾਂ ਨੂੰ ਧੋਖਾ ਦੇਣਾ ਬਹੁਤ ਈਜ਼ੀ ਹੈ ਥਰੂ ਏਆਈ ਇਨ ਰੀਅਲ एस्टेट ਇਨ ਮਾਈ ਓਪੀਨੀਅਨ। ਓਕੇ, ਤਾਂ ਇਨ ਸਮ ਸੈਂਸ ਇਟ ਇਜ਼ ਡਿਸਟਰਕਟਿਵ। ਬਟ ਹਾਂ, ਇਫ ਯੂ ਯੂਜ਼ਿੰਗ ਏਆਈ ਇਨ ਸਮ ਕੰਸਟਰਕਟਿਵ ਵਰਕ, ਜੇ ਤੁਸੀਂ ਏਆਈ ਯੂਜ਼ ਕਰਕੇ ਕੋਈ ਉਹ ਬਣਾ ਰਹੇ ਹੋ, ਸੌਰੀ ਰੈਂਡਰ ਬਣਾ ਰਹੇ ਹੋ ਕਿਸ ਚੀਜ਼ ਦਾ, ਕੋਈ ਪ੍ਰੋਜੈਕਟ ਬਣਾ ਰਹੇ ਹੋ, ਲਾਈਕ ਫॉर एग्जांपल ਫॉर ਆਰਕੀਟੈਕਟਸ ਇਜ਼ ਅ ਵੈਰੀ ਗੁੱਡ ਥਿੰਗ। ਆਰਕੀਟੈਕਟਸ ਦਿਖਾ ਪਾਉਂਦੇ ਹੈ 3D ਤਰੀਕੇ ਨਾਲ ਕਿਵੇਂ ਤੁਹਾਡਾ ਘਰ ਦਿਖੂਗਾ, ਤੋ ਇਨ ਦੈਟ ਸੈਂਸ ਏਆਈ ਇਜ਼ ਗੁੱਡ। ਓਕੇ, ਕੀ ਏਆਈ ਸਾਨੂੰ ਪਹਿਲੇ ਦੱਸ ਦੇਗੀ ਕਿ ਆਉਣ ਵਾਲੇ ਸਾਲਾਂ ਦੇ ਵਿੱਚ ਸਾਨੂੰ ਕਿੱਥੇ ਇਨਵੈਸਟ ਕਰਨਾ ਚਾਹੀਦਾ? ਏਆਈ ਦੱਸਦਾ ਹੈ ਬਟ ਏਆਈ ਇਜ਼ ਨਾਟ ਵੈਰੀ ਐਕੂਰੇਟ ਇਨ ਦੈਟ ਸੈਂਸ, ਕਿਉਂਕਿ ਏਆਈ ਖੁਦ ਇੱਥੇ ਰਹਿੰਦਾ ਨਹੀਂ ਆਗੇ, ਏਆਈ ਨੂੰ ਪਤਾ ਨਹੀਂ ਕੀ ਫੈਕਟਰਸ ਉਸ ਦੇ ਦੇ ਪ੍ਰਾਈਸਿਸ ਦਾ ਬਹੁਤ ਡਿਫਰੈਂਸ ਹੋਏਗਾ। प्राइसेस डिफरेंस भी है। एंड अगेन जो यूएस बेस्ड आर्टिफिशियल इंटेलिजेंस ने ना, क्योंकि यूएस यूके ਤੇ ਇੰਡੀਅਨ ਰੀਅਲ ਏਸਟੇਟ ਬਹੁਤ ਡਿਫਰੈਂਟ ਨੇ, ਮਤਲਬ ਜ਼ਮੀਨ ਆਸਮਾਨ ਦਾ ਫਰਕ ਹੈ। ਤਾਂ ਜੇ ਤੁਸੀਂ ਏਆਈ ਤੋਂ ਪੁੱਛ ਰਹੇ ਹੋ ਤਾਂ ਯੂ ਸ਼ੁਡ ਪਹਿਲੇ ਡਿਫਾਈਨ ਕਰੋ ਕਿ ਮੈਂ ਇੰਡੀਆ 'ਚ ਰਹਿਣਾ ਹੈ, ਇੰਡੀਆ ਦੇ ਇਸ ਏਰੀਆ 'ਚ ਰਹਿਣਾ ਹੈ, ਇੱਥੇ ਇਹ ਕੁਝ ਆ ਰਿਹਾ, ਉਹਨੂੰ ਦੱਸੋ ਕਿ ਇੱਥੇ ਇਹ ਰੋਡ ਆਸ-ਪਾਸ, ਇੱਥੇ ਇਹ ਕਲੋਨੀ, ਇੱਥੇ ਲੋਕ ਰਹਿੰਦੇ ਆ, ਤਾਂ ਜਾ ਕੇ ਕੁਝ ਦੱਸ ਪਾਊਗਾ ਐਕੂਰੇਟਲੀ ਮੇਰੇ ਹਿਸਾਬ ਨਾਲ। ਉਹਨੂੰ ਚੰਗੀ ਤਰ੍ਹਾਂ ਡਿਫਾਈਨ ਕਰਨਾ ਬਹੁਤ ਜ਼ਰੂਰੀ ਹੈ। ਓਕੇ, ਇੱਕ ਨਵੀਂ ਗੱਲ ਇਹ ਵੀ ਹੋ ਰਹੀ ਹੈ, ਸਪੈਸ਼ਲ ਕ੍ਰੀਏਟਰਸ ਜ਼ੋਨ ਲਾਈਕ ਕੰਟੈਂਟ ਕ੍ਰੀਏਟਰਸ, ਫ੍ਰੀਲਾਂਸਰਸ ਹਾਂਜੀ ਔਰ ਡਿਜੀਟਲ ਐਂਟਰਪ੍ਰੇਨਿਓਰਸ, ਜੀ। ਉਹਨਾਂ ਦੇ ਲਈ ਵੀ ਕੁਝ ਬਣ ਸਕਦਾ ਹੈ? ऑरेंज इकोनॉमी आई गेस इस साल डिस्कस हुई सी, बजट ऑरेंज इकोनॉमी बना रहे हैं क्रिएटर्स ਲਈ। आई गेस बनने ਤਾਂ ਚਾਹੀਦੇ ਹੈ, ਕਿਉਂਕਿ ਬਟ ਰੀਅਲ ਏਸਟੇਟ ਦੇ ਨਾਲ ਕ੍ਰੀਏਟਡ ਕੁਝ ਰਿਲੇਟਡ ਕੁਝ ਹੋ ਸਕਦਾ? ਸੀ ਰੀਅਲ ਏਸਟੇਟ ਇਨਫਲੂਐਂਸਿੰਗ ਇਜ਼ ਵੈਰੀ 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 ਲੈਸ ਇਨ ਦਿਸ ਕੰਟਰੀ। ਜੇ ਆਪਾਂ ਗੱਲ ਕਰੀਏ ਤਾਂ ਬਹੁਤ ਗਿਣਵੇਂ ਚੁਣਵੇਂ ਲੋਕ ਕਰ ਰਹੇ ਹੈ ਰੀਅਲ ਏਸਟੇਟ ਇਨਫਲੂਐਂਸਿੰਗ। ਇਫ ਆਈ ਟਾਕ ਅਬਾਊਟ ਮੋਹਾਲੀ, ਤਾਂ ਮੇਰੇ ਹਿਸਾਬ ਨਾਲ ਜਾਂ ਟ੍ਰਾਈ-ਸਿਟੀ ਪੰਜਾਬ ਦੀ ਵੀ ਗੱਲ ਕਰਾਂ ਤਾਂ ਮੇਰੇ ਅਲਾਵਾ ਆਈ ਡੋਂਟ ਥਿੰਕ ਕਿ ਕੋਈ ਕਰ ਰਿਹਾ ਹੈ। ਦੇ ਆਰ ਪੀਪਲ ਹੂ ਆਰ ਸੈਲਿੰਗ ਪ੍ਰੋਪਰਟੀਜ਼, ਘਰ ਦਿਖਾ ਰਹੇ ਆ, ਬਟ ਐਕਚੁਅਲ ਇਨਫਲੂਐਂਸਿੰਗ ਬਹੁਤ ਘੱਟ ਲੋਕ ਨੇ ਜੋ ਕਰ ਰਹੇ ਹੈ। ਇਨ ਇੰਡੀਆ ਐਜ਼ ਵੈਲ ਬਹੁਤ ਬਹੁਤ ਜ਼ਿਆਦਾ ਘੱਟ ਲੋਕ ਨੇ ਜੋ ਕਰ ਰਹੇ ਹੈ, ਐਂਡ ਦੇयर ਇਜ਼ ਅ ਹਿਊਜ ਗੈਪ ਇਨ ਦਿਸ ਫੀਲਡ। ਜੇ ਆਪਾਂ ਗੱਲ ਕਰੀਏ ਰੀਅਲ ਏਸਟੇਟ ਵਿੱਚ, ਸਿਰਫ ਟ੍ਰਾਈ-ਸਿਟੀ ਏਰੀਆ 'ਚ 70,000 ਕਰੋੜ ਰੁਪਇਆ ਹਰ ਸਾਲ ਘੁੰਮਦਾ ਹੈ, ਤੇ ਏਡੀ ਵੱਡੀ ਮਾਰਕੀਟ 'ਚ ਇਨਫਲੂਐਂਸਿੰਗ ਦੀ ਬਹੁਤ ਜ਼ਿਆਦਾ ਲੋੜ ਪੈਂਦੀ ਹੈ, ਤੇ ਉਹ ਬਹੁਤ ਘੱਟ ਹੈ ਅੱਜ ਦੇ ਟਾਈਮ। ਤੋ ਇਫ ਯੂ ਆਰ ਲੁਕਿੰਗ ਟੂ ਬੀ ਅ ਡਿਜੀਟਲ ਕ੍ਰੀਏਟਰ, ਆਈ ਫੀਲ ਲਾਈਕ ਰੀਅਲ ਏਸਟੇਟ ਇਜ਼ ਅ ਵੈਰੀ ਗੁੱਡ ਫੀਲਡ ਯੂ ਕੁਡ ਸਟਾਰਟ ਇਨ। Okay. As a youngster of 20 to 22 year, what advice would you give to the people who are of your same age? ਕਿ ਉਹ ਕਿੱਦਾਂ ਇਨਵੈਸਟ ਕਰ ਸਕਦੇ ਆ, ਕਿੱਦਾਂ ਜਰਨੀ ਆਪਣੀ ਸਟਾਰਟ ਕਰ ਸਕਦੇ ਆ, ਤੇ ਕਿੱਦਾਂ ਮਿਲੀਅਨਰ ਤੋਂ ਬਿਲੀਅਨਰ ਬਣ, or you can say that some of them could be at a zero stage or ਨਹੀਂ, ਦੇਖੋ ਐਡਵਾਈਸ ਕਰਨ ਲਈ ਮੈਂ ਤਾਂ ਹਾਲੇ ਕੁਛ ਹੈ ਵੀ ਨਹੀਂ ਗਾ ਕਿ ਮੈਂ ਐਡਵਾਈਸ ਕਰਨਾ ਕਿਸੇ ਨੂੰ, ਬਟ ਆਈ ਫੀਲ ਲਾਈਕ ਯੂ ਸ਼ੁਡ ਆਈਡੈਂਟੀਫਾਈ ਯੋਰ ਪੈਸ਼ਨ। ਤੁਸੀਂ ਇੰਜੀਨੀਅਰਿੰਗ ਕਰ ਰਹੇ ਹੋ, ਮੈਨੇਜਮੈਂਟ ਕਰ ਰਹੇ ਹੋ, ਫਾਰਮੇਸੀ 'ਚੋਂ ਕਿਸੇ ਵੀ ਫੀਲਡ 'ਚੋਂ, ਯੂ ਸ਼ੁਡ ਪਲੀਜ਼ ਆਈਡੈਂਟੀਫਾਈ ਯੋਰ ਪੈਸ਼ਨ, ਕਿਉਂਕਿ
I guess Mark Twain ਨੇ ਕਿਹਾ ਸੀਗਾ ਕਿ ਇਫ ਯੂ ਮੇਕ ਯੂਰ ਪੈਸ਼ਨ ਯੂਰ ਵਰਕ ਯੂ ਵੋਂਟ ਬੀ ਵਰਕਿੰਗ ਐਨੀ ਡੇ ਆਫ ਯੂਰ ਲਾਈਫ, ਕਿ ਤੁਸੀਂ ਜੇ ਆਪਣਾ ਪੈਸ਼ਨ ਨੂੰ ਕੰਮ ਬਣਾ ਲਓਗੇ ਤੁਸੀਂ ਤੁਹਾਨੂੰ ਕੰਮ ਕਰਨ ਦੀ ਲੋੜ ਨਹੀਂ ਪੈਣੀ। ਐਂਡ ਦੈਟ ਇਜ਼ ਵਾਟ ਆਈ ਫੀਲ ਟੂਡੇ, ਕਿਉਂਕਿ ਆਈ ਲਵ ਰੀਅਲ ਐਸਟੇਟ, ਆਈ ਲਵ ਕ੍ਰੀਏਟਿੰਗ ਕੰਟੈਂਟ। ਐਂਡ ਜੇ ਮੈਂ ਕੋਈ ਕੰਮ ਕਰ ਰਿਹਾ ਨਾ, ਮੈਨੂੰ ਕੰਮ ਫੀਲ ਨਹੀਂ ਹੁੰਦਾ ਉਹ ਕਿ ਮੈਂ ਕੰਮ ਕਰ ਰਿਹਾ, ਐਂਡ ਪੂਰਾ ਦਿਨ ਵਧੀਆ ਨਿਕਲਦਾ ਹੈ ਐਂਡ ਕੰਮ ਵੀ ਹੋ ਰਿਹਾ ਨਾਲ ਨਾਲ। ਤਾਂ ਇਫ ਯੂ ਵਾਂਟ ਟੂ ਸਕਸੀਡ ਇਨ ਲਾਈਫ ਯੂ ਹੈਵ ਟੂ ਆਈਡੈਂਟੀਫਾਈ ਯੋਰ ਪੈਸ਼ਨ। ਐਟ ਦ ਸੇਮ ਟਾਈਮ ਆਈ ਐਮ ਕਰੰਟਲੀ ਪਰਸੂਇੰਗ ਕੰਪਿਊਟਰ ਸਾਇੰਸ ਤੇ ਮੈਂ ਟੈਕ 'ਚ ਜਾ ਰਹੇ ਹਾਂ, ਬਟ ਮਾਈ ਪੈਸ਼ਨ ਹੈਜ਼ ਲੈਡ ਮੀ ਹੇਅਰ। ਜੇ ਮੈਂ ਪੈਸ਼ਨ ਫੋਲੋ ਨਾ ਕਰਦਾ ਤੇ ਆਈ ਵੁਡਨਟ ਹੈਵ ਬੀਨ ਹੇਅਰ ਟੁਡੇ ਸਿਟਿੰਗ ਇਨ ਫਰੰਟ ਆਫ ਯੂ, ਤੁਹਾਨੂੰ ਇੰਟਰਵਿਊ ਕਰਨ ਦਾ ਮੌਕਾ ਨਾ ਮਿਲਦਾ। ਐਂਡ ਦ ਥਿੰਗ ਇਜ਼ ਕਿ ਉਹ ਕਰਨਾ ਬਹੁਤ ਜ਼ਰੂਰੀ ਹੈ। ਤੁਹਾਡੀ ਜੋ ਸੋਲ ਹੈ ਨਾ, ਆਤਮਾ ਹੈ, ਉਹਨੂੰ ਖੁਸ਼ ਰੱਖਣਾ ਬਹੁਤ ਜ਼ਰੂਰੀ ਹੈ। ਤੁਹਾਡੀ ਆਤਮਾ ਦੁਖੀ ਹੋਊਗੀ ਤੁਸੀਂ ਕਦੇ ਸਕਸੈਸਫੁਲ ਨਹੀਂ ਹੋ ਪਾਓਗੇ ਜ਼ਿੰਦਗੀ 'ਚ। ਤੋ ਕੀਪਿੰਗ ਯੋਰ ਸੋਲ ਹੈਪੀ ਇਜ਼ very very necessary for you and for being successful in life। and with being successful I don't mean ਤੁਹਾਨੂੰ ਪੈਸਾ ਬਹੁਤ ਕਮਾ ਲਓਗੇ, ਤੁਸੀਂ ਬਹੁਤ ਅਮੀਰ ਹੋ ਜਾਓਗੇ। being successful is not about money, being successful is about being happy, being patient and being satisfied with your life। and if you follow your passion, if you do what you like to do, you will be successful in life, that is my promise। ਓਕੇ, ਹੁਣ ਇਸ ਕਨਵਰਸੇਸ਼ਨ ਦਾ ਨਾ ਹੁਣ ਲਾਸਟ ਡਾਇਲੌਗਸ ਦੇ ਵਿੱਚੋਂ 2 ਕੁਐਸਚਨਸ ਆ ਰਹੇ ਮੇਰੇ ਮਾਈਂਡ ਦੇ ਵਿੱਚ। ਯੂ ਹੈਵ ਕੋਟਡ ਮਾਰਕ ਟਵੇਨ, ਵਨ ਆਫ ਦ famous classicist writers of world literature, right? At one side, and on the other side, you're doing CSC, the computer science. So, तो पहले तो मैं पूछूंगा कि CSC and then real estate, how this connection came? Real estate, I was interested before CSE। CSE, ਅਗੇਨ ਇੰਡੀਅਨ ਬਰਾਊਨ ਫੈਮਿਲੀ 'ਚੋਂ ਹਾਂ ਮੈਂ, ਐਂਡ ਇੰਡੀਅਨ ਫੈਮਿਲੀਜ਼ ਨੂੰ ਚਾਹੀਦਾ ਹੈ ਕਿ ਬੱਚਾ ਇੰਜੀਨੀਅਰ ਬਣੇ, ਡਾਕਟਰ ਬਣੇ। ਤਾਂ ਮੈਨੂੰ ਇੰਜੀਨੀਅਰਿੰਗ ਕੈਟੇਗਰੀ 'ਚ ਪਾਇਆ ਗਿਆ ਤੇ ਮੈਂ ਇੰਜੀਨੀਅਰ ਬਣਨ ਦੇ ਰਾਹ ਤੇ ਹੈ। ਬਟ ਮਾਈ ਇੰਟਰਸਟ ਆਲਵੇਜ਼ ਲਾਈਡ ਇਨ ਰੀਅਲ estate ਇਨਵੈਸਟਮੈਂਟਸ ਐਂਡ ਆਲਵੇਜ਼ ਲਾਈਡ ਇਨ ਕੰਟੈਂਟ ਕ੍ਰੀਏਸ਼ਨ, ਤੇ ਮੈਂ ਉਹੀ ਕੀਤਾ, ਪੈਸ਼ਨ ਫੋਲੋ ਕੀਤਾ ਉਹਦਾ। ਠੀਕ ਹੈ, ਤੇ ਲੈਟਸ ਕਮ ਟੂ ਲਿਟਰੇਚਰ ਆਫ ਬੁੱਕਸ। ਹਾਂਜੀ। ਕਿਹੜੀਆਂ ਬੁੱਕਸ ਜਿਹੜੀਆਂ ਤੁਸੀਂ ਪੜ੍ਹਦੇ ਹੋ ਜਿਹੜੀਆਂ ਤੁਹਾਨੂੰ ਮੋਟੀਵੇਟ ਕਰਦੀਆਂ? ਡੂ ਯੂ ਫੀਲ ਦੈਟ ਸੈਲਫ ਹੈਲਪ ਬੁੱਕਸ ਜਿਹੜੀਆਂ ਐਕਚੁਅਲ 'ਚ ਮੋਟੀਵੇਟ ਕਰਦੀਆਂ? ਇੱਕ ਇਹ ਚੀਜ਼। ਦੂਸਰੀ ਚੀਜ਼ ਕਿ ਫਾਈਨੈਂਸ਼ੀਅਲ ਮੈਨੇਜਮੈਂਟ ਸਿੱਖਣ ਦੇ ਲਈ ਵੀ ਕਿਹੜੀ ਬੁੱਕ ਬੈਸਟ ਹੋ ਸਕਦੀ ਹੈ? ਕਮਿੰਗ ਟੂ ਸੈਲਫ ਹੈਲਪ, ਮੈਨੂੰ ਜੋ ਮੇਰਾ ਓਪੀਨੀਅਨ ਹੈ ਐਂਡ ਆਈ ਥਿੰਕ ਜੋ ਪਬਲਿਕ ਓਪੀਨੀਅਨ ਹੈ ਉਹ ਹੈ ਕਿ ਸੈਲਫ ਹੈਲਪ ਬੁੱਕਸ ਡੋਂਟ ਰੀਅਲੀ ਹੈਲਪ ਇਨ ਐਨੀ ਵੇ। ਸੈਲਫ ਹੈਲਪ ਬੁੱਕਸ ਤੁਹਾਨੂੰ 2 ਦਿਨ ਲਈ 3 ਦਿਨ ਲਈ ਮੋਟੀਵੇਟ ਕਰਦੇ ਕੀਆਂ, ਬਟ ਉਹ ਤੋਂ ਬਾਅਦ ਦੇ ਆਰ ਨੋ ਹੈਲਪ। ਤਾਂ what I feel like, if you want to really learn things in life, if you want to learn time management, if you want to learn motivation, discipline, if you want to learn how to succeed, you should give up self-help and start reading literature and philosophies and psychology। ਇਹ 3 ਮੇਨ ਫੀਲਡਸ ਨੇ, ਲਿਟਰੇਚਰ, ਸਾਈਕੋਲੋਜੀ ਐਂਡ ਫਿਲਾਸਫੀ। ਜੇ ਤੁਸੀਂ ਸਾਈਕੋਲੋਜੀ ਐਂਡ ਫਿਲਾਸਫੀ ਪੜ੍ਹੋਗੇ ਨਾ, then you will start processing knowledge in a different way। ਇੱਕ ਨਾ ਕਨਸੈਪਟ ਹੁੰਦਾ ਵਰਲਡ ਵਿਊ ਦਾ। ਵਰਲਡ ਵਿਊ ਹੁੰਦਾ ਕਿ ਜੋ ਅੱਜ ਤੱਕ ਆਪਾਂ ਸਿੱਖਿਆ ਹੈ, ਆਪਣੇ ਐਕਸਪੀਰੀਐਂਸਿਸ ਤੇ ਆਪਣੀ ਪਰਸਨੈਲਿਟੀ, ਆਪਣੀ ਨੇਚਰ ਨੂੰ ਮਿਕਸ ਕਰਕੇ ਆਪਣਾ ਦੁਨੀਆ ਦੇਖਣ ਦਾ ਇੱਕ ਪਰਸਪੈਕਟਿਵ ਬਣਦਾ, ਉਹਨੂੰ ਵਰਲਡ ਵਿਊ ਕਹਿੰਦੇ ਆ। ਜਦੋਂ ਆਪਾਂ ਲਿਟਰੇਚਰ ਪੜ੍ਹਦੇ ਹਾਂ, ਫਿਲਾਸਫੀ ਪੜ੍ਹਦੇ ਹਾਂ, ਸਾਈਕੋਲੋਜੀ ਪੜ੍ਹਦੇ ਹਾਂ, ਤਾਂ ਆਪਣਾ ਜੋ ਵਰਲਡ ਵਿਊ ਹੈ ਨਾ ਉਹ ਬਹੁਤ ਮੈਚੁਰ ਹੋ ਜਾਂਦਾ ਹੈ, ਉਹ ਬਹੁਤ ਵੱਧ ਜਾਂਦਾ ਹੈ। ਤਾਂ ਟੂ ਚੇਂਜ ਯੂਰ ਵਰਲਡ ਵਿਊ ਇਟ ਵਿਲ ਹੈਲਪ ਯੂ ਗਰੋ। ਤੁਸੀਂ ਜੇ ਆਪਣਾ ਜ਼ਿੰਦਗੀ ਦੇਖਣ ਦਾ ਨਜ਼ਰੀਆ ਬਦਲੋਗੇ, ਉਹਦੇ ਨਾਲ ਤੁਹਾਨੂੰ ਸਭ ਕੁਝ ਸਿੱਖਣ ਨੂੰ ਮਿਲੂਗਾ। ਟਾਈਮ ਮੈਨੇਜਮੈਂਟ, ਡਿਸਿਪਲਿਨ, ਸਕਸੈਸ, ਸਭ ਕੁਝ ਤੁਹਾਨੂੰ ਪਤਾ ਲੱਗੂ ਕਿਵੇਂ ਕਰਨੀ ਹੈ, ਕਿਵੇਂ ਨਹੀਂ ਕਰਨੀ। ਇਟ ਵਿਲ ਆਟੋਮੈਟਿਕਲੀ ਹੈਲਪ ਯੂ। So if you're reading self-helps, I think you should drop it and you should start reading literature, psychology or philosophy। Okay. And coming to financial management, ਯੈਸ। Rich Dad Poor Dad ਨਾ ਪੜ੍ਹਿਓ, Atomic Habits ਨਾ ਪੜ੍ਹਿਓ। ਮੈਨੂੰ ਲੱਗਦਾ ਸਾਰੀਆਂ ਥਿਓਰੈਟੀਕਲ ਹੈ, ਪ੍ਰੈਕਟੀਕਲੀ ਜਦੋਂ ਇਹਨਾਂ ਨੂੰ ਕਰਦੇ ਹਾਂ ਆਪਾਂ ਲਾਈਫ, ਮੈਨੂੰ ਲੱਗਦਾ ਕਿ ਜੋ ਸਾਡਾ ਬੇਸ ਹੈ, ਫਾਊਂਡੇਸ਼ਨ ਹੈ, ਉਹ ਜ਼ਿਆਦਾ ਮੈਟਰ ਕਰਦੀ ਹੈ। ਬਿਲਕੁਲ, ਬਿਲਕੁਲ ਸਹੀ ਗੱਲ ਹੈ। ਐਕਸਪੀਰੀਅੰਸ ਸਭ ਤੋਂ ਵੱਧ ਮੈਟਰ ਕਰਦਾ ਹੈ। ਰਿਚ ਡੈਡ ਪੂਅਰ ਡੈਡ ਮੈਂ ਅੱਧੀ ਪੜ੍ਹ ਕੇ ਛੱਡਤੀ ਸੀ, ਐਂਡ ਸੇਮ ਇਜ਼ ਦ ਕੇਸ ਆਫ ਐਟੋਮਿਕ ਹੈਬਿਟਸ, ਹਾਂ, ਉਹ ਵੀ ਅੱਧੀ ਪੜ੍ਹ ਕੇ ਮੈਂ ਛੱਡ ਦਿੱਤੀ ਸੀ। ਕਿਉਂਕਿ ਅਡੋਪਟਿੰਗ ਦੋਜ਼ ਥਿੰਗਸ ਇਨ ਲਾਈਫ ਇਜ਼ ਵੈਰੀ ਹਾਰਡ। ਹੁਣ ਪਤਾ ਗੱਲ ਕੀ ਹੈ, ਤੁਹਾਨੂੰ ਉਹਨੇ ਬੁੱਕ 'ਚ ਦੱਸਤਾ ਕਿ ਕੈਸ਼ ਫਲੋ ਇਹ ਹੁੰਦਾ ਹੈ, ਐਸੈਟਸ ਇਹ ਹੁੰਦਾ ਹੈ, ਲਾਇਬਿਲਿਟੀਜ਼ ਇਹ ਹੁੰਦੀ ਹੈ, ਹੁਣ ਤੈਨੂੰ ਆਏ ਘੁਮਾ ਦੇਣਾ, ਉਹਨੇ ਦੱਸਤਾ। ਪਰ ਪ੍ਰੈਕਟੀਕਲੀ ਉਸ ਚੀਜ਼ ਨੂੰ ਅਪਲਾਈ ਕਰਨਾ ਬਹੁਤ ਮੁਸ਼ਕਿਲ ਹੈ। ਬਟ ਐਟ ਦ ਸੇਮ ਟਾਈਮ ਇਫ ਯੂ ਡੂ ਇਟ ਯੋਰਸੈਲਫ, ਤੁਸੀਂ ਇੱਕ ਵਾਰ ਧੋਖਾ ਖਾਓਗੇ, 2 ਵਾਰ ਧੋਖਾ ਖਾਓਗੇ, 2 ਵਾਰ ਫੇਲ ਹੋਵੋਗੇ, ਔਨ ਦ ਥਰਡ ਟਾਈਮ ਯੂ ਵਿਲ ਗੈਟ ਹਾਊ ਟੂ ਡੂ ਦੈਟ ਵਿਦ ਯੋਰ ਓਨ ਥਿੰਕਿੰਗ, ਵਿਦ ਯੋਰ ਓਨ ਮਾਈਂਡ। ਜਦੋਂ ਤੁਹਾਨੂੰ ਚੀਜ਼ਾਂ ਪਰੋਸ ਕੇ ਦਿੱਤੀਆਂ ਜਾਂਦੀਆਂ ਨੇ, ਇਫ ਯੂ ਆਰ ਫੈਡ
through books, that will not help you. But if you do it yourself, ਤੁਸੀਂ ਆਪ ਚੱਕ ਕੇ ਖਾਓਗੇ, ਇੱਕ ਵਾਰ ਡਿੱਗੂਗਾ, ਦੂਜੀ ਵਾਰ ਫੇਰ ਖਾਓਗੇ, that will what will make you successful, what will make your mind process that information. That is very important. Finances ਦੀ ਗੱਲ ਕਰੀਏ, finances ਤੁਸੀਂ ਸਿਰਫ experience ਸਿੱਖ ਸਕਦੇ ਹੋ. There is no other way to learn finances. You said that upper literature parts are there, philosophy parts are there. So what 3 books would you suggest to the youngsters? That is a very difficult question क्योंकि 3 books है. I don't think I can summarize everything in 3 books. But talking about literature, you should definitely check out the most ancient literatures. The first piece of literature was Epic of Gilgamesh, जो अपने सुमेर दी सीगी. Then we have the Odysseys, the Iliad by Homer, a Greek philosopher. But I think that the people like I am from literature background. Then if I talk about, I can read Odyssey and I can be familiar with Epic of Gilgamesh. But if we talk about the youngsters, if they are reading these things, these are very texts. Very hard, very hard. Classic books ਤਾਂ ਪੜ੍ਹਨੇ ਬਹੁਤ ਮੁਸ਼ਕਿਲ ਹੁੰਦੀਆਂ ਨੇ. If you try to read Jane Austen, ਤੁਸੀਂ ਪੜ੍ਹ ਹੀ ਨਹੀਂ ਪਾਓਗੇ. Kafka ਪੜ੍ਹਨਾ 10 ਪੇਜ ਤਾਂ ਸਿਰ ਕੋ ਲੱਗ ਜਾਂਦਾ Kafka ਪੜ੍ਹਦੇ ਹੋਏ. That is very hard. See, if you have to start reading, then I would suggest you go into fantasy and fiction first. ਤੁਸੀਂ ਆਪਦਾ ਇੰਟਰਸਟ ਬਣਾਓ ਉਸ ਚੀਜ਼. Start reading Stephen King, read Harry Potter, Percy Jackson, and you can read Enid Blyton. ਮਤਲਬ ਬਹੁਤ ਬੇਸਿਕ ਚੀਜ਼ਾਂ ਪੜ੍ਹੋ ਪਹਿਲਾਂ, ਜਿਹਦਾ ਤੁਹਾਡਾ ਫਲੋ ਬਣੇ, ਤੁਹਾਨੂੰ ਥੋੜੀ ਅੰਡਰਸਟੈਂਡਿੰਗ ਬਣੇ. Because reading is not just ਤੁਸੀਂ ਇੱਕ word ਪੜ੍ਹ ਰਹੇ ਹੋ, you have to skim as well. ਤੁਹਾਨੂੰ ਉਸ ਦਾ concept ਨਾਲ process ਹੁੰਦੇ ਰਹਿਣ. ਤਾਂ ਉਹ ਚੀਜ਼ ਡਿਵੈਲਪ ਕਰਨ ਲਈ you should start reading simple fiction first. ਉਹ ਪੜ੍ਹਨ ਤੋਂ ਬਾਅਦ ਤੁਸੀਂ ਜਦੋਂ ਉਹ ਚੀਜ਼ ਡਿਵੈਲਪ ਹੋਗੀ ਤੁਹਾਡੇ ਵਿੱਚ, then you should go towards philosophy, psychology and literature. Classics ਤਾਂ ਬਿਲਕੁਲ ਲਾਸਟ ਤੇ ਪੜ੍ਹੋਗੇ. Classic is very hard to read. ਬਿਲਕੁਲ. I recently read Crime and Punishment by Dostoevsky, and it was a very hard read. क्योंकि Russian literature च it's very And quite dense also. dense. Kafka, Dostoevsky, Jane Austen, all these are very dense books. ਤੁਸੀਂ 10 पेज पढ़ोगे तो 11 पेज तक समझ नहीं Jane आता. Austen, I still feel that you can easily read it. But if we talk about Kafka and Kafka was Leo Tolstoy is very Leo Tolstoy तो बहुत ही tough है. So but still Leo Tolstoy is quite interesting. कल ਤੁਸੀਂ short stories ਵੀ ਪੜੋਗੇ ਜਾਂ सेकंड जब दोस्तोवस्की ਦੀ ਗੱਲ ਵੀ ਕਰੀਏ ਤਾਂ ਦੋਸਤੋਵਸਕੀ ਦੀ ਬੁੱਕਸ ਦੇ ਅੱਜ ਤੁਸੀਂ 3/4 ਪੜ੍ਹ ਲਓਗੇ, ਉਹ ਤੋਂ ਬਾਅਦ ਲਾਸਟ ਸੈਕਸ਼ਨ ਜਿਹੜਾ ਫਾਸਟ ਨਿਕਲਦਾ, ਪਤਾ ਲੱਗਦਾ ਤੁਹਾਨੂੰ ਕਦੋਂ ਨਿਕਲ ਗਿਆ ਉਹ ਸੈਕਸ਼ਨ. ਤਾਂ ਇੱਕ ਫਲੋ ਬਣ ਗਿਆ, ਜਦੋਂ ਸਟੋਰੀ ਸੀ ਮਨ 'ਚ ਬਣ ਗਈ, ਰਿਵਾਇਰ ਹੋ ਗਈ, ਤਾਂ that will help you get through the book again. ਠੀਕ ਹੈ. ਜੀ. Okay, thank you Divit. It was a nice conversation. Thank you so much for inviting me. I hope people learn something from what I said, and I hope it helps. Thank you. ਥੈਂਕ ਯੂ. ਸੋ ਇਸ ਪੋਡਕਾਸਟ ਦੇ ਵਿੱਚ ਆਪਾਂ ਇੱਕ ਚੀਜ਼ ਖਾਸ ਇਹ ਹੈ, ਆਪਾਂ ਜਦੋਂ ਪਹਿਲੇ ਪੋਡਕਾਸਟ ਕਰਦੇ ਹਾਂ ਆਪਾਂ ਬਹੁਤ ਕੁਝ ਸਿੱਖਿਆ ਸਪਿਰਿਚੁਅਲਿਟੀ, ਮੈਨੀਫੈਸਟੇਸ਼ਨ ਔਰ ਲਾਈਫ ਨੂੰ ਕਿੱਦਾਂ ਲੀਡ ਕਰਨਾ. ਬਟ ਸਮਵੇਅਰ ਆਈ ਫੀਲ ਦੈਟ ਥਿਓਰੈਟੀਕਲ ਗੱਲਾਂ ਵੀ ਹੋ ਜਾਂਦੀਆਂ. ਬਟ ਇਫ ਯੂ ਟਾਕ ਅਬਾਊਟ ਪ੍ਰੈਕਟੀਕਲੀ ਆਪਣੀ ਲਾਈਫ ਦੇ ਵਿੱਚ ਅਸੀਂ ਕਿੱਦਾਂ ਸਕਸੈਸਫੁਲ ਹੋਣਾ ਹੈ, ਤੇ ਫਾਈਨੈਂਸ਼ੀਅਲ ਮੈਨੇਜਮੈਂਟ ਔਰ ਇਨਵੈਸਟਮੈਂਟਸ ਬਹੁਤ ਵੱਡਾ ਰੋਲ ਪਲੇ ਕਰਦੀ. ਸੋ ਦੈਟ ਵੀ ਹੈਵ ਲਰਨਡ ਟੂਡੇ. ਤੋ ਇਹਦੇ ਵਿੱਚ ਕਈ ਵਾਰੀ ਸਾਡੇ ਦਿਮਾਗ 'ਚ ਵੀ ਕੋਈ ਕੁਐਸਚਨਸ ਆਉਂਦੇ ਆ. ਐਜ਼ ਐਨ ਆਡੀਅੰਸ ਤੁਹਾਡੇ ਦਿਮਾਗ 'ਚ ਬਹੁਤ ਸਾਰੇ ਕੁਐਸਚਨਸ ਆਉਣਗੇ, ਵਿਚ ਯੂ ਕੈਨ ਰਾਈਟ ਇਨ ਦ ਕਮੈਂਟਸ, ਐਂਡ ਆਈ ਹੋਪ ਦੈਟ Divit will try to answer them in the comments. ਤੇ ਤੁਸੀਂ ਫੀਡਬੈਕ ਵੀ ਦੇ ਸਕਦੇ ਹੋ ਕਿ ਇਸ ਤਰ੍ਹਾਂ ਦੇ ਪੋਡਕਾਸਟ ਦੇ ਵਿੱਚ ਹੋਰ ਅਸੀਂ ਕਿਹੜੇ ਕੁਐਸਚਨਸ, ਕਿਹੜਾ ਏਰੀਆਜ਼ ਕਵਰ ਕਰ ਸਕਦੇ ਇਨ ਦ ਕਮਿੰਗ ਪੋਡਕਾਸਟ. ਸੋ audience should be connected with us. So through your feedback we'll learn that how to do the next things, ਔਰ ਕਿਹੜਾ ਏਰੀਆਜ਼ ਤੁਹਾਨੂੰ ਜ਼ਿਆਦਾ ਇੰਟਰਸਟ ਕਰ ਰਿਹਾ. ਪਲੀਜ਼ ਰਾਈਟ ਇਨ ਦ ਕਮੈਂਟਸ ਬਿਲੋ. ਥੈਂਕ ਯੂ ਐਵਰੀਵਨ. ਸਤਿ ਸ਼੍ਰੀ ਅਕਾਲ ਦੇ ਵਿੱਚ.